YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਇਹਦੇ ਵਿੱਚ ਸਾਰਿਆਂ ਨਾਲੋਂ ਔਖਾ ਟਾਈਮ ਹੈਗਾ ਪਰਿਵਾਰਾਂ ਦੇ ਉੱਤੇ, ਔਰ ਇਹ ਮੇਕ ਸ਼ੋਰ ਕਰਨਾ ਹਾਈ ਕਮਿਸ਼ਨਰ ਜਿਹੜਾ ਸੀਗਾ ਉਹ ਇਸ ਬਿਜ਼ਨਸ ਨਹੀਂ ਸੀਗਾ ਵੀ ਅੱਜ ਤੱਕ ਇੱਕ ਸਾਰਿਆਂ ਨਾਲੋਂ ਜੇ ਵੱਡਾ ਆਪਰੇਸ਼ਨ ਹੋਇਆ ਜਿੱਥੋਂ ਆਪਾਂ ਨੂੰ ਕੈਨੇਡੀਅਨਸ ਨੂੰ ਅੱਜ ਦੇ ਸਮੇਂ 'ਚ ਇਵੈਕੂਏਟ ਕਰਨਾ ਸੀ ਤਾਂ ਉਹ ਹਿੰਦੁਸਤਾਨ ਤੋਂ ਸੀ। ਫੇਜ਼ ਆਫ ਫਲਾਈਟ ਸੀਗਾ 8 ਫਲਾਈਟਸ ਦਾ, ਉਹ ਮੰਨ ਗਏ, ਪਰ ਉਹਦੇ ਲਈ ਉਹ ਕਹਿੰਦੇ ਵੀ ਤੁਹਾਨੂੰ ਸਾਡੇ ਲਈ ਅਰੇਂਜ ਕਰਨਾ ਪੈਣਾ ਵਾ ਗਰਾਊਂਡ ਜਿਹੜਾ ਕਰੂਜ਼ ਤੇ ਐਵਰੀਥਿੰਗ। ਕਿਉਂਕਿ ਮੈਂ ਪਬਲਿਕਲੀ ਕਹਿ ਸਕਦਾ ਨਾ, ਕਿਉਂਕਿ ਉਹਨਾਂ ਦੇ ਸਾਰਿਆਂ ਦੇ ਫੈਮਿਲੀ ਜਿਹੜੀਆਂ ਮੈਂ ਉਹਨਾਂ ਨੂੰ ਕਿਹਾ ਵੀ ਅੜਕ ਜਾਓ, ਉਹ ਵੀ ਉੱਥੇ ਬਾਹਰ ਜਿਹੜੇ ਨੇ ਅਜੇ ਉੱਥੇ ਬੈਠੇ, ਉਹ ਵੀ ਐਸੀ ਸਿਚੁਏਸ਼ਨ ਜਿਹੜੇ ਭਾਈ ਸਾਹਿਬ ਫਸੇ ਹੋਏ ਨੇ। ਹੁਣ ਦੇਖੋ ਲੋਕੀ ਉੱਥੇ ਫਸ ਗਏ ਜਾ ਕੇ ਕਿਸੇ ਵੀ ਕੋਨੇ ਦੇ ਵਿੱਚ। ਇਸ ਵੇਲੇ ਫਲਾਈਟਸ ਜਿਹੜੀਆਂ ਏਅਰਪੋਰਟਸ ਬੰਦ ਨੇ, ਫਲਾਈਟਸ ਜਿਹੜੀਆਂ ਉਹ ਵੀ ਬੰਦ ਨੇ, ਉੱਥੇ ਜੇ ਬੈਠੇ ਨੇ ਅਸੀਂ CRB ਦਾ $2000 ਦਾ ਫੰਡ ਜਿਹੜਾ ਅਸੀਂ ਉਹਨਾਂ ਨੂੰ ਉੱਥੇ ਬੈਠੇ ਜਿਹੜਾ ਹੈਗਾ ਉਹ ਦੇ ਰਹੇ। ਗੌਰਮੈਂਟ ਵੱਲੋਂ ਜਿਹੜੀ ਇਸ ਵੇਲੇ ਹੈਗੀ ਉਹ ਸੀਨੀਅਰ ਚਾਹੇ ਬਾਹਰ ਬੈਠੇ ਨੇ ਚਾਹੇ ਇੱਥੇ ਬੈਠੇ, ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹਦਾ ਧਿਆਨ ਦਿੱਤਾ ਜਾ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸ਼ੁੱਕਰਵਾਰ ਦਾ ਦਿਨ 7 ਵਜੇ ਤੋਂ ਲੈ ਕੇ 8 ਵਜੇ ਦਾ ਸਮਾਂ ਤੁਹਾਡਾ ਤੇ ਮੇਰਾ ਸਾਥ ਇਸ ਤਰ੍ਹਾਂ ਹੀ ਹੁੰਦਾ ਤੇ ਅੱਜ ਹਰੇਕ ਵਾਰ ਦੀ ਤਰ੍ਹਾਂ ਅੱਜ ਮੈਂ ਤੁਹਾਡੇ ਲਈ ਫਿਰ ਵਾਪਸ ਆ ਗਈ ਹੈਗੀ ਹਾਂ ਤੇ ਅੱਜ ਦਾ ਟਾਕ ਸ਼ੋਅ ਸਟਾਰਟ ਕਰਦੇ ਹਾਂ। ਪਰ COVID-19 ਜਿਹੜਾ ਹੈਗਾ ਆ ਉਹਨੇ ਹਰ ਕਿਸੇ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ ਹੋਇਆ ਆ। ਅਸੀਂ ਘਰਾਂ ਦੇ ਵਿੱਚ ਰਹਿ ਰਹੇ ਹੈਗੇ ਆ, ਰੈਗੂਲਰਲੀ ਹੈਂਡ ਵਾਸ਼ ਕਰ ਰਹੇ ਹੈਗੇ ਆ, ਸੋਸ਼ਲ ਡਿਸਟੈਂਸ, ਫਿਜ਼ੀਕਲ ਡਿਸਟੈਂਸ ਮੇਨਟੇਨ ਕਰ ਰਹੇ ਹੈਗੇ ਆ। ਸਰਕਾਰ ਵੱਲੋਂ, ਚਾਹੇ ਉਹ ਪ੍ਰੋਵਿੰਸ਼ੀਅਲ ਸਰਕਾਰ ਹੈਗੀ ਆ, ਚਾਹੇ ਉਹ ਲੋਕਲ ਗਵਰਨਮੈਂਟ ਹੈਗੀ ਆ, ਚਾਹੇ ਉਹ ਸਾਡੀ ਫੈਡਰਲ ਸਰਕਾਰ ਹੈਗੀ ਆ, ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਸਾਡੀ ਜਿਹੜੀ ਲਾਈਫ ਹੈ ਉਹ ਸੁਖਾਲੀ ਕੀਤੀ ਜਾਵੇ। ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਬਿਹਤਰ ਜ਼ਿੰਦਗੀ ਦਿੱਤੀ ਜਾਵੇ ਇਸ ਪੈਂਡੈਮਿਕ ਦੇ ਸਮੇਂ ਦੇ ਵਿੱਚ ਵੀ। ਉਹ ਕਿਸੇ ਵੀ ਘਰ ਦੇ ਵਿੱਚ ਇਹ ਨਾ ਹੋਵੇ ਕਿ ਗਰੋਸਰੀ ਨਾ ਹੋਵੇ, ਦਵਾਈਆਂ ਨਾ ਹੋਣ। ਸੋ ਇਹ ਸਭ ਕੁਝ ਦੇ ਲਈ ਕੈਨੇਡਾ ਸਰਕਾਰ ਤਾਂ ਕੰਮ ਕਰ ਰਹੀ ਹੈਗੀ ਆ। ਨਾਲ ਨਾਲ ਜਿਹੜੇ ਲੋਕ ਹੋਰ ਦੇਸ਼ਾਂ ਦੇ ਵਿੱਚ ਨੇ, ਖਾਸ ਕਰਕੇ ਸਾਡੇ ਕੈਨੇਡੀਅਨ, ਉਹਨਾਂ ਨੂੰ ਵਾਪਸ ਲਿਆਉਣ ਦੇ ਵੀ ਯਤਨ ਕੀਤੇ ਜਾ ਰਹੇ ਨੇ। ਉਹਨਾਂ ਦੇ ਵਿੱਚ ਕੀ ਯਤਨ ਨੇ, ਕੀ ਅੱਗੇ ਹੋਵੇਗਾ, ਇਹ ਸਭ ਕੁਝ ਦੇ ਲਈ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ MP ਸੁਖ ਧਾਲੀਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਅੱਗੇ ਵਧਾਉਂਦੇ ਹਾਂ। ਸੋ ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਅਰਸ਼ਦੀਪ, ਧੰਨਵਾਦ ਤੁਹਾਡੇ, ਮੇਰੇ ਵੱਲੋਂ ਤੁਹਾਨੂੰ ਔਰ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇੱਦਾਂ ਕਹਾਂਗੇ ਕਿ ਤੁਸੀਂ ਟਾਈਮ ਟੂ ਟਾਈਮ ਕੱਢਿਆ ਹੈਗਾ ਆ, ਕਿਉਂਕਿ ਬਹੁਤ ਮੈਨੂੰ ਪਤਾ ਹੈ ਕਿ ਬਿਜ਼ੀ ਹੈਗੇ ਆ ਤੁਸੀਂ। ਫੋਨ ਕਾਲਸ, ਈਮੇਲਸ ਦਾ ਰਿਸਪੌਂਡ ਤੁਸੀਂ ਕਰ ਰਹੇ ਹੈਗੇ ਆ ਤੇ ਉਸ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਆ, ਇਹ ਸਮੇਂ ਦੇ ਵਿੱਚ ਸਾਰੇ ਜਿੰਨੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਪਰ ਤੁਸੀਂ ਉਹਨਾਂ ਦੇ ਲਈ ਕੰਮ ਕਰ ਰਹੇ ਹੈਗੇ ਆ। ਸੋ ਤੁਸੀਂ ਆਏ ਹੈਗੇ, ਇਹਦੇ ਲਈ ਵੀ ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਕੀ ਚੱਲ ਰਿਹਾ ਹੈਗਾ, ਕੀ ਸਿਚੁਏਸ਼ਨ ਹੈਗੀ? ਦੇਖੋ, ਇਹ ਤੁਸੀਂ ਪਹਿਲੇ ਗੱਲ ਕੀਤੀ ਆ ਵੀ ਆਉਣ ਦਾ, ਇਹ ਅਕਾਊਂਟੇਬਿਲਿਟੀ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਮੀਡੀਆ ਜਿਹੜਾ ਵਾ ਉਹਦੇ ਲਈ ਅਕਾਊਂਟੇਬਲ। ਇਸ ਤੋਂ ਪਹਿਲਾਂ ਮੈਨੂੰ CBC ਕੁਐਸਚਨ ਕਰਦੇ ਸੀ, ਉਹ ਕਹਿੰਦੇ ਵੀ ਸੁਖ ਤੂੰ ਹੀ ਕਿਉਂ ਸਾਰੇ ਮੀਡੀਆ। ਮੈਂ ਕਿਹਾ ਵੀ ਇਹ ਤਾਂ ਮੀਡੀਆ ਦਾ ਦੱਸਦਾ ਵੀ ਮੈਨੂੰ ਤੁਸੀਂ ਹਾਕ ਮਾਰ ਦਿਓ, ਮੈਂ ਅਕਾਊਂਟੇਬਲ ਹਾਂ, ਮੈਂ ਸ਼ਾਈ ਨਹੀਂ ਗਾ, ਸੋ ਮੈਂ ਆਉਣਾ। ਅਤੇ ਦੂਸਰਾ ਕਿ ਨਵੀਂ ਹੁਣ ਗੱਲ ਚੱਲ ਰਹੀ ਹੈਗੀ ਆ। ਤੁਸੀਂ ਪਹਿਲਾਂ ਸਾਨੂੰ ਇੱਕ ਬਹੁਤ ਜਿਹੜੀ ਸੀਗੀ ਉਹ ਹੁੰਦਾ ਨਹੀਂ ਵੀ ਨੇਲ ਦੇ ਸਿਰ ਦੇ ਉੱਤੇ ਥੋੜਾ ਮਾਰਨ ਵਾਲੀ ਗੱਲ ਵੀ ਅਸੀਂ ਇਹ ਕੋਵਿਡ ਦੀ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ 19 ਦੀ, ਇਹਦੇ ਵਿੱਚ ਸਾਰਿਆਂ ਨਾਲੋਂ ਔਖਾ ਟਾਈਮ ਹੈਗਾ ਪਰਿਵਾਰਾਂ ਦੇ ਉੱਤੇ, ਔਰ ਇਹ ਮੇਕ ਸ਼ੋਰ ਕਰਨਾ ਕਿ ਅਸੀਂ ਸਰਕਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਹਿਮ ਰੋਲ ਜੇ ਕਰ ਸਕਦੇ ਹਾਂ ਦਾ ਉਹ ਕਰੀਏ, ਜਿਹਦੇ ਵਿੱਚ ਉਹਨਾਂ ਨੂੰ ਖਾਣ ਪੀਣ ਦਾ, ਗਰੋਸਰੀ ਦਾ ਤੁਸੀਂ ਗੱਲ ਕੀਤੀ ਆ, ਉਹਨਾਂ ਦੇ ਘਰੇ ਜਿਹੜੀਆਂ ਦਵਾਈਆਂ ਦੀ ਗੱਲ ਕੀਤੀ ਆ, ਉਹਨਾਂ ਦੇ ਜੀਵਨ ਲਈ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਅਸੀਂ ਬਰਕਰਾਰ ਜਿਹੜੀਆਂ ਰੱਖ ਸਕੀਏ। ਉਹਦੇ ਵਿੱਚ ਜਿਹੜਾ ਹੈਗਾ ਮੈਂ ਫੀਲ ਕਰਦਾ ਕਿ ਸਾਡੀ ਸਰਕਾਰ ਜਿਹੜੀ ਆ ਉਹ ਸਮੇਂ ਮੁਤਾਬਕ ਜਿਸ ਤਰੀਕੇ ਦੇ ਨਾਲ ਲੋਕ ਇਨਪੁਟ ਦਿੰਦੇ ਨੇ, ਮੀਡੀਆ ਇਨਪੁਟ ਦਿੰਦਾ ਹੈਗਾ, ਉਸ ਮੁਤਾਬਕ ਅਸੀਂ ਜਿਹੜੀਆਂ ਨੇ ਬਣਦੀਆਂ ਚੇਂਜਸ ਲਿਆ ਕੇ ਲੋਕਾਂ ਥਾਈਂ ਜਿਹੜੀਆਂ ਨੇ ਉਹ ਲੈ ਕੇ ਜਾਂਦੇ ਹਾਂ। ਉਹਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਨੇ ਉਹ ਲੀਕੇ ਹੈਗੇ ਆ। ਸਾਰਿਆਂ ਨਾਲੋਂ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਉਹ ਸੀਗਾ CERB ਜਿਹੜਾ ਸੀਗਾ, ਉਹ ਜਿਹੜਾ ਸੀਗਾ ਉਹਦੇ ਵਿੱਚ ਕੀ ਕੀਤਾ ਸੀਗਾ ਅਸੀਂ ਕਿ ਅਸੀਂ ਹਰੇਕ ਇਨਸਾਨ ਜਿਹੜਾ ਜਿਹਨੇ ਪਿਛਲੇ ਸਾਲ ਮਾਰਚ 15 ਤੋਂ ਲੈ ਕੇ 2020 ਤੋਂ ਮਾਰਚ 15 2019 ਦੇ ਵਿੱਚ $5000 ਬਣਾਏ ਹੋਣ, ਉਹਨਾਂ ਨੂੰ ਜਦੋਂ ਘਰੇ ਬਹਿਣਾ ਪੈ ਗਿਆ COVID-19 ਦੀ ਸਿਚੁਏਸ਼ਨ ਕਰਕੇ, ਉਹਨਾਂ ਨੂੰ ਅਸੀਂ $2000 ਜਿਹੜਾ ਉਹਨਾਂ ਦੇ ਘਰੇ ਦਿੱਤਾ। ਚਾਹੇ ਉਹਨਾਂ ਦੀ ਲੇ ਆਫ ਹੋ ਗਈ,
ਚਾਹੇ ਉਹਨਾਂ ਨੂੰ ਆਪਣੇ ਬੱਚੇ ਸਾਂਭਣ ਲਈ ਘਰੇ ਬੈਠਣਾ ਪਿਆ, ਚਾਹੇ ਉਹ ਆਪਣੇ ਲਵਡ ਵਨ ਦੀ ਸੇਵਾ ਕਰਨ ਲਈ ਘਰੇ ਬੈਠਣਾ ਪਿਆ। ਸੋ ਇਹ ਜਿਹੜੇ ਸੀਗੇ ਉਹ ਸਰਕਮਸਟੈਂਸਿਸ ਸੀਗੇ। ਉਸ ਤੋਂ ਬਾਅਦ ਇਹ ਸੀ ਕਿ ਬੱਚਿਆਂ ਨੂੰ ਕੈਨੇਡਾ ਚਾਈਲਡ ਬੈਨੀਫਿਟ ਆ ਰਿਹਾ ਸੀਗਾ, ਕਿਉਂਕਿ ਉਹ ਵੀ ਦਿਨੋਂ ਦਿਨ ਦੇਖੋ ਹੁਣ ਇਸ ਵੇਲੇ ਮਹਿੰਗਾਈ ਦੇ ਹਿਸਾਬ ਦੇ ਨਾਲ ਮੇਕ ਸ਼ੋਰ ਕਰਨਾ ਕਿ ਬੱਚੇ ਜਿਹੜੇ ਆ ਉਹਨਾਂ ਦਾ ਵੀ ਜਨ ਜੀਵਨ ਜਿਹੜਾ ਉਹ ਠੀਕ ਰਹੇ। ਉਹਦੇ ਵਿੱਚ ਅਸੀਂ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਸੀਗਾ ਉਹ $300 ਪ੍ਰਤੀ ਮਹੀਨਾ ਜਿਹੜਾ ਸੀਗਾ ਪ੍ਰਤੀ ਚਾਈਲਡ, ਉਹ ਅਸੀਂ ਵਧਾ ਦਿੱਤਾ। ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਉਹ ਬੜੇ ਜ਼ਰੂਰੀ ਹੈ, ਉਹਨਾਂ ਨੂੰ ਅਸੀਂ ਜਿਹੜੀ ਸੀਗੀ GST ਕ੍ਰੈਡਿਟ ਜਿਹੜਾ ਹੈਗਾ ਉਹ ਦਿੱਤੇ। ਸਟੂਡੈਂਟਸ ਦੀ ਗੱਲ ਆ ਗਈ, ਸਟੂਡੈਂਟਸ ਨੂੰ ਜਿਹੜੇ ਉਹਨਾਂ ਦੇ ਲੋਨ ਸੀਗੇ ਉਹਨੂੰ ਅਸੀਂ 6 ਮਹੀਨੇ ਬਿਨਾਂ ਇੰਟਰਸਟ ਤੋਂ ਜਿਹੜਾ ਸੀ ਅੱਗੇ ਜਿਹੜਾ ਸੀ ਉਹ ਕਰ ਦਿੱਤਾ, ਉਹਨੂੰ ਮੁੱਲ ਦੇ ਦਿੱਤੀ। ਸੋ ਜਦੋਂ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਸੀ ਉਹ ਇੰਡੀਵਿਜੂਅਲ ਲੋਕਾਂ ਲਈ ਲੈ ਜਾਂਦੇ ਆ। ਉਸ ਤੋਂ ਬਾਅਦ ਅਸੀਂ ਇਹ ਦੇਖਣਾ ਸੀ ਕਿ ਜਿਹੜੇ ਵਰਕਰਸ ਹੈਗੇ ਆ ਉਹਨਾਂ ਦੀਆਂ ਜੌਬਸ ਅਸੀਂ ਕਿਸ ਤਰੀਕੇ ਨਾਲ ਲੰਮੇ ਸਮੇਂ ਲਈ ਪ੍ਰੋਟੈਕਟ ਕਰ ਸਕਦੇ ਹਾਂ। ਔਰ ਜਦੋਂ ਉਹ ਇਸ ਆਪਾਂ ਸਿਚੁਏਸ਼ਨ ਜੋ ਨਿਕਲਾਂਗੇ COVID-19 ਦੀ, ਤਾਂ ਅਸੀਂ ਜਿਹੜੀ ਇਕਨੋਮੀ ਆ ਉਹ ਇੱਕਦਮ ਅਸੀਂ ਉਹਨੂੰ ਛੇਤੀ ਪਿਕ ਕਰ ਸਕੀਏ। ਤਾਂ ਇਹ ਦੇਖਣਾ ਸੀ ਕਿ ਅਸੀਂ ਬਿਜ਼ਨੈਸਿਸ ਦੀ ਹੈਲਪ ਕੀ ਕਰ ਸਕਦੇ ਹੈਗੇ। ਸੋ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਬਿਜ਼ਨੈਸਿਸ ਜਿਹੜੇ ਆ ਜਿਨ੍ਹਾਂ ਦਾ ਬਿਜ਼ਨਸ 30% ਡਾਊਨ ਆ ਜੇ, ਰਾਈਟ, ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਪਹਿਲਾਂ $10,000 ਅਸੀਂ 10% ਅਸੀਂ ਸੋਚਦੇ ਸੀ ਵੀ ਸਬਸਿਡੀ ਦੇ ਦਾਂਗੇ, ਪਰ ਨਹੀਂ, ਅਸੀਂ ਸੋਚਿਆ ਇਹ ਨਹੀਂ ਗੱਲ ਬਣਨੀ, ਕਿਉਂਕਿ ਇੰਨੇ 'ਚ ਤਾਂ ਉਹ ਜਿਹੜੀ ਆ ਉਹ ਨਹੀਂ ਮਿਲਣੀ ਹੈਗੀ ਜਿਹੜੀ ਇੰਸਪੀਰੇਸ਼ਨ ਜਿਹੜੀ ਬਿਜ਼ਨਸ ਨੂੰ। ਫਿਰ ਅਸੀਂ ਕਿਹਾ ਵੀ ਜੇ ਤੁਹਾਡਾ 15% ਤੁਹਾਡਾ ਵੋਲੀਅਮ ਡਾਊਨ ਆ ਗਿਆ ਤਾਂ ਤੁਹਾਨੂੰ ਅਸੀਂ 75% ਵੇਜ ਸਬਸਿਡੀ ਜਿਹੜੀ ਆ ਉਹ ਦੇਵਾਂਗੇ। ਉਹਦੇ ਨਾਲ ਕੀ ਹੋਊ, ਇੰਪਲੋਈਜ਼ ਜਿਹੜੇ ਆ ਰਿਟੇਨ ਹੋ ਜਾਣਗੇ, ਨਵੇਂ ਇੰਪਲੋਈਜ਼ ਜਿਹੜੇ ਆ ਹਾਇਰ ਕਰ ਲਾਂਗੇ। ਫਿਰ ਅਸੀਂ ਇਹ ਕੀਤਾ ਸੀਗਾ ਕਿ ਵੀ ਪਹਿਲਾਂ ਅਸੀਂ ਕਿਹਾ ਸੀ ਵੀ ਜੇ ਤੁਹਾਡਾ ਪੇਰੋਲ ਪਿਛਲੇ ਸਾਲ 50,000 ਤੋਂ ਲੈ ਕੇ 1 ਮਿਲੀਅਨ ਤੱਕ ਹੈਗਾ ਤਾਂ 40,000 ਦਾ ਲੋਨ ਜਿਹੜਾ ਬੈਂਕ ਦੇਗੀ, ਗੌਰਮੈਂਟ ਉਹਨੂੰ ਗਰੰਟੀ ਕਰੇਗੀ, 2 ਸਾਲ ਦੇ ਵਿੱਚ ਮੋੜ ਦਿੰਦੇ ਹੋ ਤਾਂ 10,000 ਤੁਹਾਨੂੰ ਜਿਹੜਾ ਵਾ ਮਾਫ ਕਰ ਦਿੱਤਾ ਜਾਊ। ਪਰ ਉਹ ਸੋਚਿਆ ਬਹੁਤ ਸਾਰੇ ਲੋਕ ਸੀ ਬਿਜ਼ਨਸ ਦੇ, ਦੇਖੋ ਇਹ ਤਾਂ ਹੈ ਨਹੀਂ ਵੀ ਇੱਕਦਮ ਜੀ ਇਹ ਹੁਣ ਬਸ ਪੱਥਰ ਤੇ ਲਕੀਰ ਆ ਵੀ ਜਿਹੜਾ ਕਹਿਦਾ ਹੁਣ ਅਸੀਂ ਨਹੀਂ ਬਦਲਣਾ। ਪਰ ਦਿਨੋਂ ਦਿਨ ਜਿਸ ਤਰ੍ਹਾਂ ਇਨਪੁਟ ਲਈ ਫਿਰ ਬਹੁਤ ਸਾਰੇ ਜਿਹੜੇ ਸੀ ਬਿਜ਼ਨਸ ਉਹਨਾਂ ਦੀਆਂ ਕਾਲ ਜਾਏ, ਉਹ ਕਹਿੰਦੇ ਜੀ ਸਾਡਾ ਤਾਂ ਇਹ 'ਚ ਵੀ ਤੁਹਾਡੇ ਵੀ ਕਈ ਦਰਸ਼ਕ ਹੋਣਗੇ ਜਿਹੜੇ ਉਸ ਕੈਟਾਗਰੀ 'ਚ ਫਾਲ ਕਰਦੇ ਆ, ਉਹ ਕਹਿੰਦੇ ਸਾਨੂੰ ਤਾਂ ਜੀ ਇੰਨੀ ਤਾਂ ਸਾਡਾ ਪੇਰੋਲ ਨਹੀਂ। ਫਿਰ ਅਸੀਂ ਕੀਤਾ 20,000 ਤੋਂ ਲੈ ਕੇ $1.5 ਮਿਲੀਅਨ ਤਾਈਂ ਪੇਰੋਲ ਨੂੰ $40,000। ਬਿਲਕੁਲ ਜੀ, ਇੱਕ ਕਾਲਰ ਜੁੜ ਚੁੱਕੇ ਨੇ ਆਪਣੇ ਨਾਲ ਤੇ ਮੈਂ ਕਾਲਰਸ ਨੂੰ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਆਪਣਾ ਕੁਐਸਚਨ ਹੈਗਾ ਉਹ ਬਰੀਫ ਦੇ ਵਿੱਚ ਰੱਖਿਓ। ਸੋ ਸਵਾਗਤ ਕਰਦੇ ਹਾਂ ਪਹਿਲੇ ਕਾਲਰ ਦਾ। ਸਵਾਗਤ ਹੈ ਤੁਹਾਡਾ। ਹੈਲੋ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਭੈਣੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ, ਅਸੀਂ ਸੁਣ ਸਕਦੇ ਹਾਂ ਜੀ ਤੁਹਾਨੂੰ। ਹੈਲੋ ਹਾਂ, ਸੁਣ ਰਹੇ ਹਾਂ ਜੀ। ਸੋ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈਗੀ ਹੈ, ਸੋ ਤੁਸੀਂ ਆਪਣਾ ਜਿਹੜਾ ਹੈਗੀ ਕਾਲ ਦੁਬਾਰਾ ਕਰ ਸਕਦੇ ਆ। ਸੋ ਸਕਰੀਨ ਦੇ ਉੱਤੇ ਸਾਡੇ ਨੰਬਰ ਦਿੱਤੇ ਜਾ ਰਹੇ ਨੇ, ਤੁਸੀਂ ਉਹਨਾਂ ਦੇ ਉੱਤੇ ਕਾਲ ਕਰ ਸਕਦੇ ਆ। ਤੇ ਸਾਰਿਆਂ ਨੂੰ ਮੈਂ ਇਹੀ ਗੁਜ਼ਾਰਿਸ਼ ਕਰੂੰਗੀ ਕਿ ਆਪਣੇ ਜਿਹੜੇ ਹੈਗੇ ਆ ਉਹ ਟੌਪਿਕ ਦੇ ਅਨੁਸਾਰ ਹੀ ਤੇ ਜਿਹੜੇ ਹੈਗੇ ਆ ਉਹ ਸਵਾਲ ਪੁੱਛੇ ਜਾਣ, ਤੇ ਤਾਂ ਕਿ ਸਾਰਿਆਂ ਨੂੰ ਆਪਣੇ ਜਿਹੜੇ ਜਵਾਬ ਲੈਣ ਦਾ ਉਹ ਮੌਕਾ ਦਿੱਤਾ ਜਾ ਸਕੇ। ਸੋ ਆਪਣੇ ਨਾਲ ਕਾਲਰ ਨੇ ਇੱਕ ਹੋਰ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮੋਹਿਤ ਹੈ ਤੇ ਮੇਰਾ ਕੁਐਸਚਨ ਇਹ ਹੈ, ਧਾਰੀਵਾਲ ਸਾਹਿਬ ਤੁਸੀਂ ਸਟਾਰਟਿੰਗ ਅਪ੍ਰੈਲ 'ਚ ਫਲਾਈਟ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀਗਾ ਕਿ ਵੀ ਇੰਡੀਆ ਗਵਰਨਮੈਂਟ ਅਲਾਉ ਨਹੀਂ ਕਰਦੀ ਫਲਾਈਟਸ ਨੂੰ ਜੀ ਅੰਮ੍ਰਿਤਸਰ 에ਅਰਪੋਰਟ ਆਉਣ ਲਈ। ਇਹ ਇਨਫੋਰਮੇਸ਼ਨ ਤੁਹਾਡੇ ਕੋਲ ਮਤਲਬ ਗਲੋਬਲ ਅਫੇਅਰਸ ਨੇ ਦਿੱਤੀ ਸੀ ਤੁਹਾਨੂੰ? ਤੁਸੀਂ ਕਿੱਦਾਂ ਕਮਿਊਨਿਟੀ ਨੂੰ ਇਹ ਮੈਸੇਜ ਉਦੋਂ ਪਾਸ ਕੀਤਾ ਸੀ? ਦੇਖੋ ਬੜਾ ਵਧੀਆ ਇਹਨੇ ਕੁਐਸਚਨ ਕੀਤਾ, ਸਗੋਂ ਇਹ ਗੱਲ ਜਿਹੜੀ ਆ ਉਹ ਕਲੀਅਰ ਕਰਦੇ ਨੇ। ਦੇਖੋ ਇਹ ਮੋਸਟ ਜੀ ਦਿਨੋਂ ਦਿਨ ਜਿਹੜੀ ਹੈਗੀ ਆ ਇਹ ਅਸੀਂ ਜਿਹੜਾ ਸੀਗਾ ਜਿਸ ਤਰੀਕੇ ਦੇ ਨਾਲ ਸਿਚੁਏਸ਼ਨ ਡਿਵੈਲਪ ਹੁੰਦੀ ਰਹੀ ਹਿੰਦੁਸਤਾਨ ਦੇ ਵਿੱਚ ਜਾਂ ਸਾਡੀ ਕੈਨੇਡਾ ਦੇ ਵਿੱਚ, ਉਸ ਤਰੀਕੇ ਦੇ ਨਾਲ ਜਿਹੜੀ ਸੀਗੀ ਉਹ ਪਲਾਨ ਵੀ ਚੇਂਜ ਹੁੰਦੀ ਰਹੀ। ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਸੀਗਾ ਕਿ ਅਸੀਂ ਜਿਹੜਾ ਸੀਗਾ ਵੀ ਛੇਤੀ ਤੋਂ ਛੇਤੀ ਜਿਹੜੇ ਨੇ ਅਸੀਂ ਕੈਨੇਡੀਅਨਸ ਆ ਜਿਹੜੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਹੈਗਾ, ਠੀਕ ਹੈ ਨੇ। ਸੋ ਪਹਿਲੀਆਂ ਫਲਾਈਟਸ ਅਸੀਂ ਲਾਈਆਂ ਦਿੱਲੀ ਤੋਂ ਜੀ, ਠੀਕ ਹੈ। ਜਦੋਂ ਦਿੱਲੀ ਤੋਂ ਲਾਈਆਂ ਤਾਂ ਪਰ ਇਹ ਸੀਗਾ ਵੀ ਹਾਈ ਕਮਿਸ਼ਨਰ ਇੱਕ ਐਸੀ ਚਿੱਠੀ ਇਸ਼ੂ ਕਰਦੇ ਸੀ ਜਿਹੜੀ ਚਿੱਠੀ ਤੁਸੀਂ ਹਿੰਦੁਸਤਾਨ 'ਚ ਕਿਤੇ ਵੀ ਟਰੈਵਲ ਕਰੋ ਤਾਂ ਤੁਹਾਨੂੰ ਕੋਈ ਨਹੀਂ ਸੀ ਰੋਕਦਾ। ਅੱਗੇ ਵੀ ਲੋਕ ਦਿੱਲੀ ਆਉਂਦੇ ਕਿਉਂਕਿ ਆਮ ਡਰ ਪਾਇਆ ਜਾ ਰਿਹਾ ਸੀ ਜੀ ਤੁਹਾਨੂੰ ਹਰਿਆਣੇ 'ਚੋਂ ਲੰਘਣਾ ਪਊਗਾ, ਜੀ ਤੁਹਾਨੂੰ ਇਹ ਹੋਊਗਾ। ਬਿਲਕੁਲ ਕੋਈ ਡਰ ਨਹੀਂ ਸੀ। ਜਿਹੜੇ ਲੋਕ ਆਏ ਪਹਿਲੀ ਫਲਾਈਟ 'ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਸਮੂਥਲੀ। ਉਸ ਤੋਂ ਬਾਅਦ ਅਸੀਂ ਕੀ ਸੀ, ਪਹਿਲੇ ਦਿਨ ਤੋਂ ਸਾਡਾ ਇਹੀ ਪ੍ਰੈਸ਼ਰ ਸੀਗਾ ਵੀ ਜੇ ਦਿੱਲੀ ਤੋਂ ਚੱਲਦੀਆਂ ਨੇ ਤੇ ਅੰਮ੍ਰਿਤਸਰ ਤੋਂ ਵੀ ਫਲਾਈਟ ਜਿਹੜੀ ਆ ਉਹ ਚੱਲ ਜਾਣੀ ਚਾਹੀਦੀ ਆ। ਉਹਦੇ ਵਿੱਚ ਸਾਡੇ ਹਾਈ ਕਮਿਸ਼ਨਰ ਨੇ ਜਿਹੜੇ ਸੀਗੇ ਉਹ ਕੋਸ਼ਿਸ਼ ਕੀਤੀ ਹਿੰਦੁਸਤਾਨ ਸਰਕਾਰ ਨਾਲ ਮਿਲ ਕੇ, ਉਹਨਾਂ ਨੇ ਜਿਹੜਾ ਸੀ 에ਅਰ ਇੰਡੀਆ ਨੂੰ ਚਲਾਉਣ ਵਾਸਤੇ ਅੰਮ੍ਰਿਤਸਰ ਤੋਂ ਪਰਮਿਸ਼ਨ ਦੇ ਦਿੱਤੀ, ਠੀਕ ਹੈ ਨੇ।
ਪਰ 에ਅਰ ਇੰਡੀਆ ਨੇ ਸਾਡੀ, ਕਿਉਂਕਿ 에ਅਰ ਇੰਡੀਆ ਦੇ ਨਾਲ ਇਹ ਡੀਲ ਸੀ, 에ਅਰ ਇੰਡੀਆ ਕਹਿੰਦਾ ਸੀ ਵੀ ਅਸੀਂ ਸਿੱਧੇ ਕੈਨੇਡਾ ਨਹੀਂ ਆ ਸਕਦੇ, ਅਸੀਂ ਸਿਰਫ ਤੇ ਸਿਰਫ ਯੂਰਪ ਤਾਈਂ ਲੈ ਕੇ ਜਾ ਸਕਦੇ ਹਾਂ। ਫਿਰ ਕੀ ਕੀਤਾ, ਅੰਮ੍ਰਿਤਸਰ, ਦਿੱਲੀ, ਬੰਗਲੌਰ, ਬੰਬੇ, ਪਹਿਲਾਂ ਇਹ ਵੀ ਹੋਇਆ ਸੀ ਇਕੱਲੀਆਂ ਦਿੱਲੀ ਤੇ ਬੰਬੇ ਤੋਂ ਹੀ ਚੱਲਣੀਆਂ ਸੀ, ਫਿਰ ਬਾਅਦ ਚ ਬੰਗਲੌਰ ਵੀ ਜਿਹੜੀ ਸੀਗੀ ਉਹ ਵੀ ਇੰਟਰੋਡਿਊਸ ਕਰ ਦਿੱਤਾ। ਫਿਰ ਇਹ 4 ਸ਼ਹਿਰਾਂ ਤੋਂ ਲੰਡਨ ਲੈ ਕੇ ਆਏ, ਲੰਡਨ ਤੋਂ 에ਅਰ ਕੈਨੇਡਾ ਜਿਹੜਾ ਸੀ ਉਹ ਕੈਨੇਡਾ ਲੈ ਕੇ ਆਇਆ, ਠੀਕ ਹੈ ਨੇ। ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਸੈਕੰਡ ਫੇਜ਼ ਜਿਹੜੀ ਸੀ, ਪਹਿਲੀ ਫੇਜ਼ ਦੇ ਵਿੱਚ ਅਸੀਂ 9 ਫਲਾਈਟਸ ਜਿਹੜੀਆਂ ਸੀਗੀਆਂ ਉਹ ਇੰਟਰੋਡਿਊਸ ਕੀਤੀਆਂ। 50% ਤੋਂ ਜ਼ਿਆਦਾ ਫਲਾਈਟਸ ਜਿਹੜੀਆਂ ਸੀ ਉਹ ਚੋਂ ਅੰਮ੍ਰਿਤਸਰ ਤੋਂ ਜਿਹੜੀਆਂ ਸੀ ਉਹ ਚੱਲੀਆਂ, ਠੀਕ ਹੈ ਨੇ। ਉਸ ਤੋਂ ਬਾਅਦ ਆਇਆ ਸਾਡਾ ਸੈਕੰਡ ਫੇਜ਼। ਸੈਕੰਡ ਫੇਜ਼ ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਕਤਰ 에ਅਰਵੇਜ਼ ਦੇ ਨਾਲ ਜਿਹੜਾ ਸੀ ਉਹ ਕੰਟਰੈਕਟ ਕਰ ਲਿਆ, ਠੀਕ ਹੈ ਨੇ। ਕਤਰ 에ਅਰਵੇਜ਼ ਸਾਨੂੰ ਕਹਿੰਦੇ ਵੀ ਸਾਡੇ ਕੋਲ ਜਿਹੜੀ ਆ ਗਰਾਊਂਡ ਹੈਂਡਲਿੰਗ ਜਿਹੜੀ ਆ ਉਹ ਵੈਨਕੂਵਰ ਤੇ ਟੋਰਾਂਟੋ ਨਹੀਂ ਹੈਗੀ, ਤੇ ਮੌਂਟਰੀਅਲ ਉਹਨਾਂ ਦਾ ਆਲਰੇਡੀ ਕੰਟਰੈਕਟ ਸੀਗਾ। ਉਹਨਾਂ ਨੇ ਕਿਹਾ ਵੀ ਅਸੀਂ ਅੰਮ੍ਰਿਤਸਰ ਤੋਂ ਦੋਹਾ ਤੋਂ ਮੌਂਟਰੀਅਲ ਲੈ ਕੇ ਜਾਵਾਂਗੇ, ਮੌਂਟਰੀਅਲ ਤੋਂ ਅੱਗੇ ਤੁਸੀਂ ਕਰ ਲਓ, ਠੀਕ ਹੈ ਨਹੀਂ। ਪਰ ਅਸੀਂ ਉਹਨਾਂ ਨੂੰ ਕਿਹਾ, ਫਿਰ ਮਜਬੂਰ ਕੀਤਾ ਵੀ ਤੁਸੀਂ ਉਹ ਕਰੋ ਬਈ ਸਾਨੂੰ ਜਿਹੜੀਆਂ ਫਲਾਈਟਸ ਆ ਉਹ ਅੰਮ੍ਰਿਤਸਰ ਤੋਂ ਦੋਹਾ ਤੋਂ ਸਟਾਪ ਕਰਕੇ ਵੈਨਕੂਵਰ ਤੇ ਟੋਰਾਂਟੋ ਦੇ ਦਿਓ। ਇਵੈਂਚੁਅਲੀ ਜਿਹੜਾ ਤੀਜਾ ਫੇਜ਼ ਆਫ ਫਲਾਈਟ ਸੀਗਾ 8 ਫਲਾਈਟਸ ਦਾ, ਉਹ ਮੰਨ ਗਏ, ਪਰ ਉਹਦੇ ਲਈ ਉਹ ਕਹਿੰਦੇ ਵੀ ਤੁਹਾਨੂੰ ਸਾਡੇ ਲਈ ਅਰੇਂਜ ਕਰਨਾ ਪੈਣਾ ਵਾ ਗਰਾਊਂਡ ਜਿਹੜਾ ਕਰੂਜ਼ ਤੇ ਐਵਰੀਥਿੰਗ। ਉਹਦੇ ਵਿੱਚ ਕੀ ਹੈ ਕਿ ਉਹਦੇ ਲਈ ਸਮਾਂ ਤਾਂ ਨੈਚੁਰਲੀ ਲੱਗਣਾ, ਜਦੋਂ 에ਅਰਲਾਈਨ ਪਹਿਲਾਂ ਆਉਂਦੀ ਨਹੀਂ ਗਈ। ਉਹਦੇ ਵਿੱਚ ਜਿਹੜੇ ਮਿਨਿਸਟਰ ਗਾਰਨੋ ਸੀਗੇ ਟਰਾਂਸਪੋਰਟ ਮੰਤਰੀ, ਉਹ ਇੰਟਰਵੀਨ ਕੀਤਾ, ਤਾਂ ਉਹਨਾਂ ਨੇ ਸਾਨੂੰ ਜਿਹੜੀ ਹੁਣ ਪਰਮਿਸ਼ਨ ਆ ਜਾਂ ਜਿਹੜੇ ਸਾਡੇ ਇੰਤਜ਼ਾਮ ਕਰਨਾ ਸੀਗਾ ਗਰਾਊਂਡ ਦੇ ਉੱਤੇ, ਗਰਾਊਂਡ ਉਹ ਇੱਥੇ ਜਿਹੜਾ ਸੀਗਾ ਉਹ ਕਰ ਦਿੱਤਾ। ਹੁਣ ਇਹ ਫਲਾਈਟਸ ਜਿਹੜੀਆਂ ਨੇ ਇੱਥੋਂ ਆਉਂਦੀਆਂ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਚੇਂਜ ਹੋਈਆਂ। ਦੇਖੋ ਪਹਿਲੀ ਫਲਾਈਟ ਦੇ ਵਿੱਚ ਅਸੀਂ ਜਿਹੜੇ ਸੀਗੇ 300 ਬੰਦੇ ਜਿਹੜੇ ਸੀ, ਦੂਜੀ ਫਲਾਈਟ ਜਿਹੜੀ ਉੱਡੀ ਆ ਉਹ 300 ਅਸੀਂ ਯਾਤਰੀ ਲੈ ਕੇ ਆਏ, ਠੀਕ ਹੈ ਨੇ। ਜਦੋਂ ਤੀਜੀ ਫਲਾਈਟ ਆਉਣ ਲੱਗੇ ਉਦੋਂ ਹਿੰਦੁਸਤਾਨ ਸਰਕਾਰ ਨੇ ਕਿਹਾ ਵੀ ਨਹੀਂ, ਇਹ ਐਵੀਏਸ਼ਨ ਵੀ ਅਸੀਂ ਜਿਹੜਾ ਹੈਗਾ ਅਸੀਂ ਉਹ ਫਿਜ਼ੀਕਲ ਡਿਸਟੈਂਸ ਰੱਖਣਾ, ਇੱਕ ਸੀਟ ਖਾਲੀ ਰੱਖਣੀ, ਅਸੀਂ ਸਿਰਫ 208 ਪੈਸੇਂਜਰ ਲੈ ਕੇ ਜਾ ਸਕਦੇ ਹਾਂ। ਫਿਰ ਓਵਰ ਬੁਕਿੰਗ ਹੋ ਗਈ, ਫਿਰ ਸਾਨੂੰ ਹੋਰ ਜਿਹੜੇ 300 ਕੀਤੇ ਸੀ ਉਹਨਾਂ ਨੂੰ ਸਾਨੂੰ ਅੱਗੇ ਕਰਨਾ ਪਿਆ, ਠੀਕ ਹੈ ਨੇ। ਪਹਿਲਾਂ ਇਹ ਸੀਗਾ ਵੀ ਫਿਰ ਇੱਕ ਇਹ ਸੀਗਾ ਵੀ 96 ਆਵਰਸ ਪਹਿਲਾਂ ਚਾਹੀਦਾ ਸਾਨੂੰ, ਤੁਸੀਂ ਲਿਸਟ ਦਿਓ ਸਾਰੇ ਯਾਤਰੀਆਂ ਦੀ 96 ਆਵਰ ਪਹਿਲਾਂ। ਸੋ ਉਹ ਵੀ ਹੁਣ ਜੇ ਕਹੀਏ ਵੀ ਉਹ ਪਹਿਲਾਂ ਤੁਸੀਂ ਕਿਹਾ ਸੀ ਜੀ 96, ਹੁਣ 48 ਕਿਉਂ ਹੋ ਗਏ? ਹੁਣ ਕੀ ਕੀਤਾ ਕਿ ਹੁਣ ਫਿਰ ਅਸੀਂ ਜਿਹੜੀ ਸੀ ਰਿਕੁਐਸਟ ਕੀਤੀ ਹਿੰਦੁਸਤਾਨ ਸਰਕਾਰ ਨੂੰ ਵੀ ਤੁਸੀਂ ਇਹਨੂੰ ਘਟਾਓ। ਫਿਰ ਉਹਨਾਂ ਨੇ ਸਾਨੂੰ ਘਟਾ ਕੇ ਇਹ 48 ਆਵਰਸ ਕਰ ਦਿੱਤੀ। ਇਹ ਤੋਂ ਪਹਿਲਾਂ ਸੀਗਾ ਵੀ ਕੁਆਰੰਟਾਈਨ ਪੀਰੀਅਡ ਕਰਨਾ ਪੈਣਾ 2 ਵੀਕ ਦਾ ਸ਼ੁਰੂ ਚ, ਠੀਕ ਹੈ ਜੀ। ਉਹ 5 ਆਈਜ਼ ਨੇ ਰਲ ਕੇ ਜੇ ਕਹਿਣ ਜੀ ਤੁਸੀਂ ਤਾਂ ਉਦੋਂ ਤਾਂ ਕਹਿੰਦੇ ਸੀ ਜੀ ਕੁਆਰੰਟਾਈਨ ਪੀਰੀਅਡ ਕਰਨਾ ਪੈਣਾ 2 ਵੀਕ ਦਾ, ਹੁਣ ਕਿਉਂ ਹਟ ਗਿਆ? ਠੀਕ ਹੈ ਨਾ ਜੀ। ਹੁਣ ਕਿਉਂ ਹਟ ਗਿਆ? ਕਿਉਂਕਿ ਜਿਹੜੀਆਂ 5 ਆਈ ਸੀਗੀਆਂ ਕੈਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਇੰਗਲੈਂਡ, ਉਹਨਾਂ ਨੇ ਰਿਕੁਐਸਟ ਕੀਤੀ ਹਿੰਦੁਸਤਾਨ ਸਰਕਾਰ ਨੂੰ ਵੀ ਜਿਹੜੇ ਕਰੂਜ਼ ਹੈਗੇ ਨੇ, ਜਿਹੜੇ 에ਅਰ ਕਰੂਜ਼ ਹੈਗੇ ਵੀ ਉਹਨਾਂ ਨੂੰ ਤੁਸੀਂ ਇਹ ਜ਼ਰੂਰੀ ਨਹੀਂ, ਉਹ ਮੰਨ ਗਏ ਇਸ ਗੱਲ ਨੂੰ। ਸੋ ਸਮੇਂ ਮੁਤਾਬਕ ਸਾਡੀ ਜਿਉਂ ਡਾਇਲੌਗ ਹਿੰਦੁਸਤਾਨ ਸਰਕਾਰ ਦੇ ਨਾਲ ਹੁੰਦਾ ਰਿਹਾ, ਉਸ ਤਰ੍ਹਾਂ ਹੀ ਸਾਨੂੰ ਜਿਹੜੀਆਂ ਚੇਂਜਸ ਵੀ ਅਡਾਪਟ ਕਰਨੀਆਂ ਪਈਆਂ। ਔਰ ਇਹ ਗੱਲ ਚੰਗੀ ਇਹ ਹੈਗੀ ਆ ਕਿ ਸਾਡੀ ਹਿੰਦੁਸਤਾਨ ਸਰਕਾਰ ਨੇ ਮਦਦ ਕੀਤੀ, ਜਿਸ ਤਰੀਕੇ ਨਾਲ ਵੀ ਅਸੀਂ ਉਹਨਾਂ ਨੂੰ ਚਾਹਿਆ ਉਹਨਾਂ ਨੇ ਇਸ ਦੇ ਵਿੱਚ ਸਾਡੀ ਪੂਰੀ। ਔਰ ਇੱਥੇ ਵੀ ਮੈਂ ਹਾਈ ਕਮਿਸ਼ਨਰ ਜਿਹੜੇ ਨਵੇਂ ਆਏ ਨੇ ਹੁਣ ਇਸ ਵੇਲੇ ਇੰਡੀਆ ਦੇ ਆਟਵਾ ਦੇ ਵਿੱਚ, ਮੈਂ ਉਹਨਾਂ ਨਾਲ ਵੀ ਗੱਲ ਕੀਤੀ। ਮੈਂ ਉਹਨਾਂ ਨਾਲ ਗੱਲ ਕੀਤੀ ਵੀ ਡਾਇਰੈਕਟ ਫਲਾਈਟਸ ਜੇ 에ਅਰ ਇੰਡੀਆ ਦੀਆਂ ਚਲਾ ਦਿਓ ਜੀ ਵੈਨਕੂਵਰ ਨੂੰ, ਠੀਕ ਹੈ ਜੀ। ਉਹ ਕਹਿੰਦੇ ਵੀ ਅਸੀਂ ਸੁੱਖ, ਤੁਸੀਂ ਸਾਨੂੰ ਦੱਸੋ। ਵੈਸੇ ਹੋਰ ਵੀ ਕਹਿੰਦੇ ਸੀ ਵੀ ਤੁਹਾਨੂੰ ਕਿਸੇ ਕਿਸਮ ਦੀ ਹੈਲਪ ਚਾਹੀਦੀ ਆ ਤੁਸੀਂ ਦੱਸੋ, ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ। ਪਰ ਉਹ ਇਵੈਂਚੁਅਲੀ ਜਦੋਂ ਉਹਨਾਂ ਨੇ 에ਅਰ ਇੰਡੀਆ ਨਾਲ ਗੱਲ ਕੀਤੀ, ਉਹ 에ਅਰ ਇੰਡੀਆ ਕਹਿੰਦੇ ਵੀ ਅਸੀਂ ਸਿਰਫ ਤੇ ਸਿਰਫ ਯੂਰਪ ਤਾਈਂ ਲੈ ਕੇ ਜਾ ਸਕਦੇ ਹਾਂ, ਅਸੀਂ ਇਦੋਂ ਪਰੇ ਨਹੀਂ ਲੈ ਕੇ ਜਾਣਾ। ਪਰ ਗੁੱਡ ਥਿੰਗ ਇਹ ਹੈਗੀ ਸੀ ਕਿ ਇਸ ਦੇ ਵਿੱਚ ਜਿਹੜਾ ਇੰਡੀਆ ਸਰਕਾਰ ਦੇ ਔਰ ਸਾਡੇ ਜਿਹੜੇ ਸੀ ਉਹ ਵਧੀਆ ਰਿਲੇਸ਼ਨ ਸੀ ਇੱਕ ਦੂਜੇ ਦੀ ਮਦਦ। ਕਿਉਂਕਿ ਅਸੀਂ ਇਹ ਕਹਿੰਦੇ ਸੀਗੇ ਵੀ ਇੰਡੀਆ ਦਾ ਡਾਇਸਪੋਰਾ ਸਾਡੇ ਕੈਨੇਡੀਅਨ ਸਿਟੀਜ਼ਨ ਅਸੀਂ ਉਹਨਾਂ ਨੂੰ ਲਈਏ, ਪਰ ਹਿੰਦੁਸਤਾਨ ਦੀ ਸਰਕਾਰ ਸੀ ਜਿਹੜੀ ਉਹ ਵੀ ਕਹਿੰਦੀ ਸੀ ਵੀ ਅਸੀਂ ਕਰੀਏ। ਪਰ ਜਿਹੜੀ ਖੁਸ਼ਖਬਰੀ ਦੀ ਗੱਲ ਇਹ ਹੈਗੀ ਕਿ ਅੱਜ ਸਵੇਰ ਦੀਆਂ ਜਦੋਂ ਮੈਨੂੰ ਕਾਲਸ ਆ ਰਹੀਆਂ ਜੀ, ਸੋ ਅੱਜ ਵਾਲੀ ਫਲਾਈਟ ਦੀ ਗੱਲ ਆਪਾਂ ਫੇਰ ਕਰਦੇ ਹਾਂ। ਪਹਿਲਾਂ ਇੱਕ ਕਾਲਰ ਨਹੀਂ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸੋ ਕਾਲ ਦੇ ਵਿੱਚ ਫੇਰ ਕੋਈ ਪ੍ਰੋਬਲਮ ਹੈਗੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਆ। ਸੋ ਅੱਜ ਤੁਸੀਂ ਗੱਲ ਕੀਤੀ ਹੈਗੀ ਕਿ ਅੱਜ ਫੇਰ ਜਿਹੜੀ ਇੱਕ ਹੋਰ ਫਲਾਈਟ ਆਈ ਹੈਗੀ ਆ, ਸੋ ਅੱਜ ਵਾਲੀ ਫਲਾਈਟ ਦੀ ਕੀ ਸਿਚੁਏਸ਼ਨ ਹੈਗੀ? ਦੇਖੋ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ, ਪਹਿਲੀਆਂ ਜਿਹੜੀਆਂ 9 ਕਿਉਂਕਿ ਅੱਜ ਤੱਕ ਅਸੀਂ ਜਿਹੜੀਆਂ ਲਾਂਚ ਕਰ ਚੁੱਕੇ ਹਾਂ ਉਹ 24 ਫਲਾਈਟਸ ਜਿਹੜੀਆਂ ਨੇ ਉਹ ਅਸੀਂ ਲਾਂਚ ਕਰ ਚੁੱਕੇ ਹਾਂ। ਪਹਿਲਾਂ ਸੀਗਾ ਵੀ 9 ਫਲਾਈਟਸ ਜਿਹੜੀਆਂ ਅਸੀਂ ਕੀਤੀਆਂ ਫਸਟ ਫੇਜ਼ ਦੇ ਵਿੱਚ। ਉਸ ਤੋਂ ਬਾਅਦ ਇੱਕ ਸਰਵੇ ਕਰਾਇਆ ਗਿਆ, ਜਿਹੜੇ ਉਹ ਜਦੋਂ ਸਰਵੇ ਕਰਾਇਆ ਉਹਦੇ ਵਿੱਚ ਗੂਗਲ ਫਾਰਮ ਦੁਆਰਾ ਭਰਿਆ ਜਦੋਂ, ਤੇ ਉਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਕੀਤਾ। ਪਹਿਲਾਂ ਜਦੋਂ ਉਹਦੇ ਵਿੱਚ ਅਸੀਂ ਪੁੱਛਿਆ ਕਿਸੇ ਨੂੰ ਵੀ ਤੁਸੀਂ ਇੱਕ ਤਾਂ ਦੱਸੋ ਜੀ ਵੀ ਆ ਸਾਡੀ $2900 ਦੇ ਕਰੀਬ ਕਾਸਟ ਆ, ਤੁਸੀਂ ਵਿਲਿੰਗ ਹੈਗੇ ਹੋ ਇਸ ਦੇ ਵਿੱਚ ਟਰੈਵਲ ਕਰਨ ਨੂੰ? ਫਿਰ ਉਹਨਾਂ ਤੋਂ ਲੋਕੇਸ਼ਨ ਪੁੱਛੀ ਗਈ ਵੀ ਤੁਸੀਂ ਵੈਨਕੂਵਰ, ਮੌਂਟਰੀਅਲ, ਕੈਲਗਰੀ,
ਟੋਰਾਂਟੋ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੈਗੇ ਹੋ, ਠੀਕ ਹੈ ਨਹੀਂ। ਫਿਰ ਉਹਨਾਂ ਤੋਂ ਪੋਸਟਲ ਕੋਡ ਪੁੱਛਿਆ ਪਿਆ ਤਾਂ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਮੈਪ ਆਊਟ ਕਰ ਸਕੀਏ ਵੀ ਉਹ ਕਿੱਥੇ ਕਿੱਥੇ ਲੋਕ ਜਿਹੜੇ ਨੇ ਉਹ ਬੈਠੇ ਹੈਗੇ। ਫਿਰ ਉਹਨਾਂ ਤੋਂ ਪੁੱਛਿਆ ਗਿਆ ਵਲਨਰੇਬਿਲਟੀ ਕੁਐਸਚਨ ਵੀ ਕੀ ਤੁਹਾਨੂੰ, ਕਿਉਂਕਿ ਪਹਿਲਿਆਂ ਦੇ ਵਿੱਚ ਇਹ ਮੁਸ਼ਕਲ ਹੋ ਗਿਆ ਸਾਨੂੰ ਕਿ ਜੇ ਕੋਈ ਬਿਮਾਰ ਸੀਗਾ, ਕਿਸੇ ਨੂੰ ਕੈਂਸਰ ਦੀ ਇਸ਼ੂ ਸੀ, ਕਿਸੇ ਨੂੰ ਡਾਇਬਟੀਜ਼ ਸੀਗੀਆਂ, ਕਿਸੇ ਨੂੰ ਹਾਰਟ ਇਸ਼ੂ ਸੀ, ਉਹ ਸਾਨੂੰ ਜਾਂ ਬੱਚਿਆਂ ਨਾਲ ਸੀ, ਉਹ ਸਾਨੂੰ ਔਖਾ ਸੀਗਾ। ਉਹਦੇ ਵਿੱਚ ਉਹ ਕੁਐਸਚਨ ਜਿਹੜੇ ਸੀ ਉਹ ਪੁੱਛੇ ਗਏ। ਉਹਦੇ ਨਾਲ ਕੀ ਹੋਇਆ, ਇੱਕ ਬਹੁਤ ਵਧੀਆ ਡੇਟਾਬੇਸ ਜਿਹੜਾ ਸੀ ਉਹ ਤਿਆਰ ਹੋ ਗਿਆ। ਬਿਲਕੁਲ, ਇੱਕ ਕਾਲਰ ਨਹੀਂ ਆਪਣੇ ਨਾਲ। ਫਿਰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਹੈਲੋ, ਸੁਣ ਨਹੀਂ ਰਿਹਾ। ਬਿਲਕੁਲ, ਤੇ ਤੁਸੀਂ ਇੱਕ ਵਾਰ ਫਿਰ ਤੋਂ ਸਾਨੂੰ ਟਰਾਈ ਕਰ ਸਕਦੇ ਆ। ਅੱਜ ਕੋਈ ਪ੍ਰੋਬਲਮ ਕਰਕੇ ਮੈਨੂੰ ਲੱਗਦਾ ਫੋਨ ਲਾਈਨਸ ਦੇ ਵਿੱਚ ਥੋੜੀ ਜੀ ਟੈਕਨੀਕਲ ਪ੍ਰੋਬਲਮ ਆ ਗਈ ਹੋਣੀ ਹੈ। ਸੋ ਡੇਟੇ ਦੀ ਤੁਸੀਂ ਗੱਲ ਕੀਤੀ ਸੀ ਕਿ ਡੇਟਾ ਜਿਹੜਾ ਪ੍ਰੋਵਾਈਡ ਕੀਤਾ ਗਿਆ ਕਿ ਕੌਣ-ਕੌਣ ਆ ਰਿਹਾ, ਕਿਉਂਕਿ ਪਹਿਲੇ ਫੇਜ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ਼ੂ ਸੀ, ਉਹਨਾਂ ਨੂੰ ਦੁਬਾਰਾ ਵੀ ਰਜਿਸਟਰ ਕਰਨਾ ਪਿਆ ਆਪਣੇ ਆਪ ਨੂੰ। ਪਹਿਲਾਂ ਜਿਨ੍ਹਾਂ ਨੇ ਰਜਿਸਟਰ ਕੀਤਾ ਸੀ ਉਹ ਕਹਿੰਦੇ ਸਾਨੂੰ ਦੁਬਾਰਾ ਰਜਿਸਟਰ ਕਰਨਾ ਪਿਆ। ਸੋ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਕਾਲਰ ਫੇਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਦੇਖੋ ਸੋ ਇੱਕ ਡੇਟਾਬੇਸ, ਦੇਖੋ ਹਾਈ ਕਮਿਸ਼ਨਰ ਜਿਹੜਾ ਸੀਗਾ ਉਹ ਇਸ ਬਿਜ਼ਨਸ ਨਹੀਂ ਸੀਗਾ ਵੀ ਅੱਜ ਤੱਕ ਕਿਉਂਕਿ ਸਾਰਿਆਂ ਨਾਲੋਂ ਜੇ ਵੱਡਾ ਆਪਰੇਸ਼ਨ ਹੋਇਆ ਜਿੱਥੋਂ ਆਪਾਂ ਨੂੰ ਕੈਨੇਡੀਅਨਸ ਨੂੰ ਅੱਜ ਦੇ ਸਮੇਂ 'ਚ ਇਵੈਕੂਏਟ ਕਰਨਾ ਸੀ ਤਾਂ ਉਹ ਹਿੰਦੁਸਤਾਨ ਤੋਂ ਸੀ। ਕਿਉਂਕਿ ਦੇਖੋ 27,000 ਜਿਹੜਾ ਸੀਗਾ ਪਹਿਲਾਂ ਰੋਕਾ ਦੇ ਵਿੱਚ ਕਿਸੇ ਲੋਕਾਂ ਨੇ ਕਹਿ ਦਿੱਤਾ, ਉਹਦੇ ਵਿੱਚ ਸਾਨੂੰ ਜਿਹੜਾ ਸੀ ਉਹ ਜਿਹੜਾ ਸੀਗਾ ਟ੍ਰਿਆਜ ਕਰਨਾ ਔਖਾ ਹੋ ਗਿਆ। ਉਹਦੇ ਵਿੱਚ ਕੀ ਸੀ, ਜਦੋਂ ਸੈਕੰਡ ਫੇਜ਼ ਹੋਇਆ ਉਹ 'ਚ ਫਿਰ ਦੇਖਿਆ ਵੀ ਕਿੰਨੇ ਲੋਕ ਹੋਰ ਨੇ ਜਿਹੜੇ ਜਾਣਾ ਚਾਹੁੰਦੇ ਆ, ਜਿਨ੍ਹਾਂ ਨੇ ਇਹ ਕਿਹਾ ਵੀ ਹਾਂ ਅਸੀਂ ਇੰਨੇ ਟਿਕਟ। ਉਹਦੇ ਵਿੱਚ ਕੀ ਹੋਇਆ, ਤਕਰੀਬਨ 3800 ਤੋਂ 4000 ਦੇ ਕਰੀਬ ਲੋਕ ਸੀ ਸਿਰਫ। ਰਜਿਸਟਰ 27000 ਹੋਇਆ, ਪਰ ਐਕਸਪ੍ਰੈਸ ਇੰਟਰਸਟ ਕਿੰਨੇ ਨੇ ਕੀਤਾ 3800 ਤੋਂ ਲੈ ਕੇ 4000। ਫਿਰ ਅਸੀਂ ਉਹਨੂੰ ਡਿਵਾਈਡ ਕੀਤਾ ਵੀ 250 ਪਰ ਜਿਹੜਾ ਵਾ ਜਹਾਜ਼ ਦੇ ਵਿੱਚ ਜੇ ਪੈਸੰਜਰ ਹੋਊਗਾ ਤਾਂ ਕਿੰਨੇ ਜਹਾਜ਼ ਚਾਹੀਦੇ। ਉਹਨੂੰ ਜਹਾਜ਼ ਚਾਹੀਦੇ ਸੀਗੇ ਤਕਰੀਬਨ 14-15 ਜਹਾਜ਼ ਚਾਹੀਦੇ ਸੀਗੇ। ਇੱਕ ਕਾਲਰ ਨੇ ਜੀ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਮੇਰੀ ਆਵਾਜ਼ ਆ ਰਹੀ ਹੈ? ਜੀ ਹਾਂਜੀ ਆ ਰਹੀ ਹੈ ਜੀ। ਹਾਂਜੀ ਸਰ, ਮੈਂ ਐਮਪੀ ਸਾਹਿਬ ਨੂੰ ਐਪਰੀਸ਼ੀਏਟ ਕਰੂੰਗਾ ਜੀ ਇਹ ਜਿਸ ਤਰੀਕੇ ਨਾਲ ਇੱਥੇ ਆਏ। ਪਹਿਲਾਂ ਵੀ ਮੈਂ ਦੇਖਿਆ ਸੀ ਜਦੋਂ ਸਾਡੇ ਸ਼ੋਅ ਤੇ ਆਏ ਸੀ ਜੀ, ਸਾਨੂੰ ਬੜੀਆਂ ਚੀਜ਼ਾਂ ਕਲੀਅਰ ਹੋਈਆਂ ਸੀ ਉਦੋਂ ਵੀ। ਹੁਣ ਵੀ ਅੱਜ ਬੜੀਆਂ ਚੀਜ਼ਾਂ ਸਾਨੂੰ ਸਮਝ ਆ ਰਹੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਸੀ। ਤੇ ਜਿਸ ਤਰੀਕੇ ਨਾਲ ਇਹ ਇੰਨੀ ਸੇਵਾ ਕਰੀ ਕਰਦੇ ਨੇ, ਜਿਵੇਂ ਸਾਨੂੰ ਹਰ ਟਾਈਮ ਤੇ ਮਾਰੇ ਟਾਈਮ ਸਾਡੇ ਨਾਲ ਖੜੇ ਨੇ, ਇਹਨਾਂ ਨੂੰ ਬਹੁਤ ਬਹੁਤ ਐਪਰੀਸ਼ੀਏਸ਼ਨ ਜੀ। ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਜੀ? ਇੱਕ ਸਵਾਲ ਇਹ ਪੁੱਛੂੰਗਾ ਜੀ। ਜਿਹੜੇ ਸਾਡੇ ਬੱਚੇ ਉੱਤੇ ਵਰਕ ਪਰਮਿਟ ਵਾਲੇ ਜਾਂ ਸਟੂਡੈਂਟ ਨੇ, ਕਿ ਉਹਨਾਂ ਵਾਸਤੇ ਵੀ ਕੁਝ ਕੀਤਾ ਜਾ ਰਿਹਾ ਸਰਕਾਰ ਵੱਲੋਂ? ਮੈਂ ਸਿੰਪਲ ਮੇਰਾ ਸਵਾਲ ਹੈ, ਕਿਸੇ ਚੀਜ਼ ਤੇ ਕੋਈ ਮੈਂ ਪੁਆਇੰਟ ਆਊਟ ਨਹੀਂ ਕਰ ਰਿਹਾ ਜੀ। ਕਿ ਜੋ ਸ਼ੁਰੂ ਸਰਕਾਰ ਕਰ ਰਹੀ ਹੈ ਅਸੀਂ ਉਹਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸਾਨੂੰ ਸਮਝ ਆ ਰਿਹਾ ਕਿ ਜਿਸ ਤਰੀਕੇ ਨਾਲ ਲਿਬਰਲ ਗਵਰਨਮੈਂਟ ਸ਼ੁਰੂ ਸਰਕਾਰ ਸਾਡੇ ਬੱਚੇ ਤੇ ਐਸੀ ਸੇਵਾ ਕਰਦੇ ਨੇ, ਉਹਦਾ ਕੋਈ ਜਵਾਬ ਹੀ ਨਹੀਂ ਹੈ। ਜੀ ਬਿਲਕੁਲ, ਆਪਾਂ ਕੁਐਸਚਨ ਪੁੱਛ ਲੈਣੇ। ਥੈਂਕ ਯੂ ਫॉर द ਕੁਐਸਚਨ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਗੱਲ ਕੀਤੀ ਹੈ ਵੀ ਅਸੀਂ ਜਿਹੜੇ ਨੇ ਵਰਕ ਪਰਮਿਟ ਤੇ ਸਟੂਡੈਂਟਸ ਲਈ ਕੀ ਕਰ ਰਹੇ ਹਾਂ। ਦੇਖੋ ਅਸੀਂ ਕਿਸੇ ਨੂੰ ਇਸ ਵੇਲੇ ਇਹ ਨਹੀਂ ਸੀ ਰੱਖਿਆ, ਚਾਹੇ ਉਹ ਸਿਟੀਜ਼ਨ ਸੀ, ਚਾਹੇ ਉਹ PR ਸੀ ਜਾਂ ਪਰਮਾਨੈਂਟ ਰੈਜ਼ੀਡੈਂਟ, ਚਾਹੇ ਉਹ ਵਰਕ ਪਰਮਿਟ, ਚਾਹੇ ਸਟੂਡੈਂਟ, ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ $5000 ਦਾ ਕੰਮ ਕੀਤਾ ਸੀ, ਸਾਰਿਆਂ ਨੂੰ ਹੀ ਜਿਹੜਾ ਇਹ ਬੈਨੀਫਿਟ ਜਿਹੜਾ ਸੀਗਾ, ਚਾਹੇ ਉਹ ਇੰਡੀਆ ਦੇ ਵਿੱਚ ਨੇ, ਚਾਹੇ ਉਹ ਕਿਸੇ ਵੀ ਕੰਟਰੀ ਉਹ ਇਸ ਵੇਲੇ ਕਿਤੇ ਕੋਵਿਡ ਕਰਕੇ ਕਿਤੇ ਵੀ ਸਟਕ ਬੈਠੇ ਨੇ, ਠੀਕ ਹੈ ਨਾ। ਉਹਦੇ ਵਿੱਚ ਕੋਵਿਡ ਕਰਕੇ ਉਹਨਾਂ ਦੀ ਜੌਬ ਜਿਹੜੀ ਆ ਉਹ ਜਾਂਦੀ ਰਹੀ। ਉਹਨਾਂ ਨੂੰ ਅਸੀਂ ਸਾਰਿਆਂ ਨੂੰ ਜਿਹੜਾ ਉਹ $2000 ਜਿਹੜਾ ਦੇ ਦਿੱਤਾ। ਕਈ ਨੇ ਕੁਐਸਚਨ ਵੀ ਰੇਜ਼ ਕੀਤੇ, ਨਹੀਂ ਜੀ ਸਟੂਡੈਂਟਸ ਨੂੰ ਨਹੀਂ ਸੀ ਦਿੱਤਾ। ਅਸੀਂ ਕਿਹਾ ਵੀ ਇਸ ਵੇਲੇ ਸਾਡੇ ਕੋਲ ਟਾਈਮ ਨਹੀਂ ਕਿ ਅਸੀਂ ਫਿਰ ਟਰਾਇਆਸ ਜਿਹੜਾ 4 ਮਹੀਨੇ ਲਈ ਅਸੀਂ ਉਹਨਾਂ ਨੂੰ ਸਭ ਨੂੰ ਇਹ ਦੇ ਦੇਣੇ ਹੈਗੇ, ਠੀਕ ਹੈ ਨਾ। ਉਸ ਤੋਂ ਬਾਅਦ ਇਹ ਆਇਆ ਕਿ ਵੀ ਜਿਹੜੇ ਬੰਦੇ ਹੁਣ ਕਈ ਪਾਰਟ ਟਾਈਮ ਕੰਮ ਕਰਦੇ ਨੇ, $1000 ਕਮਾਉਂਦੇ ਆ, ਉਹ ਚਾਹੇ ਕੋਈ ਪਲੰਬਰ ਹੋਵੇ, ਚਾਹੇ ਕੋਈ ਇਲੈਕਟ੍ਰੀਸ਼ੀਅਨ ਆ, ਜਾਂ ਕਿਸੇ ਪਾਰਟ ਟਾਈਮ ਕੰਮ ਕਰਦਾ। ਅਸੀਂ ਕਿਹਾ ਵੀ ਜੇ ਉਹ $1000 ਤੱਕ ਵੀ ਕੰਮ ਕਰ ਸਕਦੇ ਨੇ ਨਾਲ ਦੇ ਜੋ ਕਰਦੇ ਨੇ, ਤਾਂ ਅਸੀਂ $2000 ਉਹਨਾਂ ਨੂੰ ਹੋਰ ਦੇਵਾਂਗੇ। ਕਿਉਂਕਿ ਸਮੇਂ ਮੁਤਾਬਕ ਜਿਹੜੀ ਸੀ ਉਹ ਚੀਜ਼ ਹੁੰਦੀ ਰਹੀ। ਸੋ ਮੇਰਾ ਖਿਆਲ ਆ ਵੀ ਉਹ ਆਨਸਰ ਹੋ ਗਿਆ ਹੋਊਗਾ ਕਾਲਰ ਦਾ, ਕਿ ਅਸੀਂ ਉਹਨਾਂ ਨੂੰ ਫਰਕ ਨਹੀਂ ਰੱਖਿਆ ਉਹਨਾਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ। मैं इंडिया से स्टार्ट हुई है, मैं कुछ स्टार्ट है जाने ਡਾਇਰੈਕਟ ਤੁਸੀਂ ਡਾਇਰੈਕਟ ਫਲਾਈਟ ਦੀ ਇਨਫੋਰਮੇਸ਼ਨ ਪੁੱਛ ਰਹੇ ਹੋ ਸਰ? ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਤੁਸੀਂ ਦੁਬਾਰਾ ਸੈਲਫ ਇੰਪਲੋਇਡ ਹੈ, ਸੈਲਫ ਇੰਪਲੋਇਡ ਹੈ। ਹੈਲੋ, ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਹੋ ਜੀ ਕੁਐਸਚਨ? हाँ जी मैं ना ये पूछ जी
ਜੀ ਤੇ ਜਿਹੜੀ ਕਤਰ 에ਅਰਵੇਜ਼ ਲਾਈਨ ਉਹਦੇ ਵਿੱਚ ਪੀਆਰ ਹੋਣ ਦਾ ਮੌਕਾ ਦਿੱਤਾ ਜਾਊਗਾ। ਸੋ ਇੱਕ ਵਾਰ ਤੁਹਾਨੂੰ ਅਸੀਂ ਫਿਰ ਤੋਂ ਕਵਾਂਗੇ ਕਿ ਜਾਂ ਤਾਂ ਤੁਸੀਂ ਦੁਬਾਰਾ ਮੇਰਾ ਕਾਲ ਖਿਆਲ ਲਗਾ ਲਓ ਉਹ ਕਿਉਂਕਿ ਕਹਿੰਦੇ ਨੇ ਤੁਹਾਡਾ ਪੀਆਰ ਨੂੰ ਮੌਕਾ ਦਿੱਤਾ ਜਾਊਗਾ। ਜੀ ਕਤਰ ਪੀਆਰ ਜੀ ਹਾਂਜੀ ਦੇਖੋ ਇਸ ਵੇਲੇ ਜਿਹੜਾ ਹੈਗਾ ਵਾ ਫਸਟ ਜਿਹੜਾ ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਆਈਏ ਉਹਨਾਂ ਦੀ ਫਸਟ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਆ ਉਹ ਹੈਗੀ ਆ ਉਹਨਾਂ ਦੇ ਸਿਟੀਜ਼ਨਸ ਲਈ, ਠੀਕ ਹੈ ਨਾ। ਇਹ ਨਹੀਂ ਵੀ ਕੋਈ ਅਸੀਂ ਵੱਖ-ਵੱਖ ਕਰ ਰਹੇ ਹਾਂ, ਕਿਉਂਕਿ ਜਿਹੜਾ ਉਹਦੇ ਵਿੱਚ ਕੀ ਹੈਗਾ ਕਿ ਇਸ ਵੇਲੇ ਜਿਹੜਾ ਕੋਈ ਸਿਟੀਜ਼ਨ ਹੈਗਾ ਜਾਂ ਉਹਦੀ ਇਮੀਡੀਏਟ ਫੈਮਿਲੀ ਜਿਹੜੀ ਪੀਆਰ ਹੈਗੀ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਥੇ ਲੈ ਕੇ ਆ ਰਹੇ। ਪਰ ਇਹ ਹੁਣ ਜਿਹੜਾ ਦੱਸਿਆ ਵੀ ਨੈਕਸਟ 13 ਦਿਨਾਂ ਦੇ ਵਿੱਚ ਉਹ ਜਿਹੜਾ ਸਿਟੀਜ਼ਨਸ਼ਿਪ ਵਾਲਾ ਬੈਕਲੌਗ ਆ ਉਹ ਖਤਮ ਹੋ ਜਾਣਾ। ਉਸ ਤੋਂ ਬਾਅਦ ਅਸੀਂ ਜਿਹੜੇ ਜਹਾਜ਼ ਚਲਾਉਣੇ ਆ ਉਹਦੇ ਵਿੱਚ ਸਾਰੇ ਜਿਹੜੇ ਪੀਆਰ ਆ ਅਸੀਂ ਉਹਨਾਂ ਨੂੰ ਇੱਥੇ ਲਿਆਉਣਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਹੈਲੋ ਹਾਂਜੀ ਸਤਿ ਸ਼੍ਰੀ ਤੁਸੀਂ ਅਕਾਲ ਜੀ। ਸੁਣ ਸਕਦੇ ਹਾਂ ਹਾਂਜੀ ਜੀ। ਸਤਿ ਸ਼੍ਰੀ ਅਕਾਲ ਜੀ ਮਿਸਟਰ ਕਾਲੀਆ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ। ਜੀ ਵੀਰ ਜੀ ਮੈਂ ਜੀਨਾ ਬੋਲ ਰਹੀ ਹਾਂ। ਮੈਂ ਤੁਹਾਡੇ ਤੋਂ ਇੱਕ ਕੁਐਸਚਨ ਕਲੈਰੀਫਾਈ ਕਰਨਾ ਸੀਗਾ। ਪਲੀਜ਼ ਮੇਰੀ ਲਾਈਨ ਨਾ ਕੱਟਿਓ। ਜ਼ਰੂਰ ਤੁਸੀਂ ਕੁਐਸਚਨ ਪੁੱਛ ਸਕਦੇ ਹਾਂ ਜੀ। ਹਾਂਜੀ ਵੀਰ ਜੀ ਥੋੜੀ ਜਿਹੀ ਕਨਫਿਊਜ਼ਨ ਆ ਜੀ। ਕਾਫੀ ਰੇਡੀਓਜ਼ ਔਰ ਸਟੇਸ਼ਨਸ ਤੇ ਜਿੱਥੇ ਤੁਸੀਂ ਗਏ ਹੋ ਜਾਂ ਮੈਂ ਵੀ ਸਟੇਟਮੈਂਟਸ ਦਿੱਤੀਆਂ ਨੇ ਉੱਥੇ ਕਾਫੀ ਨੈਗੇਟਿਵ ਚੀਜ਼ਾਂ ਕਹੀਆਂ ਜਾ ਰਹੀਆਂ ਨੇ, ਤੇ ਮੈਂ ਅੱਜ ਪਬਲਿਕਲੀ ਤੁਹਾਡੇ ਤੋਂ ਕੁਝ ਕਲੈਰੀਫਿਕੇਸ਼ਨ ਚਾਹੁੰਦੀ ਸੀਗੀ। ਇੱਕ ਤਾਂ ਇਹ ਕਲੈਰੀਫਿਕੇਸ਼ਨ ਮੈਨੂੰ ਤੁਸੀਂ ਦੱਸਿਓ ਜੀ ਕਿ ਤੁਹਾਡੇ ਜਿਹੜੇ ਐਮਪੀਜ਼ ਨੇ 2-3 ਉਹਨਾਂ ਨੇ ਡਿਫਰੈਂਟ ਸਟੇਟਮੈਂਟਸ ਦਿੱਤੀਆਂ ਨੇ ਜਿਹੜੇ ਵੋਲੰਟੀਅਰ ਐਫਰਟ ਸੀਗੀਆਂ। ਇੱਕ ਤਾਂ ਉਹਨਾਂ ਨੇ ਕਿਹਾ, ਮਿਸਟਰ ਸੰਗਾ ਜੀ ਅੱਜ ਕਹਿ ਕੇ ਗਏ ਨੇ ਕਿ ਵੋਲੰਟੀਅਰ ਗਰੁੱਪ ਦੀ ਨੇ ਸਿਰਫ ਇੱਕ ਇਨਕੁਆਇਰੀ ਕੀਤੀ ਸੀਗੀ, ਅੱਗੇ ਕੁਝ ਪ੍ਰੋਸੈਸ ਨਹੀਂ ਕੀਤਾ। ਦੂਸਰੀ ਜੀ ਤੁਹਾਡੇ ਨਾਦਰ ਪਟੇਲ ਸਾਹਿਬ ਤੁਹਾਡੀ ਕਾਨਫਰੰਸ ਕਾਲ 'ਚ ਕਹਿ ਕੇ ਗਏ ਨੇ ਕਿ MEA ਨੇ ਉਹਨਾਂ ਨੂੰ ਅਪਰੋਚ ਕੀਤਾ ਸੀਗਾ ਆਪਰੇਸ਼ਨਲ ਸਪੋਰਟ ਲਈ ਔਰ ਕੈਨੇਡੀਅਨ ਹਾਈ ਕਮਿਸ਼ਨ ਨੂੰ ਨਹੀਂ ਦੇ ਸਕਦਾ ਸੀ, ਇਸ ਲਈ ਜਿਹੜਾ ਪਰਮਿਟ ਸੀ ਉਹ ਸਾਡਾ ਰਿਵੋਕ ਕੀਤਾ ਗਿਆ। ਤੀਸਰਾ ਜੀ ਤੁਹਾਡੇ ਰੂਬੀ ਸਹੋਤਾ ਜੀ ਤੇ ਰਣਦੀਪ ਸਰਾਏ ਜੀ ਕਹਿ ਕੇ ਗਏ ਨੇ ਕਿ ਕੈਨੇਡੀਅਨ ਹਾਈ ਕਮਿਸ਼ਨ ਨੇ ਡਿਪਲੋਮੈਟਿਕ ਨੋਟ ਦਿੱਤਾ ਸੀ ਲੇਕਿਨ MEA ਨੇ ਐਪਲੀਕੇਸ਼ਨ ਰਿਜੈਕਟ ਕਰਤੀ ਸੀਗੀ। ਸੋ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਹਾਂ, ਤੁਸੀਂ ਮੇਰੇ ਬ੍ਰਦਰ ਵੀ ਹੋ, ਇਸ ਲਈ ਅੱਜ ਪਬਲਿਕਲੀ ਇੱਕ ਕਲੈਰੀਫਿਕੇਸ਼ਨ ਦੇ ਦਿਓ ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਜੀ। ਜੀ ਥੈਂਕ ਯੂ ਜੀ। ਅਸੀਂ ਥੈਂਕ ਯੂ ਜੀਨਾ ਜੀ ਫॉर ਤੁਹਾਡੀਆਂ ਐਫਰਟਸ ਦਾ। ਸਾਨੂੰ ਪਹਿਲਾਂ ਦੇਖੋ ਮੈਂ ਇਹ ਲੁਕਾਉਂਦਾ ਨਹੀਂ, ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਇਹਨਾਂ ਦੀ ਸੋਚ ਸੀ ਭਾਵਨਾ ਸੀਗੀ ਉਹ ਬਹੁਤ ਚੰਗੀ ਸੀ ਗਰੁੱਪ ਦੀ, ਠੀਕ ਹੈ ਨਾ। ਮੈਂ ਕਿਤੇ ਵੀ ਅੱਜ ਤਾਈਂ ਪਬਲਿਕਲੀ ਇਹ ਕਿਤੇ ਨਹੀਂ ਕਿਹਾ ਵੀ ਇਹ ਭਾਵਨਾ ਜਿਹੜੀ ਸੀਗੀ ਜਿਹੜਾ ਇਹ ਕੰਮ ਕਰ ਰਹੇ ਸੀ ਉਹ ਮਾੜਾ, ਕਿਉਂਕਿ ਅਸੀਂ ਤਾਂ ਚਾਹੁੰਦੇ ਹਾਂ ਵੀ ਜਿੰਨੇ ਵੀ ਵੱਧ ਤੋਂ ਵੱਧ ਕੈਨੇਡੀਅਨ ਇੱਥੇ ਆਉਣ ਉਹ ਆਉਣੇ ਚਾਹੀਦੇ। ਇਨਫੈਕਟ ਮੈਂ ਪਬਲਿਕਲੀ ਅੱਜ ਵੀ ਕਹਿੰਦਾ ਕਿਉਂਕਿ ਰੈਕਰਡ ਤੇ ਆ, ਇਹ ਤਾਂ ਰਿਕਾਰਡਿੰਗ ਸਾਰੀ ਉਮਰ ਲਈ ਰਹੇਗੀ। ਮੈਂ ਪਰਸਨਲ ਤੌਰ ਤੇ ਜਿਹੜੀ ਹੈਗੀ ਆ ਉਹ ਮਿਨਿਸਟਰ ਨੂੰ ਵੀ ਜਿਹੜੀ ਸੀਗੀ ਉਹ ਈਮੇਲ ਲਿਖੀ ਵੀ ਸਾਨੂੰ ਇਹਦਾ ਇਹ ਕਰਦੇ ਨੇ, ਸਾਨੂੰ ਇਹਨਾਂ ਦੇ ਸਪੋਰਟ ਜਿਹੜੀ ਆ ਉਹ ਕਰਨੀ ਚਾਹੀਦੀ ਹੈਗੀ ਆ, ਠੀਕ ਹੈ ਨਾ ਗਰੁੱਪ ਦੀ। ਔਰ ਦੂਸਰਾ ਇਹ ਸੀ ਵੀ ਹਾਈ ਕਮਿਸ਼ਨਰ ਨੂੰ ਔਰ ਮੈਂ ਤੇ ਸਾਡੇ ਸਤਿਕਾਰਯੋਗ ਮੰਤਰੀ ਨਵਦੀਪ ਬੈਂਸ, ਠੀਕ ਹੈ ਨਾ, ਅਸੀਂ ਸੀਗੇ ਹਾਈ ਕਮਿਸ਼ਨਰ ਉਹਨਾਂ ਦੇ ਨਾਲ। ਇਹਨਾਂ ਨੇ ਜਦੋਂ ਚਿੱਠੀ ਦੇ ਵਿੱਚ ਮੈਨੂੰ 3 ਲਿਖੇ ਸੀਗੇ, ਉਹਨਾਂ ਨੇ ਵੀ 3 ਰਿਕੁਆਇਰਮੈਂਟ ਸਾਡੀਆਂ ਇੱਕ ਹੈਗੀਆਂ ਨੇ। ਉਹਦੇ ਵਿੱਚ ਪਹਿਲੀ ਸੀਗੀ ਕਿ ਇਹ ਜਦੋਂ ਆਪਣਾ ਪੈਕੇਜ ਹੈਗਾ ਉਹਨੂੰ ਅਸੀਂ ਇਹ ਸਾਡੇ ਹਾਈ ਕਮਿਸ਼ਨਰ ਜਿਹੜੇ ਨੇ ਉਹ ਉੱਥੇ ਜਿਹੜਾ ਲੈ ਕੇ ਜਾਣ, ਕਿਉਂਕਿ ਇਹ ਗਵਰਨਮੈਂਟ ਦੀ ਪਲਾਨ ਹੈ ਕਿ ਅਸੀਂ ਜਿਹੜਾ ਹਾਈ ਕਮਿਸ਼ਨਰ ਹੈਗਾ ਉਹ ਕਿਸੇ ਵੀ ਵਲੰਟੀਅਰ ਗਰੁੱਪ 'ਚ ਉਹ ਕੰਡਿਊਟ ਦੇ ਤੌਰ ਤੇ ਕੰਮ ਕਰਦਾ, ਉਹ ਪੈਕੇਜ ਲਵੇ ਤੇ ਉਹ MEA ਤੱਕ ਲੈ ਕੇ ਜਾਵੇ, ਨੰਬਰ 1। ਦੂਜੀ ਉਹ ਕਹਿੰਦੇ ਸੀ ਵੀ ਸਾਨੂੰ ਉੱਥੇ ਸਟਾਫ ਦੇ ਦਿਓ। ਇਹਨਾਂ ਦੂਜੇ ਉਹ ਚਿੱਠੀ ਦੇਖੋ ਉਹਦੇ ਵਿੱਚ ਸੀਗਾ ਵੀ ਸਾਨੂੰ ਸਟਾਫ ਜਿਹੜਾ ਹੈਗਾ ਉਹ ਦੇ ਦਿਓ ਉਹਦੇ ਵਿੱਚ ਪੰਜਾਬ ਦੇ ਵਿੱਚ, ਠੀਕ ਹੈ ਨਾ। ਔਰ ਤੀਸਰੀ ਇਹ ਸੀਗੀ ਕਿ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਹੈਗਾ ਉਹਨੂੰ ਇਹ ਚਿੱਠੀ ਜਿਹੜੀ ਆ ਹਾਈ ਕਮਿਸ਼ਨਰ ਲਿਖਣ। ਮੈਂ ਐਗਜ਼ੈਕਟ ਜਿਹੜੀ ਵਰਡਿੰਗ ਮੈਂ ਹੁਣ ਕਿਉਂਕਿ ਹੁਣ ਆਪਾਂ ਨੂੰ ਸਮਾਂ ਮਿਲ ਗਿਆ, ਭੈਣ ਨੂੰ ਆਪਾਂ ਕਲੀਅਰ ਕਰੀਏ ਤਾਂ ਕਿ ਉਹ ਇਸ ਨੂੰ ਪਬਲਿਕ ਦੇ ਤੌਰ ਤੇ ਪਤਾ ਹੋਵੇ ਕੀ ਗੱਲ ਹੋਈ ਉਹਦੇ। ਹਾਈ ਕਮਿਸ਼ਨਰ ਨੇ ਕਿਹਾ ਵੀ ਮੈਂ ਪਹਿਲੀ ਜਿਹੜੀ ਕੰਡੀਸ਼ਨ ਆ ਉਹ ਤਿਆਰ ਆ, ਕਿਉਂਕਿ ਉਹ ਸਾਡੀ ਮੇਰੀ ਡਿਊਟੀ ਬਣਦੀ ਆ, ਮੈਨੂੰ ਉਹ ਪੈਕੇਜ ਬਣਾ ਕੇ ਦੇ ਦੇਣ ਜਿਹੜਾ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ MEA ਦੇ, ਮੈਂ ਉਹ ਉੱਥੇ ਲੈ ਕੇ ਜਾਊਂਗਾ। ਉਹ ਤੀਸਰੀ ਤੇ ਥੋੜਾ ਝਿਜਕ ਗਈ, ਉਹ ਕਹਿੰਦੇ ਪੰਜਾਬ ਸਰਕਾਰ ਦੀ ਸਾਨੂੰ ਲੋੜ ਨਹੀਂ ਗੀ, ਕਿਉਂਕਿ ਜਿੱਥੇ ਹਾਈ ਕਮਿਸ਼ਨਰ ਦੀ ਚਿੱਠੀ ਵੀ ਚਲੇ ਜਾਣੀ ਆ ਉੱਥੇ ਕੋਈ ਸਰਕਾਰ ਨਹੀਂ ਰੋਕਦੀ, ਕਿਉਂਕਿ ਹਾਈ ਕਮਿਸ਼ਨਰ ਕਹਿੰਦੇ ਵੀ ਅਸੀਂ ਚਿੱਠੀ ਪ੍ਰੋਵਾਈਡ ਕਰਾਂਗੇ ਸਾਰਿਆਂ ਨੂੰ ਜਿਹਨੇ ਜਾਣਾ। ਉਹ ਇੱਕ ਜਨਰਲ ਚਿੱਠੀ ਸੀ ਜਿਹਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਤਾਈਂ ਇੱਕ ਚਿੱਠੀ ਦੇ ਲਿਖਿਆ ਸੀ ਅੰਮ੍ਰਿਤਸਰ 에ਅਰਪੋਰਟ ਦਾ, ਦੂਜਾ ਸੀਗਾ ਦਿੱਲੀ 에ਅਰਪੋਰਟ ਦਾ, ਵੀ ਉਹ ਉਸ ਵੇਲੇ ਸੀ ਕਿਸੇ ਨਹੀਂ। ਪਰ ਉਹਨੂੰ ਫਿਰ ਵੀ ਮੈਂ ਕਿਹਾ ਵੀ ਤੁਹਾਨੂੰ ਕੀ ਹਰਜ ਆ ਵੀ ਜੇ ਚਲੋ ਨਹੀਂ, ਉਹ ਕਹਿੰਦੇ ਹਾਂ ਮੈਂ ਚੀਫ ਮਿਨਿਸਟਰ ਨੂੰ ਵੀ ਲਿਖ ਦੂੰਗਾ, ਠੀਕ ਹੈ। ਉਹ 2 ਰਿਕੁਆਇਰਮੈਂਟਸ ਮੰਨ ਗਏ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਪੈਕੇਜ ਸੀਗਾ, ਠੀਕ ਹੈ ਨਾ, ਉਹ ਕਿਉਂਕਿ ਦੇਖੋ ਮਿਸਟਰ ਸੰਘਾ ਜੋ ਕਹਿ ਰਹੇ ਆ
ਉਹਨਾਂ ਬਾਰੇ ਉਹ ਬਿਆਨ ਦੇ ਸਕਦੇ, ਮੈਂ ਉਹਨਾਂ ਦਾ ਬਿਆਨ ਨਹੀਂ ਸੁਣਿਆ। ਸੋ ਮੇਰੇ ਲਈ ਇਹ ਫੇਅਰ ਨਹੀਂ ਹੋਊਗਾ ਕਿ ਮੈਂ ਉਹਨਾਂ ਔਰ ਨਾ ਮੈਂ ਰੂਬੀ ਜੀ ਦਾ ਤੇ ਨਾ ਮੈਂ ਰਣਦੀਪ ਉਹਨਾਂ ਦਾ ਬਿਆਨ ਸੁਣਿਆ। ਮੈਂ ਤਾਂ ਆਪਣੀ ਗੱਲ ਜਿਹੜੀ ਆ ਉਹ ਕਰ ਸਕਦਾ ਵੀ ਮੈਂ ਉਹ ਉੱਥੇ ਅਸੀਂ ਜਿਹੜੀ ਸੀ ਇਹਨਾਂ ਦੀ ਜਿਹੜੀ ਸੀ ਉਹ ਫੁੱਲ ਸਪੋਰਟ ਜਿਹੜੀ ਕੀਤੀ। ਮੈਨੂੰ ਜਦੋਂ ਕਿਹਾ, ਮੈਂ ਪ੍ਰਾਈਮ ਮਿਨਿਸਟਰ ਆਫਿਸ 'ਚ ਵੀ ਇਹ ਇਸ਼ੂ ਨੂੰ ਲੈ ਕੇ ਗਿਆ ਵੀ ਇਹ ਇਸ਼ੂ ਆ ਰਿਹਾ, ਵੀ ਸਾਨੂੰ ਇਹਦੀ ਸਪੋਰਟ ਕਰਨੀ ਚਾਹੀਦੀ। ਸਾਡਾ ਕੀ, ਸਾਡੇ ਵੱਲੋਂ ਇੱਥੇ ਜਿਹੜੇ ਨੇ ਉਹ ਜਿੰਨੇ ਜਲਦੀ ਯਾਤਰੀ ਆਉਣ ਉਹਨਾਂ ਹੀ ਜਿਹੜਾ ਚੰਗਾ, ਕਿਉਂਕਿ ਕਾਜ ਤਾਂ ਮਾੜਾ ਨਹੀਂ ਨਾ ਹੈਗਾ, ਕਿਉਂਕਿ ਜੇ ਸਾਡੇ ਇੱਥੇ ਆਉਂਦੇ। ਉਸ ਤੋਂ ਬਾਅਦ ਕੀ ਹੋਇਆ ਕਿ ਹਾਈ ਕਮਿਸ਼ਨਰ ਜਿਹੜੇ ਆ ਉਹਨਾਂ ਨੇ ਪੈਕੇਜ ਜਿਹੜੀਆਂ ਰਿਕੁਆਇਰਮੈਂਟ ਸੀਗੀਆਂ ਉਹ ਪੈਕੇਜ ਜਿਹੜਾ ਸੀ ਉੱਥੇ ਲੈ ਗਏ। ਉਸ ਤੋਂ ਬਾਅਦ ਮੈਨੂੰ ਹੋਰ ਕਿਤੋਂ ਨਹੀਂ ਮੈਨੂੰ ਇਨਫੋਰਮੇਸ਼ਨ ਮਿਲੀ। ਮੈਨੂੰ ਭੈਣ ਜੀ ਇਹਨਾਂ ਨੇ ਕਿਹਾ ਵੀ ਕੰਗ੍ਰੈਚੁਲੇਸ਼ਨ, ਆਪਣਾ ਕੰਮ ਹੋ ਗਿਆ। ਸੋ ਆਈ ਵਾਜ਼ ਹੈਪੀ ਕਿ ਵੀ ਕੰਮ ਹੋ ਗਿਆ, ਠੀਕ ਹੈ ਨੇ। ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਜਿਹੜੀ ਬਾਅਦ 'ਚ ਆਪਾਂ ਨੂੰ ਇਹ ਨਿਊਜ਼ ਜਿਹੜੀ ਸੁਣੀ ਆ, ਉਸ ਤੋਂ ਬਾਅਦ ਮੈਂ ਆਪ ਹਾਈ ਕਮਿਸ਼ਨਰ ਦੇ ਨਾਲ ਉਸ ਮੀਟਿੰਗ ਦੇ ਵਿੱਚ ਸੀਗਾ। ਜਿਹੜੀ ਮੀਟਿੰਗ ਦੀ ਭੈਣ ਉਹਨਾਂ ਨੇ ਗੱਲ ਕੀਤੀ ਆ, ਕਿਉਂਕਿ ਉਹਦੇ ਵਿੱਚ ਮੈਂ ਕਿਹਾ ਵੀ ਦੂਜੇ ਰੇਡੀਓ ਸਟੇਸ਼ਨ ਤੇ ਕਿਤੇ ਮੈਂ ਜਾ ਕੇ ਵੀ ਮੈਂ ਭੈਣ ਜੀਨਾ ਦੇ ਨਾਲ ਆਫ ਐਂਡ ਔਨ ਗੱਲ ਕਰਦਾ ਹੈਗਾ। ਤਾਂ ਕਈਆਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ। ਮੈਂ ਭੈਣ ਦਾ ਨਾਮ ਲੈਤਾ ਜੀਨਾ ਦਾ, ਵੀ ਚਲੋ ਮੇਰੀ ਵੀ ਗੱਲ, ਮੈਂ ਕਹਿੰਦਾ ਜੀ ਸਾਰਾ ਗਰੁੱਪ ਕਰ ਰਿਹਾ ਜਾਂ ਜੋ ਵੀ ਹੈ। ਸੋ ਠੀਕ ਹੈ ਨਾ, ਉਹ ਕਿਸੇ ਨੇ ਚੰਗੀ, ਉਹਨਾਂ ਨੇ ਕਾਫੀ ਜੀ ਉਹ ਗੱਲ ਚਲੀ। ਮੈਂ ਉਸ ਤੋਂ ਬਾਅਦ ਕੀ ਕੀਤਾ, ਮੈਂ ਆਪਣਾ ਪਿੱਛੇ ਹਟ ਗਿਆ, ਠੀਕ ਹੈ ਨਾ। ਫਿਰ ਜਦੋਂ ਹਾਈ ਕਮਿਸ਼ਨਰ ਨਾਲ ਮੈਂ ਮੀਟਿੰਗ, ਇਹ ਸਾਡੀ ਕਾਨਫਰੰਸ ਕਾਲ ਹੋਈ, ਉਹਦੇ ਵਿੱਚ ਸਾਰੀ ਪਾਰਟੀਆਂ ਦੇ MP ਸੀਗੇ, ਇਹ ਨਹੀਂ ਮੈਂ ਇਕੱਲਾ ਸੀ। ਮੈਂ ਕਲੀਅਰ ਲਫ਼ਜ਼ਾਂ 'ਚ ਉਹਨੂੰ ਪੁੱਛਿਆ ਇਹ ਕੁਐਸਚਨ, ਕਿਉਂਕਿ ਬਾਹਰ ਇਹ ਸੀਗਾ ਜੀ ਵੀ 7 MPਆਂ ਨੇ ਚਿੱਠੀ ਲਿਖ ਦਿੱਤੀ ਹਾਈ ਕਮਿਸ਼ਨਰ ਨੂੰ। ਉਹਨਾਂ ਨੇ ਮੈਂ ਕਿਹਾ ਹਾਈ ਕਮਿਸ਼ਨਰ, ਇਹ ਹੁਣ ਇੰਟੈਗ੍ਰਿਟੀ ਦਾ ਤੇਰੀ ਤੇ ਮੈਨੂੰ ਤਾਂ ਨਹੀਂ ਕੋਈ ਪ੍ਰਸ਼ਨ ਜਾਂ ਚਿੰਨ੍ਹ ਹੈਗਾ, ਪਰ ਮੈਂ ਇਹ ਚਾਹੁੰਦਾ ਕਿ ਹੁਣ ਇਸ ਵੇਲੇ ਸਾਡੇ 'ਚ ਕੰਜ਼ਰਵੇਟਿਵ ਵੀ MP ਹੈਗੇ ਜਿਹੜੇ ਇਸ ਇਸ਼ੂ 'ਚ ਇਨਵੋਲਵਡ ਆ, ਤੇ ਇਸ ਤੋਂ ਬਾਅਦ ਅਸੀਂ ਚਾਹੇ ਇਹ ਪ੍ਰੈਸ ਰਿਲੀਜ਼ ਕਰ ਦੇਣ ਜਾਂ ਜੁਆਇੰਟ ਪ੍ਰੈਸ ਰਿਲੀਜ਼ ਕਰ ਦੇ ਵੀ ਤੂੰ ਸਾਨੂੰ ਇਹ ਦੱਸ ਵੀ ਕਿਸੇ 7 MPs ਦੇ ਕਹੇ ਤੇ ਤੂੰ ਜਿਹੜਾ ਹੈ ਐਜ਼ ਹਾਈ ਕਮਿਸ਼ਨਰ ਤੂੰ ਇਹਦੇ ਵਿੱਚ ਨੈਗੇਟਿਵ ਰੋਲ ਪਲੇ ਕੀਤਾ, ਇਸ ਚੀਜ਼ ਨੂੰ ਜੇ ਪਰਮਿਸ਼ਨ ਮਿਲੀ ਸੀ ਉਹਨੂੰ ਕੈਂਸਲ ਕਰਾਉਣ ਨੂੰ। ਉਹਨੇ ਬਿਲਕੁਲ ਇਸ ਦਾ ਜਵਾਬ ਜਿਹੜਾ ਡਿਪਲੋਮੈਟਿਕਲੀ ਉਹਨਾਂ ਦੇਣਾ ਸੀ, ਉਹਦੇ ਹਿਸਾਬ ਨਾਲ ਸੀਗਾ ਵੀ ਮੈਂ ਜਿਹੜਾ ਸੀਗਾ ਉਹ ਕੋਈ ਵੀ ਇਹਦੇ ਵਿੱਚ ਨੈਗੇਟਿਵ ਰੋਲ ਜਿਹੜਾ ਉਹਦਾ ਨਹੀਂ ਕੀਤਾ, ਠੀਕ ਹੈ ਨਾ। ਉਹ ਰੈਕਰਡ ਤੇ ਸੀ ਉਹਦੇ, ਕਿਉਂਕਿ ਮੈਂ ਜੇ ਮੇਰੇ 'ਚ ਕੋਈ ਕਣ ਹੁੰਦਾ, ਜਿਸ ਤਰ੍ਹਾਂ ਕਈ ਲੋਕ ਮੇਰੇ ਤੇ ਵੀ ਉਂਗਲ ਉਠਾਉਂਦੇ ਹੋਣਗੇ, ਜੇ ਮੇਰੇ 'ਚ ਕਣ ਹੁੰਦਾ ਤਾਂ ਮੈਂ ਉਹਨਾਂ ਨੂੰ ਉਹ ਕੁਐਸਚਨ ਨਹੀਂ ਸੀ ਪੁੱਛ ਸਕਦਾ। ਇੱਕ ਪਾਸੇ ਮੈਂ ਮਿਨਿਸਟਰ ਨੂੰ ਲਿਖਾਂ ਚਿੱਠੀ ਵੀ ਇਹਨਾਂ ਦੀ ਮਦਦ ਕਰੋ, ਦੂਸਰੇ ਪਾਸੇ ਮੂੰਹ ਦੇ ਮੈਂ ਕਹਾਂ ਨਹੀਂ ਮਿਨਿਸਟਰ, ਉਹ ਮੇਰੀ ਕੀ ਕ੍ਰੈਡੀਬਿਲਿਟੀ, ਉਹ ਕਹੂਗਾ ਸੁੱਖ ਦੀ ਕੋਈ ਕ੍ਰੈਡੀਬਿਲਿਟੀ। ਇੱਕ ਦਿਨ ਤਾਂ ਇਹ ਗੱਲ ਕਹਿ ਰਿਹਾ, ਦੂਜੇ ਪਾਸੇ ਕੱਲ ਨੂੰ ਬੰਦਾ ਤੁਹਾਨੂੰ ਟਰਸਟ ਨਹੀਂ ਕਰਦਾ। ਸੇਮ ਵਿਦ ਹਾਈ ਕਮਿਸ਼ਨਰ। ਸੋ ਇਹ ਜਿਹੜੀ ਗੱਲ ਉੱਥੇ ਜਿਹੜੀ ਸੀਗੀ ਭੈਣ ਦੇ ਨਾਲ ਹੋਈ, ਪਰ ਜੇ ਕੋਈ ਇਸ ਬਾਰੇ ਮਾੜਾ ਕਹਿੰਦਾ ਨਾ, ਸਾਨੂੰ ਇਹ ਕਿਸੇ ਤੇ ਚਿੱਕੜ ਨਹੀਂ ਸਿੱਟਣਾ ਚਾਹੀਦਾ, ਕਿਉਂਕਿ ਜਿਹੜੀ ਭਾਵਨਾ ਉਹ ਗਲਤ ਨਹੀਂ ਸੀਗੀ, ਠੀਕ ਹੈ ਨਾ। ਭਾਵਨਾ ਵਧੀਆ ਸੀ। ਜੇ ਕੋਈ ਹੋਰ MP ਵੀ ਕਹਿੰਦਾ ਤੇ ਮੈਂ ਫੋਨ ਚੱਕ ਕੇ ਮੈਂ ਵੀ ਉਹਨਾਂ ਨੂੰ ਕਰਨ ਨੂੰ ਤਿਆਰ ਹਾਂ। ਮਿਸਟਰ ਸੰਘਾ ਨੇ, ਆਈ ਵਿਲ ਕਾਲ ਹਿਮ ਕਿ ਭਾਈ ਇੱਦਾਂ ਦੀਆਂ ਗੱਲਾਂ ਤੋਂ, ਔਰ ਮੈਨੂੰ ਭੈਣ ਜੀਨਾ ਦਾ ਫੋਨ ਆਇਆ। ਮੈਂ ਇਹ ਵੀ ਕਹਿਣਾ, ਦੇਖੋ ਸੁਣ ਰਹੇ ਨੇ ਭੈਣ, ਮੈਂ ਆਪ ਜਦੋਂ ਇਹ ਕੋਈ ਰੇਡੀਓ ਸਟੇਸ਼ਨ ਜਿਹੜਾ ਸੀਗਾ ਇਹਨਾਂ ਬਾਰੇ ਨੈਗੇਟਿਵ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀਗਾ, ਉਹਨਾਂ ਨੇ ਮੇਰਾ ਨਾਮ ਲਿਖ ਕੇ ਪਾਤਾ ਵੀ ਸੁਖ ਧਾਲੀਵਾਲ, ਤਾਂ ਮੈਂ ਨਹੀਂ ਸੀ ਗਿਆ। ਮੈਂ ਉਹ ਚੀਜ਼ ਜਿਹੜੀ ਸੀਗੀ Facebook ਤੋਂ ਵੀ YouTube ਤੋਂ ਵੀ ਲਹਾ ਕੇ ਮੈਂ ਭੈਣ ਨੂੰ ਫੋਨ ਕੀਤਾ ਵੀ ਦੇਖੋ ਭੈਣ, ਉਹ ਜਿਹੜੀ ਚੀਜ਼ ਹੈਗੀ ਵੀ ਜਿਹੜਾ ਇਹ ਹੁੰਦਾ ਕਿ ਅਸੀਂ ਜਿਹੜਾ ਹੈਗਾ, ਕਿਉਂਕਿ ਅਸੀਂ ਫਿਰ ਇਸੇ ਕਮਿਊਨਿਟੀ 'ਚ ਰਹਿਣਾ ਹੈਗਾ, ਕਿਉਂਕਿ ਮੇਰੀ ਕੌਨਸ਼ੀਅਸ ਬੜੀ ਕਲੀਅਰ ਹੈ। ਮੈਂ ਤਾਂ ਇਹ ਕਹਿੰਦਾ ਜਦੋਂ ਠੰਡਾ ਪੈ ਗਿਆ ਮੈਂ ਆਪ ਬੈਠੂ ਜੀਨਾ ਭੈਣ ਉਹਨਾਂ ਨੂੰ ਮੈਂ ਦੱਸੂਗਾ ਵੀ ਆਹ ਜਿਹੜੀਆਂ ਚੀਜ਼ਾਂ ਨੇ, ਤਾਂ ਕਿ ਸਾਨੂੰ ਵੀ ਪਤਾ ਲੱਗ ਜੇ ਵੀ ਕਿਹੜੀ ਗੱਲ ਕਿੱਥੇ ਜਿਹੜੀ ਆ ਉਹ ਗਲਤ ਹੋਈ ਹੈਗੀ ਆ। ਪਰ ਇਹ ਸੀਗਾ ਵੀ ਇਵੈਂਚੁਅਲੀ ਭਾਵਨਾ, ਉਹ ਚਲੋ ਇਹ ਕਹਿੰਦੇ ਵੀ ਮਿਸ਼ਨ ਇਹਨਾਂ ਨੇ ਚਲਾਇਆ ਸੀ, ਅੱਜ ਇਹ ਖੁਸ਼ੀ ਵੀ ਹੋਣੀ ਚਾਹੀਦੀ ਇਹਨਾਂ ਨੂੰ ਵੀ ਹੁਣ ਜਿਹੜੀਆਂ ਫਲਾਈਟਸ ਨੇ ਉਹ ਚੱਲ ਪਈਆਂ। ਜੀ ਬਿਲਕੁਲ। ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮੇਰਾ ਸੁਖ ਧਾਲੀਵਾਲ ਕੁਐਸਚਨ, ਜਿਵੇਂ ਸਟੂਡੈਂਟ ਹੈ ਤੁਸੀਂ ਹੈਲਪ ਕਰਦੇ ਹੋ, ਸਾਰਾ ਕੁਝ ਠੀਕ ਹੈ, ਬੈਟਰ ਹੈ, ਸਾਰੇ ਹੈਂਡ ਟੂ ਮਾਊਥ ਕਰਨੀ। ਹੁਣ ਜਿਹੜੇ ਸੀਨੀਅਰ ਇੰਡੀਆ 'ਚ ਫਸੇ ਆ, ਉੱਥੋਂ ਦੀ ਗਵਰਨਮੈਂਟ ਇਹਨਾਂ ਲਈ ਕੀ ਕਰਦੀ ਹੈ? ਜਦੋਂ ਸਟੂਡੈਂਟ ਆਉਂਦਾ ਉਹ ਕੈਨੇਡੀਅਨ ਗਵਰਨਮੈਂਟ ਤੋਂ ਸ਼ੋਰਟੀ ਦਿੰਦਾ, ਸਾਡੇ ਕੋਲ ਗੂੜੇ ਨਾਲ ਫੰਡ ਹੈ ਵੀ ਅਸੀਂ ਗਵਰਨਮੈਂਟ ਤੇ ਭਾਰ ਨਹੀਂ ਬਣਾਏ, ਹੈ ਨਾ। ਉਹ ਜਵਾਕ ਇੱਥੇ ਆ ਕੇ ਠੀਕ ਹੈ ਹੈਲਪ ਕਰਦੀ, ਜਿਹੜੇ ਉੱਥੇ ਸਾਡੇ ਸੀਨੀਅਰ ਫਸੇ ਬੈਠੇ ਉਹ ਕੀ ਕਰਦੇ, ਕੀ ਹੈਲਪ ਕਰਦੇ? ਈਵਨ ਇਹਨਾਂ ਦੀ ਮਾਤਾ ਜੀ ਵੀ ਉੱਥੇ ਆ, ਕਿੰਨੀ ਕਿੰਨਾਂ ਦੀ ਹੈਲਪ ਹੋ ਰਹੀ ਹੈ, ਇਹਦੇ ਬਾਰੇ ਦੱਸ। ਦੇਖੋ ਜੀ, ਦੇਖੋ ਜਿੱਥੇ ਤਾਈਂ ਮੇਰੀ ਮਾਤਾ ਜੀ ਦਾ, ਮੈਂ ਤਾਂ ਉਹ ਕਿਹਾ ਸੀ ਵੀ ਮੇਰੀ ਮਾਤਾ ਜੀ ਇਜ਼ ਏ ਲਾਸਟ ਪ੍ਰਾਇੋਰਟੀ ਫਾਰ ਮੀ, ਕਿਉਂਕਿ ਮੇਰੇ ਲਈ ਸਾਰੇ ਕੈਨੇਡੀਅਨ ਜਿਹੜੇ ਨੇ ਉਹ ਬਰਾਬਰ ਨੇ, ਔਰ ਜਿੰਨੇ ਵੀ ਬਜ਼ੁਰਗ ਨੇ, ਕਿਉਂਕਿ ਠੀਕ ਹੈ ਨਾ। ਪਰ ਜਦੋਂ ਬਜ਼ੁਰਗਾਂ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਕਈ ਬਜ਼ੁਰਗਾਂ ਦੇ ਮੈਨੂੰ ਟੈਲੀਫੋਨ ਵੀ ਆਏ ਸੀਨੀਅਰਸ ਦੇ, ਉਹ ਕਹਿੰਦੇ ਪੁੱਤ ਅਸੀਂ ਤਾਂ 5 ਮਹੀਨੇ 25 ਦਿਨ ਦੀ ਟਿਕਟ ਲੈ ਕੇ ਗਏ ਸੀ, ਵੀ ਜੇ ਅਸੀਂ 6 ਮਹੀਨੇ ਤੋਂ ਵੱਧ ਰਹਿੰਦੇ ਹਾਂ ਸਾਡੀ ਤਾਂ ਪੈਨਸ਼ਨ ਕੱਟੀ ਜਾਣੀ। ਦੇਖੋ ਇੱਕ ਸੀਨੀਅਰ ਜਿਹੜੇ ਨੇ ਉਹ ਵਿਚਾਰਿਆਂ ਦੀ ਉਨੀ ਕੀ ਇਨਕਮ ਆ, ਉਹਨਾਂ ਨੇ ਉਨੇ 'ਚ ਗੁਜ਼ਾਰਾ ਜਿਹੜਾ ਕਰਨਾ ਦਾ ਬੜਾ ਵਧੀਆ ਇਹਨਾਂ ਨੇ ਸੀਨੀਅਰ ਬਾਰੇ ਸੋਚਿਆ, ਕਿਉਂਕਿ ਸਾਨੂੰ ਸੋਚਣਾ ਵੀ ਚਾਹੀਦਾ। ਫਿਰ ਅਸੀਂ ਜਿਹੜਾ ਸੀ ਇਹ ਮਿਨਿਸਟਰ ਕੋਲ ਲੈ ਕੇ ਗਏ ਵੀ ਦੇਖੋ ਹੁਣ ਉਹ ਫਸੇ ਬੈਠੇ ਨੇ, ਇਕੱਲੇ ਇਹ ਨਹੀਂ ਵੀ ਹਿੰਦੁਸਤਾਨ 'ਚ, ਹੋ ਸਕਦਾ ਕੁਛ ਪੀਰੂ 'ਚ ਵੀ ਫਸੇ ਬੈਠੇ ਹੋਣ, ਕੋਈ ਅਫਰੀਕਾ 'ਚ ਬੈਠਾ ਹੋਵੇ, ਕੋਈ ਕਿਸੇ ਵਿਹੜੇ 'ਤੇ ਬੈਠਾ ਹੋਵੇ।
ਇਹ ਅਸੀਂ ਕਿਹਾ, ਫਿਰ ਉਹਨਾਂ ਨੇ ਕਿਹਾ ਵੀ ਜੇ 6 ਮਹੀਨੇ ਤੋਂ ਵੱਧ ਵੀ ਉਹਨਾਂ ਨੂੰ ਹੋ ਜਾਂਦਾ ਤਾਂ ਅਸੀਂ ਉਹਨਾਂ ਦੀ ਪੈਨਸ਼ਨ ਨਹੀਂ ਕੱਟਾਂਗੇ, ਉਹਨਾਂ ਨੂੰ ਉੱਥੇ ਬੈਠਿਆਂ ਹੀ ਪੈਨਸ਼ਨ ਜਿਹੜੀ ਆ ਉਹ ਦਿੰਦੇ ਰਵਾਂਗੇ ਜੇ ਉਹ ਆਪਣੇ ਜਿਹੜਾ ਹੈਗਾ ਸਰਵਿਸ ਕੈਨੇਡਾ ਨੂੰ ਦੱਸ ਦੇਣ। ਔਰ ਨਾਲ ਹੀ ਜਿਹੜਾ ਇੱਕ ਇਹਨਾਂ ਦੇ ਸਵਾਲ ਦੇ ਨਾਲ ਹੀ ਹੋਰ ਮਿਲਦਾ ਹੋ ਗਿਆ ਵੀ ਜਿਹੜਾ CERB ਬੈਨੀਫਿਟ ਆ ਉਹ ਵੀ ਐਵੇਂ ਆ ਵੀ ਹੁਣ ਦੇਖੋ ਲੋਕ ਉੱਥੇ ਫਸ ਗਏ ਜਾ ਕੇ ਕਿਸੇ ਵੀ ਕੋਨੇ ਦੇ ਵਿੱਚ। ਇਸ ਵੇਲੇ ਫਲਾਈਟਸ ਜਿਹੜੀਆਂ 에ਅਰਪੋਰਟਸ ਬੰਦ ਨੇ, ਫਲਾਈਟਸ ਜਿਹੜੀਆਂ ਉਹ ਵੀ ਬੰਦ ਨੇ, ਉੱਥੇ ਜੇ ਬੈਠੇ ਨੇ ਅਸੀਂ CERB ਦਾ $2000 ਦਾ ਫੰਡ ਜਿਹੜਾ ਅਸੀਂ ਉਹਨਾਂ ਨੂੰ ਉੱਥੇ ਬੈਠਿਆਂ ਹੀ ਜਿਹੜਾ ਹੈਗਾ ਉਹ ਦੇ ਰਹੇ। ਗੌਰਮੈਂਟ ਵੱਲੋਂ ਜਿਹੜੀ ਇਸ ਵੇਲੇ ਹੈਗੀ ਉਹ ਸੀਨੀਅਰ ਚਾਹੇ ਬਾਹਰ ਬੈਠੇ ਨੇ ਚਾਹੇ ਇੱਥੇ ਬੈਠੇ, ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹਦਾ ਧਿਆਨ ਦਿੱਤਾ ਜਾ ਰਿਹਾ। ਔਰ ਜਿਹੜਾ GST ਕ੍ਰੈਡਿਟਸ ਨੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਉਹ ਵੀ ਜਿਹੜੇ ਸਿੰਗਲ ਸੀਨੀਅਰ ਹੈਗਾ ਉਹਨੂੰ $400, ਜਿਹੜਾ ਮੈਰਿਡ ਹੈਗਾ ਉਹਨੂੰ 300 ਈਚ ਉਹਨਾਂ ਨੂੰ ਮਈ ਦੇ ਵਿੱਚ ਮਿਲ ਜਾਣਾ ਹੈ। ਬਿਲਕੁਲ। ਇੱਕ ਹੋਰ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ। ਹਾਂਜੀ, ਮੈਂ ਕੁਐਸਚਨ ਪੁੱਛਣਾ ਸੀਗਾ ਜੀ, ਪੁੱਛ ਸਕਦੇ ਹਾਂ ਜੀ ਤੁਸੀਂ। ਹਾਂਜੀ, ਤੁਸੀਂ ਕੁਐਸਚਨ ਪੁੱਛ ਸਕਦੇ ਆ, ਅਸੀਂ ਤੁਹਾਨੂੰ ਸੁਣ ਰਹੇ ਹਾਂ। ਓਕੇ, ਐਕਚੁਅਲੀ ਮੇਰਾ ਕੁਐਸਚਨ ਪੁੱਛਣਾ ਇਹ ਸੀਗਾ ਕਿ ਇਸ ਟਾਈਮ ਉਹ ਜਿਹੜੀ ਹਿਊਮੈਨਿਟੇਰੀਅਨ ਪ੍ਰਾਈਵੇਟ ਚਾਰਟਰ ਫਲਾਈਟ ਸੀਗੀ ਉਹ ਮਿਸ਼ਨ ਉਹ ਤਾਂ ਹੁਣ ਕੈਂਸਲ ਹੋ ਗਈ, ਪਰ ਇਸ ਟਾਈਮ MPs ਕੁਝ ਕਰ ਰਹੇ ਨੇ ਕਿ ਉਹਨੂੰ ਦੁਬਾਰਾ ਹੈਲਪ ਅਸਿਸਟੈਂਸ ਕਰਨ ਲਈ ਕਿ ਜਿਹੜੀ ਉਹ ਇੰਨੇ ਲੋਕ ਸੀਗੇ ਉਹਨਾਂ ਨੂੰ ਵਾਪਸ ਲਿਆਉਣ ਲਈ to assist with that mission? ਜੀ, ਐਕਸਲੈਂਟ ਕੁਐਸਚਨ, ਥੈਂਕ ਯੂ ਤੁਹਾਡਾ ਕੁਐਸਚਨ ਦਾ। ਦੇਖੋ ਜਿਹੜੇ ਮੈਂ ਪਹਿਲਾਂ ਦੱਸ ਚੁੱਕਿਆ ਸ਼ਾਇਦ ਉਹ ਕਿਉਂਕਿ ਕਈ ਵਾਰ ਲੇਟ ਟੈਲੀਵਿਜ਼ਨ ਔਨ ਕੀਤਾ ਹੁੰਦਾ ਵਾ ਜਾਂ ਹੈ ਨਾ, ਉਹਦੇ ਵਿੱਚ ਕੀ ਹੈਗਾ ਵਾ ਕਿ ਅਸੀਂ ਜਿਹੜਾ ਸੈਕੰਡ ਫੇਜ਼ ਆਫ ਸਰਵੇ ਕੀਤਾ ਸੀਗਾ ਉਹਦੇ ਵਿੱਚ ਆਪਾਂ ਪੁੱਛਿਆ ਸੀ ਵੀ ਕਿੰਨੇ ਲੋਕ ਜਿਹੜੇ ਨੇ ਉਹ ਆਉਣਾ ਚਾਹੁੰਦੇ ਹੈਗੇ, ਠੀਕ ਹੈ ਨਾ। ਉਹਦੇ ਵਿੱਚ ਕਿਉਂਕਿ ਅਸੀਂ ਨੰਬਰਸ ਨਾਲ ਕੰਮ ਕਰਦੇ, ਸਾਨੂੰ ਇਹ ਨੰਬਰ ਹਾਈ ਕਮਿਸ਼ਨਰ ਦਿੰਦਾ, ਕਿਉਂਕਿ ਜਿਹੜੀ ਚੀਜ਼ ਮੈਂ ਅੱਜ ਇੱਥੇ ਕਹਿ ਰਿਹਾ ਉਹ ਤਾਂ ਰੈਕਡ ਤੇ ਜਦੋਂ ਮਰਜ਼ੀ ਅੱਜ ਕੱਢ ਲਓ, 20 ਸਾਲਾਂ ਨੂੰ ਕੱਢ ਲਓ। ਔਰ ਹਾਈ ਕਮਿਸ਼ਨਰ ਨੇ ਵੀ ਸਾਨੂੰ ਇਹ ਜਿਹੜਾ ਵਾ ਉੱਥੇ ਵੀ ਜਦੋਂ ਕਾਨਫਰੰਸ ਕਾਲ ਤੇ ਵੀ ਸੀਗੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਉੱਥੇ ਤਕਰੀਬਨ 3800 ਤੋਂ 4000 ਦੇ ਕਰੀਬ ਜਿਹੜਾ ਸੀਗਾ ਉਹ ਜਿਹੜਾ ਸੀ ਜਿਹਨੇ ਐਕਸਪ੍ਰੈਸ ਕੀਤਾ ਸੀ ਕੈਨੇਡੀਅਨ ਇੰਟਰਸਟ ਵੀ ਅਸੀਂ ਆਉਣਾ ਚਾਹੁੰਦੇ। ਜਦੋਂ ਉਸ ਨੂੰ ਆਪਾਂ ਡਿਵਾਈਡ ਕਰਦੇ ਹੈਗੇ ਆ ਤਾਂ ਉਹ ਤੁਹਾਨੂੰ ਮੈਂ ਦੱਸਿਆ ਸੀ ਵੀ 14-15 ਫਲਾਈਟਸ ਚਾਹੀਦੀਆਂ ਨੇ। ਉਸੇ ਕਰਕੇ ਜਿਹੜਾ ਸੀਗਾ ਵੀ 8 ਫਲਾਈਟਸ ਇੱਕ ਲਾਤੀਆਂ, 7 ਜਿਹੜੀਆਂ ਸੀ ਉਹ ਦੂਜੀਆਂ, 15 ਫਲਾਈਟਸ ਜਿਹੜੀਆਂ ਲਾਤੀਆਂ ਤਾਂ ਕਿ ਉਹ ਸਾਰੇ ਦੇ ਸਾਰੇ ਹੀ ਜਿਨ੍ਹਾਂ ਦੀ ਇਹ ਗੱਲ ਕਰਦੇ ਪਏ ਨੇ ਕੈਨੇਡੀਅਨਸ ਉੱਥੇ ਬੈਠੇ ਹੈਗੇ ਉਹਨਾਂ ਨੂੰ ਅਸੀਂ ਜਿਹੜਾ ਉਹ ਇੱਥੇ ਲਿਆਵਾਂਗੇ। ਪਰ ਫਿਰ ਵੀ ਨਾਲੇ ਵੀ ਆ ਕਿਉਂਕਿ ਅਸੀਂ ਫਿਰ ਇੱਕ ਹੋਰ ਸਰਵੇ ਵੀ ਭੇਜਾਂਗੇ ਜਿਹਦੇ ਵਿੱਚ ਜੇ ਸਾਨੂੰ ਇੰਟਰਸਟ ਸ਼ੋਅ ਕਰਦੇ ਆ। ਮੈਂ ਅੱਜ ਵੀ ਕਹਿਣਾ ਜੇ ਕਿਸੇ ਨੂੰ ਨਹੀਂ ਸਗੋਂ ਇੱਕ ਹੋਰ ਸਾਨੂੰ ਗੱਲ ਕਰਨੀ ਚਾਹੀਦੀ ਹੁਣ, ਕਿਉਂਕਿ ਅਸੀਂ ਜਿੰਨੇ ਵੀ ਅਸੀਂ ਇਸ ਵੇਲੇ ਫਿਕਰਮੰਦ ਆ ਨਾ, ਕੋਈ ਵੀ ਮੈਂ ਨਹੀਂ ਕਹਿੰਦਾ ਜੋ ਪਿੱਛੇ ਹੋ ਗਿਆ ਉਹਨੂੰ ਪਿੱਛੇ ਛੱਡ ਕੇ ਇਹ ਸਾਨੂੰ ਜਿਹੜਾ ਵਲੰਟੀਅਰ ਗਰੁੱਪ ਹੈਗਾ, ਮੈਂ ਦਿਨ ਰਾਤ ਜਾਗਦਾ ਔਰ ਮੈਨੂੰ ਪਤਾ ਪੂਰੀ ਆਸ ਹੈ ਕਿ ਇਹ ਭੈਣ ਹੋਣੀ ਵੀ ਜੀਨਾ ਹੋਣੀ ਵੀ ਜਾਗਦੇ ਹੋਣਗੇ, ਹੋਰ ਵੀ ਵਲੰਟੀਅਰ ਜਿਹੜੇ ਸੁਣ ਰਹੇ ਆ ਬਹੁਤ ਲੋਕ ਜਾਗਦੇ ਹੋਣਗੇ ਜਿਹੜੇ ਰਾਤ ਨੂੰ ਹੈਲਪ ਕਰਦੇ ਹੋਣਗੇ। ਅਸੀਂ ਕੀ ਚਾਹੀਦਾ ਕਿ ਸਾਨੂੰ ਇਹ ਦੇਖਣਾ ਚਾਹੀਦਾ ਵੀ ਉੱਥੇ ਕੀ ਇਸ ਵੇਲੇ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ, ਉਹਦੇ ਅਸੀਂ ਇਕੱਠੇ ਹੋ ਕੇ ਉਹ ਇਸ ਵੇਲੇ ਨੋਟ ਕਰੀਏ ਵੀ ਜੇ ਕਿਸੇ ਨੂੰ ਫਾਰਮ ਨਹੀਂ ਭਰਨਾ ਆਉਂਦਾ ਉਹਦਾ ਅਸੀਂ ਫਾਰਮ ਭਰੀਏ, ਕਿਸੇ ਨੂੰ ਈਮੇਲ ਨਹੀਂ ਦੇਖਣੀ ਆਉਂਦੀ ਉਹਨੂੰ ਅਸੀਂ ਈਮੇਲ ਦੇਖੀਏ, ਕਿਸੇ ਨੂੰ ਬੁਕਿੰਗ ਨਹੀਂ ਕਰਾਉਣੀ ਆਉਂਦੀ ਜਿਹੜਾ ਥਾਮਸ ਕੁੱਕ ਦੇ ਨਾਲ ਜਾ ਕੇ ਅਸੀਂ ਉਹਨਾਂ ਦੀ ਹੈਲਪ ਕਰੀਏ। ਕੋਈ ਕਿਸੇ ਦਾ ਕਾਰਡ ਨਾ ਚੱਲਦਾ, ਚਲੋ ਕਿਸੇ ਨੂੰ ਜੇ ਪੈਸੇ ਵੀ ਦੇਣੇ ਪੈਂਦੇ, ਹੁਣ ਤੁਸੀਂ ਅਰਸ਼ ਕਿਸੇ ਨੂੰ ਦੇ ਦੋਗੇ ਅੱਜ $2900 ਦੇ ਤਾਂ ਕਿਸੇ ਦੀ ਪੇ ਕਰਦੇ ਉਹ ਤੁਹਾਨੂੰ ਆ ਕੇ ਪੇ ਕਰਦੇ, ਈਵਨ ਦੋ ਗਵਰਨਮੈਂਟ ਪੇ ਕਰ ਰਹੀ ਆ 5000 ਲੋਨ ਵੀ ਦੇਵਾਂਗੇ। ਪਰ ਜਿਹੜੀਆਂ ਇਹੋ ਜਿਹੀਆਂ ਗੱਲਾਂ, ਹੁਣ ਦਵਾਈਆਂ ਦੀ ਗੱਲ ਕਰ ਲਓ, ਠੀਕ ਹੈ ਨਾ, ਮੈਂ ਜਿਹੜਾ ਮੈਨੂੰ ਕੋਈ ਫੋਨ ਕਰਦਾ ਹੈਗਾ ਮੈਂ ਉਹ ਕਿਉਂਕਿ ਇਸ ਵੇਲੇ ਸਾਰਾ ਤਾਂ ਬੰਦ ਆ, ਮੈਂ ਉਸ ਜ਼ਿਲ੍ਹੇ ਦਾ ਜਿਹੜਾ ਪੁਲਿਸ ਅਫਸਰ ਹੈਗਾ ਮੈਂ ਉਹਨੂੰ ਪਰਸਨਲ ਕਾਲ ਕਰਦਾ, ਮੈਂ ਉਹਨੂੰ ਕਹਿੰਦਾ ਵੀ ਦੇਖੋ ਭਲੇ ਦੀ ਗੱਲ ਹੈਗੀ ਆ, ਆਹ ਦਵਾਈਆਂ ਦੀ ਲਿਸਟ ਹੈਗੀ ਆ, ਇਹ ਦਵਾਈਆਂ ਤੁਸੀਂ ਪਲੀਜ਼ ਮੈਨੂੰ ਲੈ ਕੇ ਆਹ ਐਡਰੈਸ ਹੈਗਾ ਤੁਹਾਡੀ ਹਲਕੇ 'ਚ ਉੱਥੇ ਉੱਪਰਦੀਆਂ ਕਰ ਦਿਓ। ਉਹ ਮਾਈ ਭਾਈ ਜਿਹੜਾ ਹੋਊਗਾ ਉਹ ਪੈਸੇ ਦੇ ਦੂ, ਉਹ ਕਈ ਤਾਂ ਵਿਚਾਰੇ ਪੈਸੇ ਵੀ ਨਹੀਂ ਲੈਂਦੇ, ਉਹ ਕਹਿੰਦੇ ਨਾ ਜੀ ਅਸੀਂ ਭਾਜੀ ਤੁਹਾਡਾ ਫੋਨ ਆਇਆ ਅਸੀਂ ਇਹ ਪੈਸੇ ਵੀ ਨਹੀਂ ਲੈਣੇ। ਹੁਣ ਮੈਨੂੰ ਕਿਸੇ ਦਾ ਅੰਮ੍ਰਿਤਸਰ ਤੋਂ ਫੋਨ ਆਇਆ, ਮੈਂ ਕਿਹਾ ਤੁਸੀਂ ਦੱਸੋ ਤਾਂ ਸਹੀ ਅੰਮ੍ਰਿਤਸਰ ਤੁਹਾਨੂੰ ਕਿਹੜੀ ਲੋੜ ਆ, ਕਿਉਂਕਿ ਮੇਰੇ ਆਪਣਾ ਜਿਹੜਾ ਜਿਗਰੀ ਯਾਰ ਭਰਾ ਵਾ ਉਹ ਮੈਂ ਕਿਹਾ ਉੱਥੇ ਹਸਪੀਟਲ ਦਾ ਹੈਡ ਆਫ ਡਿਪਾਰਟਮੈਂਟ ਸੀਗਾ, ਮੈਂ ਉਹ ਆਊ ਤੁਹਾਡੇ ਕੋਲ ਹੈਲਪ। ਹੁਣ ਅੱਜ ਕਿਸੇ ਦੀ ਮੈਨੂੰ ਨਕੋਦਰ ਤੋਂ ਫੋਨ ਆਇਆ ਵੀ ਮੇਰੀ ਜੀ ਦਵਾਈ ਮੁੱਕੀ, ਤੁਸੀਂ ਕਰ ਸਕਦੇ ਹੋ। ਮੈਂ ਆਪਣੇ ਅਸਿਸਟੈਂਟ ਨੂੰ ਇੱਥੇ ਆਉਣ ਤੋਂ ਪਹਿਲਾਂ ਉਹਨੂੰ ਟੈਲੀਫੋਨ ਦੇ ਕੇ ਆਇਆ ਵੀ ਉਹਨਾਂ ਨੂੰ ਫੋਨ ਕਰਕੇ ਪਤਾ ਕਰ ਵੀ ਕਿਹੜੀ ਦਵਾਈ ਆ, ਕਿੱਥੋਂ ਮਿਲ ਸਕਦੀ ਹੈ, ਕਿਵੇਂ। ਸੋ ਇਹੋ ਜੀ ਹੈਲਪ ਜਿਹੜੀ ਹੁਣ ਸਾਨੂੰ ਕਰਨੀ ਚਾਹੀਦੀ। ਬਿਲਕੁਲ ਜੀ, ਆਪਣੇ ਨਾਲ ਕਾਲਰ ਬਹੁਤ ਸਾਰੇ ਜੁੜੇ ਹੋਏ ਨੇ, ਬਹੁਤ ਸਾਰੇ ਲੋਕਾਂ ਦੇ ਜਿਹੜੇ ਸਵਾਲ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਤੁਸੀਂ ਸਵਾਲ ਪੁੱਛ ਸਕਦੇ ਹੋ ਜੀ। ਮੇਰਾ ਸਵਾਲ ਹੈਗਾ ਜੀ ਪਹਿਲਾਂ ਇਹ ਦੀਆਂ ਟਿਕਟਾਂ ਲੈ ਕੇ ਗਏ 6 ਜਾਣੇ ਤੇ ਫੈਮਿਲੀ ਮੈਂਬਰ ਇਧਰੋਂ ਜੀ, ਫੇਰ ਉਹ ਵਧਾਈਆਂ ਉਹਦੇ ਪੈਸੇ ਉਹਨਾਂ ਨੇ ਲੈ ਲਏ। ਹੁਣ ਉਧਰੋਂ ਨਵੀਆਂ ਟਿਕਟਾਂ ਲੈ ਕੇ ਉਹਨਾਂ ਤੇ 에ਅਰ ਕੈਨੇਡਾ ਕਿਰਾਇਆ ਦੇ ਰਹੀ ਆ,
ਉਹ ਪੈਸੇ ਕਿਉਂ ਨਹੀਂ ਵਾਪਸ ਕਰ ਰਹੇ ਉੱਤੇ ਐਮਪੀ ਸਾਹਿਬ ਨੂੰ ਮੇਰਾ ਕੁਐਸਚਨ ਹੈ ਜੀ। ਠੀਕ, ਦੇਖੋ ਜਿਹੜਾ ਇਸ ਵੇਲੇ ਸਾਡਾ ਮੇਨ ਫੋਕਸ ਹੈਗਾ ਨਾ, ਬਟ ਇਹਨਾਂ ਕੁਐਸਚਨ ਵਧੀਆ, ਅਸੀਂ ਵੀ ਤਾਂ ਉਸੇ ਸਿਚੁਏਸ਼ਨ 'ਚ ਬੈਠੇ ਬਿਲਕੁਲ, ਬਹੁਤ ਦੇਖੋ, ਜ਼ਿਆਦਾ ਮੇਰੀ ਵੀ ਤਾਂ- money ਦੇਖੋ, ਇੰਨੀ ਕਿਸੇ ਕੋਲ ਕਈ ਵਾਰ ਮੇਰੀ ਨਹੀਂ ਉੱਥੇ ਹੁੰਦੀ। ਇਸ ਵੇਲੇ ਮਦਰ ਮੇਰੇ ਬੈਠੇ ਆ, ਮੇਰੀ ਵਾਈਫ ਦੀ ਮਦਰ ਬੈਠੇ ਆ, ਮੇਰੀ ਵਾਈਫ ਦੇ ਬ੍ਰਦਰ ਬੈਠੇ ਆ ਉੱਥੇ, ਮੇਰੀ ਵਾਈਫ ਦਾ ਮਾਸਟਰ ਬੈਠਾ, ਮੇਰੀ ਵਾਈਫ ਦੀ ਮਾਸਟਰ ਦੀ, ਔਰ ਮੇਰੇ ਜਿੰਨੇ ਕਰੀਬੀ ਦੋਸਤ ਆ, ਕਿਉਂਕਿ ਮੈਂ ਪਬਲਿਕਲੀ ਕਹਿ ਸਕਦਾ ਨਾ, ਕਿਉਂਕਿ ਉਹਨਾਂ ਦੇ ਸਾਰਿਆਂ ਦੇ ਫੈਮਿਲੀ ਜਿਹੜੀਆਂ ਮੈਂ ਉਹਨਾਂ ਨੂੰ ਕਿਹਾ ਵੀ ਅੜਕ ਜਾਓ, ਉਹ ਵੀ ਉੱਥੇ ਬਾਹਰ ਜਿਹੜੇ ਨੇ ਹਜੇ ਉੱਥੇ ਬੈਠੇ, ਉਹ ਵੀ ਐਸੀ ਸਿਚੁਏਸ਼ਨ ਜਿਹੜੇ ਭਾਈ ਸਾਹਿਬ ਫਸੇ ਹੋਏ ਨੇ। ਤੇ ਅਸੀਂ ਅੱਜ ਜਿਹੜੀ ਸਾਡਾ ਫੋਕਸ ਹੈਗਾ ਉਹ ਹੈਗਾ ਕਿ ਅਸੀਂ ਕੈਨੇਡੀਅਨਸ ਨੂੰ ਜਲਦੀ ਤੋਂ ਜਲਦੀ ਇੱਥੇ ਲਿਆਈਏ, ਫਿਰ ਅਸੀਂ ਇਹ ਯਤਨ ਲੜਾਈ ਸ਼ੁਰੂ ਕਰਾਂਗੇ। ਮੈਂ ਆਲਰੇਡੀ ਕਿਹਾ ਹੈ, ਮੇਰੇ ਕੋਲ ਤਾਂ ਰਿਟਨ ਈਮੇਲ ਆ ਜਿਹੜੀ ਮੈਂ ਇਹ ਤਾਂ ਅੱਜ ਗੱਲ ਕਰ ਰਿਹਾ ਨਾ, ਮੈਂ ਅੱਜ ਤੋਂ ਮਹੀਨਾ ਪਹਿਲਾਂ ਇਹ ਗੱਲ ਕਰੀ ਸੀਗੀ ਮਿਨਿਸਟਰ ਗਰਨੋ ਨੂੰ, ਮਿਨਿਸਟਰ ਬੈਂਸ ਇੰਡਸਟਰੀ ਦੇ ਮਿਨਿਸਟਰ ਨੇ, ਔਰ ਮਿਨਿਸਟਰ ਸ਼ੈਂਪੇਨ ਜਿਹੜੇ ਸਾਡੇ ਫੋਰਨ ਅਫੇਅਰ ਮਿਨਿਸਟਰ, ਮੈਂ ਉਹਨਾਂ ਨੂੰ ਕਿਹਾ ਸੀ 에ਅਰ ਕੈਨੇਡਾ ਜਿਹੜਾ ਹੈਗਾ ਉਹ ਗਾਊਜਿੰਗ ਮਨੀ, ਜੇ ਉਹ ਕੈਂਸਲੇਸ਼ਨ ਹੈਗੀ ਆ, ਕਿਉਂਕਿ ਉਹਨਾਂ ਨੇ ਇੱਕ ਬਣਾਤਾ ਸੀ, ਅੱਗੇ ਹੁੰਦਾ ਸੀ ਵੀ ਇਹਨਾਂ ਦੀ ਹਫ਼ਤੇ 'ਚ ਤੁਸੀਂ ਸੀਟ ਬੁੱਕ ਕਰ, ਪਹਿਲਾਂ ਤਾਂ ਹੁੰਦਾ ਸੀ ਜਦੋਂ ਮਰਜ਼ੀ ਤੁਹਾਨੂੰ ਪ੍ਰੋਟੈਕਟ ਕਰਦੇ ਸੀਗੇ, ਫਿਰ ਕਹਿੰਦੇ ਜੀ ਹਫ਼ਤਾ ਜਾਂ 14 ਦਿਨ ਇਹਨਾਂ ਨੇ ਦਿੱਤੇ। ਮੈਂ ਕਿਹਾ ਇਹ ਨਹੀਂ ਐਕਸੈਪਟੇਬਲ, ਇਹ ਚੀਜ਼ ਦੇ ਲਈ ਲੜਾਈ ਹੁਣ ਇਸ ਵੇਲੇ ਜਿਹੜਾ ਯਤਨ ਆ ਆਪਾਂ ਉਹਨਾਂ ਨੂੰ ਕੈਨੇਡੀਅਨ ਨੂੰ ਇੱਥੇ ਲਈਏ, ਫਿਰ ਅਗਲਾ ਯਤਨ ਹੋਊਗਾ ਜਿਹੜਾ ਇਹ ਕਹਿ ਰਹੇ ਆ ਵੀ ਉਹਨਾਂ ਦੇ ਪੈਸੇ ਜਿਹੜੇ ਆ ਉਹ ਵਾਪਸ ਕਰਾਏ ਜਾਣ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਅਜੇ ਕੋਈ ਫਲੈਟਾਂ ਬਾਰੇ ਪਤਾ ਕਰਨਾ, ਜਿਹੜੀਆਂ ਕੱਤ ਫਲੈਟਾਂ ਚੱਲ ਰਹੀਆਂ, ਇਹ ਬੱਚੇ ਆਪਣੇ ਸਿਟੀਜ਼ਨ ਆ ਕੇ ਉਦੋਂ ਬਾਅਦ ਪੀਆਰ ਆਉਣਗੇ ਨਾ ਜੀ ਜੀ ਕਿਉਂਕਿ ਪਹਿਲਾਂ ਹੀ ਕਿਹਾ, ਦੇਖੋ ਮੈਂ ਆਲਰੇਡੀ ਦੇਖੋ ਹਰ ਚੀਜ਼ ਜਿਹੜੀ ਹੈ ਨਾ, ਕਿਉਂਕਿ ਇੱਕ ਸੁਖ ਧਾਲੀਵਾਲ ਤਾਂ ਇੱਕ 338 ਚ ਇੱਕ ਐਮਪੀ ਹੈ, ਠੀਕ ਹੈ ਨਾ, ਇਹ ਤਾਂ ਹੈ ਨਹੀਂ ਵੀ ਜੋ ਸੁਖ ਧਾਲੀਵਾਲ ਨੇ ਕਾਲਮ ਨਾਲ ਲਿਖਤਾ, ਪਰ ਮੈਂ ਤਾਂ ਆਵਾਜ਼ ਉਠਾ ਸਕਦਾ। ਜਿਹੜੀ ਪੀਆਰ ਦੀ ਗੱਲ ਹੈਗੀ ਆ ਉਹ ਆਲਰੇਡੀ ਮੇਰੀ ਰਿਟਨ ਰੂਪ ਦੇ ਵਿੱਚ ਹੈ ਜਿਹੜਾ ਵਾ ਉਹ ਅਸੀਂ ਭੇਜਿਆ ਉਹਨੂੰ ਮਿਨਿਸਟਰ ਨੂੰ, ਇਹ ਕਿਹਾ ਵੀ ਸਾਡੇ ਲਈ ਇਹ ਬਹੁਤ ਜ਼ਰੂਰੀ, ਕਿਉਂਕਿ ਜੋ ਬਿਜ਼ਨਸ ਦੇ ਵਿੱਚ ਵੀ ਸਾਡੇ ਬਰਾਬਰ ਦੇ ਭਾਈਵਾਲ ਨੇ, ਇੱਥੇ ਸਾਡੇ ਕੈਨੇਡਾ ਵੀ ਪਹੁੰਚੇ, ਠੀਕ ਹੈ ਨਾ, ਪਰ ਸਾਡਾ ਫਰਜ਼ ਬਣਦਾ। ਪਰ ਉਹ ਕਹਿੰਦੇ ਵੀ ਜਿਹੜੀ ਹੁਣ ਸਾਡੀ ਫਸਟ ਐਂਡ ਫੋਰਮੋਸਟ ਰਿਸਪੌਂਸਿਬਿਲਿਟੀ ਹੈਗੀ ਉਹ ਸਿਟੀਜ਼ਨ ਤੇ ਉਹਨਾਂ ਦੀਆਂ ਜਿਹੜੀਆਂ ਪੀਆਰ ਫੈਮਿਲੀਜ਼ ਉਹਨਾਂ ਨੂੰ, ਉਸ ਤੋਂ ਬਾਅਦ ਅਸੀਂ ਇਹ ਮਿਸ਼ਨ ਬੰਦ ਨਹੀਂ ਕਰਨਾ। ਐਵਰੀ ਡੇ ਹਾਈ ਕਮਿਸ਼ਨ ਨੂੰ ਮੈਂ ਜਿਹੜਾ ਵਾ ਮੈਸੇਜ, ਚਾਹੇ ਉਹ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਥਰੂ ਭੇਜਾਂ ਵੀ ਅਗਲੀਆਂ ਫਲਾਈਟਾਂ ਤਿਆਰ ਰੱਖੋ ਭਾਈ, ਇਹ ਹੁਣ 8 ਜਿਹੜੀਆਂ ਤੇ ਆਪਣੀ 8 ਤਰੀਕ ਨੂੰ ਖਤਮ ਹੋ ਜਾਣੀਆਂ ਨੇ, ਜਾਣੀ 15 ਫਲਾਈਟਸ ਹੋਰ ਜਿਹੜੀਆਂ 9 ਪਹਿਲਾਂ ਚੱਲ ਪਈਆਂ, 24 ਫਲਾਈਟਸ, ਜਦੋਂ ਇਹ 24 ਖਤਮ ਹੋਈਆਂ ਨਹੀਂ 8 ਤਰੀਕ ਨੂੰ, ਮੈਂ ਕਿਹਾ ਵੀ ਦੂਜੀਆਂ ਤਿਆਰ ਰੱਖੋ ਤਾਂ ਕਿ ਉਹਦੇ ਵਿੱਚ ਜਿਹੜੇ ਸਿਟੀਜ਼ਨ ਵੀ ਹੋਰ ਨਵੇਂ ਇੰਟਰਸਟ ਸ਼ੋ ਕਰਨਗੇ ਉਹ ਵੀ, ਤੇ ਪੀਆਰ ਵੀ ਉਹਨਾਂ ਨੂੰ ਲਿਆਉਣਾ ਸ਼ੁਰੂ ਕਰ ਦਈਏ ਕਿ ਬਿਫੋਰ ਜਦੋਂ ਤਾਈਂ ਹੋ ਸਕਦਾ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ 3 ਤਰੀਕ ਨੂੰ ਖੋਲ ਦੇਣ, ਜੇ ਨਹੀਂ ਖੋਲਦੇ ਤਾਂ ਇਹ ਮਿਸ਼ਨ ਜਿਹੜਾ ਅਸੀਂ ਜਾਰੀ ਰੱਖਾਂਗੇ। ਬਿਲਕੁਲ, ਇੱਕ ਸਵਾਲ ਬਹੁਤ ਹੈਗੇ ਆ, ਕਾਲਰ ਵੀ ਸਾਡੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ, ਪਰ ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਧੰਨਵਾਦ ਜੀ। ਬਿਲਕੁਲ, ਐਮਪੀ ਜਿਹੜੇ ਸੁਖ ਧਾਲੀਵਾਲ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਨੇ, ਖਾਸ ਕਰਕੇ ਉਹ ਕੁਐਸਚਨ ਜਿਹੜੇ ਲੋਕ ਸਾਡੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਫਸੇ ਹੋਏ ਨੇ। ਸੋ ਉਨ ਸਾਰੇ ਸਵਾਲਾਂ ਦੇ ਜਵਾਬ ਅਸੀਂ ਦੇ ਲਈ ਅਸੀਂ ਵਾਪਸ ਆਵਾਂਗੇ, ਬ੍ਰੇਕ ਲੈ ਲੈਂਦੇ ਆ। ਸੋ ਕੀਪ ਵਾਚਿੰਗ ਸਾਂਝਾ ਟੀਵੀ, ਵੀ ਵਿਲ ਬੀ ਰਾਈਟ ਬੈਕ ਆਫਟਰ ਅ ਕੈਨੇਡਾ ਡਰਾਈ ਸ਼ਾਰਟ ਬ੍ਰੇਕ। Welcome back after a Canada Dry short break, 100% natural flavor। ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਸੁਖ ਧਾਲੀਵਾਲ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਕਿ ਕਿਵੇਂ ਫਲਾਈਟਸ ਆ ਰਹੀਆਂ ਨੇ, ਕੀ ਸਕੈਜੂਲ ਹੈ, ਤੇ ਅਸੀਂ ਟਰਾਈ ਕਰ ਰਹੇ ਹਾਂ ਕਿ ਜਿੰਨੇ ਵੀ ਈਚ ਐਂਡ ਐਵਰੀਵਨ ਦੇ ਕੁਐਸਚਨ ਹੈਗੇ ਆ ਉਹਨਾਂ ਦਾ ਆਨਸਰ ਲੈ ਸਕੀਏ ਮਿਸਟਰ ਧਾਲੀਵਾਲ ਤੋਂ। ਸੋ ਮਿਸਟਰ ਧਾਲੀਵਾਲ, ਤੁਸੀਂ ਸਾਰਿਆਂ ਦੇ ਆਨਸਰ ਜਿਹੜੇ ਦੇ ਰਹੇ ਹੈਗੇ ਹੋ, ਪਰ ਆਪਾਂ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਜਿੰਨੇ ਤੁਹਾਡੇ ਹੁਣ ਤੱਕ ਕਾਲਰ ਆਏ ਆ, ਵੈਰੀ ਰਿਸਪੈਕਟਫੁਲ। ਇਹ ਜਿਹੜੀ ਜਦੋਂ ਇਹੋ ਜੀ ਡਾਇਲੌਗ ਹੁੰਦਾ ਨਾ, ਬੜਾ ਮਜ਼ਾ ਆਵੇ, ਉਹਦੇ ਵਿੱਚ ਇਹ ਹੁੰਦਾ ਵੀ ਕੁਐਸਚਨ ਪੁੱਛ ਲਓ, ਆਨਸਰ ਵੀ ਹੋ ਰਿਹਾ। ਔਰ ਮੈਨੂੰ ਵੀ ਜਿਹੜਾ ਹੈਗਾ ਕਿ ਮੈਂ ਇਸ ਚੀਜ਼ ਦੇ ਵਿੱਚ ਮਹਿਸੂਸ ਕਰਦਾ ਕਿ ਇਹੋ ਜਿਹਾ ਜੇ ਸਾਡਾ ਮਾਹੌਲ ਇਸ ਸਮੇਂ ਤੇ, ਪਰਟੀਕੂਲਰਲੀ ਜਦੋਂ ਅਸੀਂ ਸਾਰੇ ਹੀ ਸਟ੍ਰੈਸਫੁਲ ਸਿਚੁਏਸ਼ਨ ਚੋਂ ਲੰਘ ਰਹੇ ਹਾਂ, ਦਿਸ ਸ਼ੋਜ਼ ਕਿ ਵੀ ਇਹਨੂੰ ਕਹਿੰਦੇ ਆ ਟੀਮ ਐਫਰਟ ਜਿਹੜੀ ਆ। ਰਾਈਟ, ਜਿਸ ਤਰ੍ਹਾਂ ਸਵਾਲ ਟਫ ਹੋ ਸਕਦਾ, ਪਰ ਜਦੋਂ ਪੁੱਛਣ ਦਾ ਪਿਆਰ ਦੇ ਨਾਲ ਤੁਹਾਡਾ ਤਰੀਕਾ ਵਾ, ਤੇ ਮੈਂ ਉਹ ਐਪਰੀਸ਼ੀਏਟ ਕਰਦਾ ਤੁਹਾਡੇ ਸਾਰੇ ਜਿਹੜੇ ਕਾਲਰਸ ਜਿਨ੍ਹਾਂ ਨੇ ਹੁਣ ਤਾਈਂ ਸਵਾਲ ਪੁੱਛਿਆ, ਤੇ ਹੋਪਫੁਲੀ ਇਸ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਆ ਉਹ ਚੱਲਦਾ ਰਹੇ। ਬਿਲਕੁਲ, ਇੱਕ ਵਾਰੀ ਫਿਰ ਤੋਂ ਕਹਿ ਰਹੇ ਹਾਂ ਕਿ ਆਪਣੇ ਜਿਹੜੇ ਸਵਾਲ ਹੈਗੇ ਆ ਉਹ ਸ਼ਾਰਟ ਰੱਖੋ ਤਾਂ ਕਿ ਅਸੀਂ ਇਹਨਾਂ ਤੋਂ ਆਨਸਰ ਲੈ ਸਕੀਏ, ਤੇ ਰਿਸਪੈਕਟਫੁਲ ਮੈਨਰ ਦੇ ਨਾਲ ਅਸੀਂ ਇਹਨਾਂ ਤੋਂ ਸਵਾਲ ਪੁੱਛੀਏ ਤਾਂ ਕਿ ਜਿਹੜੇ ਸਾਡੇ ਸਾਰੀਆਂ ਕਨਫਿਊਜ਼ਨ ਨੇ ਉਹ ਦੂਰ ਹੋ ਸਕਣ। ਸੋ ਕਾਲਰ ਨੇ ਆਪਣੇ ਨਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਜੀ ਫਲੈਟਾਂ ਬਾਰੇ ਜਾਣਕਾਰੀ ਲੈਣੀ ਜੀ, ਜਿਹੜੀਆਂ ਆਪਣੀਆਂ ਫਲੈਟਾਂ ਕਰ ਆ ਰਹੀਆਂ ਜੀ। ਬਿਲਕੁਲ, ਤੁਸੀਂ ਜਿਹੜੀਆਂ ਹੈਗੀਆਂ ਫਲਾਈਟਸ ਬਾਰੇ ਜਾਣਕਾਰੀ ਆਲਰੇਡੀ ਅਸੀਂ ਦੇ ਚੁੱਕੇ ਹੈਗੇ ਆ, ਪਰ ਇੱਕ ਵਾਰ ਫਿਰ ਤੋਂ ਅਸੀਂ ਕਹਿ ਰਹੇ ਹਾਂ ਕਿ ਕਦੋਂ ਤੱਕ ਜਿਹੜੀਆਂ ਅੱਜ ਇੱਕ ਸਟਾਰਟ ਹੋ ਗਈਆਂ ਨੇ। ਸੋ ਥਰਡ ਫੇਜ਼ ਜਿਹੜਾ ਕਦੋਂ ਤੋਂ ਸਟਾਰਟ ਹੋਵੇਗਾ? ਥਰਡ ਫੇਜ਼ ਆਲਰੇਡੀ ਜਿਹੜਾ ਉਹ ਸਟਾਰਟ ਹੋ ਚੁੱਕਾ। ਦੋਨੇ ਫਲਾਈਟਸ ਜਿਹੜੀਆਂ ਥਰਡ ਫੇਜ਼ ਦੀਆਂ ਫਸਟ 2 ਫਲਾਈਟਸ ਸੀਗੀਆਂ
ਉਹ 22 ਤੇ 24 ਤਰੀਕ ਨੂੰ ਅੰਮ੍ਰਿਤਸਰ ਤੋਂ ਉੱਡ ਚੁੱਕੀਆਂ ਹੈਗੀਆਂ ਤੇ ਤੀਜੀ ਫਲਾਈਟ ਜਿਹੜੀ ਹੈਗੀ ਆ ਉਹ ਗੁਜਰਾਤ ਤੋਂ ਉੱਡਣੀ ਹੈਗੀ ਆ, ਚੌਥੀ ਬੰਗਲੌਰ ਤੋਂ, ਪੰਜਵੀਂ ਬੰਬੇ ਤੋਂ, 6ਵੀਂ 7ਵੀਂ ਜਿਹੜੀ ਆ ਉਹ ਦਿੱਲੀ ਤੋਂ। ਉਹ 1 ਤੇ 3 ਮਈ ਨੂੰ ਦਿੱਲੀ ਤੋਂ, 3 ਮਈ ਨੂੰ ਜਿਹੜਾ ਇਹ ਫੇਜ਼ ਆ ਉਹ ਖਤਮ ਹੋ ਜਾਏਗਾ। ਸੈਕੰਡ ਜਿਹੜਾ ਫੇਜ਼ ਸੀਗਾ, ਥਰਡ ਫੇਜ਼ ਦੀਆਂ ਆਲਰੇਡੀ ਅੱਜ ਬੁਕਿੰਗ ਸ਼ੁਰੂ ਹੋ ਗਈ ਆ। ਉਹਦੇ ਵਿੱਚ 29 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਔਰ ਉਹ 8 ਅਪ੍ਰੈਲ ਤੱਕ ਜਿਹੜੀਆਂ ਨੇ 8 ਦੀਆਂ 8 ਫਲਾਈਟਸ ਜਿਹੜੀਆਂ ਵੈਨਕੂਵਰ 4 ਆਉਣੀਆਂ ਔਰ 4 ਜਿਹੜੀਆਂ ਟੋਰਾਂਟੋ। ਸੋ ਜਿਹੜੀਆਂ ਇਹ ਸਾਰੇ ਤਿੰਨੇ ਹੀ ਫੇਜ਼ 24 ਫਲਾਈਟਸ ਸੀ, 24 ਫਲਾਈਟਸ ਜਿਹੜੀਆਂ ਉਹ 8 ਤਰੀਕ ਤੱਕ ਸਾਰੀਆਂ ਜਿਹੜੀਆਂ ਨੇ ਉਹ ਖਤਮ ਹੋਣ। ਪਰ ਇਹ ਨਹੀਂ ਵੀ ਉਹ ਖਤਮ ਹੋ ਗਈ, ਅੱਗੇ ਨਹੀਂ ਲੱਗਣੀਆਂ। ਆਲਰੇਡੀ ਜਿਹੜਾ ਅੱਜ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਫਿਰ ਮੈਸੇਜ ਭੇਜਿਆ ਵੀ ਬੜਾ ਵਧੀਆ ਰਿਸਪੌਂਸ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੋ, ਲੋਕ ਖੁਸ਼ ਨੇ ਔਰ ਜਿਹੜੇ ਲੋਕ ਕਤਰ ਏਅਰਵੇਜ਼ ਆਏ ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਨੇ ਬੜਾ ਵਧੀਆ ਉਹਨਾਂ ਨੂੰ ਜਿਹੜਾ ਸੀ ਉਹ ਸੰਭਾਲਿਆ, ਰੋਟੀ ਪਾਣੀ ਦਿੱਤਾ। ਸੋ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਕਤਰ ਏਅਰਵੇਜ਼ ਨੇ ਜਿਹੜਾ ਵਾ ਇੱਕ ਸੋਹਣਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਜਿਹੜੀ ਹੈ ਇੱਕ ਥਾਂ ਬਣਾ ਲਈ ਆ ਵੀ ਅਸੀਂ ਹੋਰ ਫਲਾਈਟਸ ਜਿਹੜੀਆਂ ਆਲਰੇਡੀ ਉਹਨਾਂ ਨੂੰ ਨੈਗੋਸ਼ੀਏਟ ਕਰਨੀ। ਸੋ ਇਹਦੇ ਵਿੱਚ ਜਿਹੜੀਆਂ ਫਲਾਈਟਸ ਨੇ ਜਿਹੜੀਆਂ ਤੀਜੇ ਫੇਜ਼ 'ਚ ਚੱਲਣੀਆਂ ਉਹ ਐਵਰੀਡੇ ਚੱਲਣਗੀਆਂ ਕਿ ਇਹਦੇ ਵਿੱਚ ਵੀ ਗੈਪ ਹੋਊਗਾ? ਉਹਦੇ ਵਿੱਚ ਤਕਰੀਬਨ ਦੇਖੋ 29 ਤਰੀਕ ਨੂੰ ਚੱਲਣੀ ਹੈਗੀ ਆ, ਪਹਿਲੀ ਤਰੀਕ ਨੂੰ 2 ਫਲਾਈਟ ਚੱਲਣੀਆਂ, ਇੱਕ ਚੱਲਣੀ ਆ 2 ਫਲਾਈਟਾਂ ਚੱਲਣੀਆਂ, ਇੱਕ ਅੰਮ੍ਰਿਤਸਰ ਤੋਂ ਚੱਲੂਗੀ, ਇੱਕ ਦਿੱਲੀ ਤੋਂ ਚੱਲੂਗੀ, ਠੀਕ ਹੈ ਨਾ। ਇਹ ਤੇ ਫਿਰ ਉਸ ਤੋਂ ਬਾਅਦ 3 ਤਰੀਕ ਨੂੰ ਵੀ 2 ਫਲਾਈਟ ਚੱਲਣਗੀਆਂ। ਉਸ ਤੋਂ ਬਾਅਦ ਐਵਰੀਡੇ 4, 5, 6, 7, 8 ਤੱਕ ਜਿਹੜੀ ਹੈ ਐਵਰੀਡੇ ਫਲਾਈਟ ਚੱਲੂ, ਪਰ ਆਲਟਰਨੇਟ ਹੋਊਗੀ। ਇੱਕ ਦਿਨ ਵੈਨਕੂਵਰ ਆਊਗੀ, ਇੱਕ ਦਿਨ ਟੋਰਾਂਟੋ ਜਾਏਗੀ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ ਹੈ ਤੁਹਾਡਾ, ਤੁਸੀਂ ਪੁੱਛ ਸਕਦੇ ਆ ਜੀ ਕੁਐਸਚਨ। ਹਾਂਜੀ, ਮੇਰਾ ਕੁਐਸਚਨ ਹੈ ਜੀ ਵੀ ਜਿਹੜੀ 3 ਤਰੀਕ ਨੂੰ ਫਲਾਈਟ ਆ ਰਹੀ ਹੈਗੀ ਆ ਉਹ ਮੌਂਟਰੀਅਲ ਆ ਰਹੀ ਹੈਗੀ ਆ, ਪਰ ਪੈਸੇਂਜਰ ਉਹਦੇ ਵਿੱਚ ਟੋਰਾਂਟੋ ਦੇ ਆ, ਤੇ ਉਹ ਕਿਸ ਤਰ੍ਹਾਂ ਪਹੁੰਚਣਗੇ ਟੋਰਾਂਟੋ? ਠੀਕ ਹੈ ਜੀ, ਦੇਖੋ 2 ਫਲਾਈਟਸ ਆ ਰਹੀਆਂ 3 ਤਰੀਕ ਨੂੰ। ਇੱਕ 3 ਤਰੀਕ ਨੂੰ ਫਲਾਈਟ ਜਿਹੜੀ ਆ ਉਹ ਮੌਂਟਰੀਅਲ ਆ ਰਹੀ ਆ ਤੇ ਇੱਕ 3 ਤਰੀਕ ਨੂੰ ਫਲਾਈਟ ਜਿਹੜੀ ਹੈਗੀ ਆ ਉਹ ਵੈਨਕੂਵਰ ਵੀ ਉਸ ਦਿਨ ਆ ਰਹੀ ਆ। ਜਿਹੜੀ ਮੌਂਟਰੀਅਲ ਫਲਾਈਟ ਆਉਣੀ ਹੈਗੀ ਆ ਉਦੋਂ 2 ਘੰਟੇ ਬਾਅਦ, ਕਿਉਂਕਿ ਆਲਰੇਡੀ ਜਿਹੜੀਆਂ 2 ਫਲਾਈਟਸ ਆਲਰੇਡੀ ਉਤਰ ਚੁੱਕੀਆਂ, ਜਿਹੜੀ 22 ਤਰੀਕ ਨੂੰ ਔਰ 24 ਤਰੀਕ ਨੂੰ ਚੱਲੀ ਸੀ ਉਹ ਮੌਂਟਰੀਅਲ ਸੀਗੀ। ਮੌਂਟਰੀਅਲ ਉਹ 2:30 ਵਜੇ ਫਲਾਈਟ ਉਤਰਦੀ ਆ। ਜਦੋਂ 2:30 ਵਜੇ ਉਹ ਫਲਾਈਟ ਉਤਰੀ ਤਾਂ 4:30 ਵਜੇ 에ਅਰ ਕੈਨੇਡਾ ਦੀ ਫਲਾਈਟ ਜਿਹੜੀ ਹੈਗੀ ਆ ਉਹ ਮੌਂਟਰੀਅਲ ਤੋਂ ਟੋਰਾਂਟੋ ਜਿਹੜੀ ਆ ਉਹ ਲੈ ਕੇ ਜਾਂਦੀ। ਇਸੇ ਕਰਕੇ ਜਿਹੜੀ ਉਹ ਟਿਕਟ ਦੀ ਫੇਅਰ ਹੈਗਾ, ਜਿਹੜੀ ਮੌਂਟਰੀਅਲ ਫਲਾਈਟ ਆਉਂਦੀ ਸੀ ਉਹ ਸੀਗਾ $2500, ਕਿਉਂਕਿ ਉਹ ਆਨਲਾਈਨ ਬੁਕਿੰਗ ਸੀ, ਉਹਦੇ ਵਿੱਚ ਕਿਸੇ ਵੀ ਏਜੰਟ ਦਾ ਕੰਟਰੋਲ ਨਹੀਂ ਸੀ, ਉਹਦੇ ਵਿੱਚ ਫਸਟ ਕਮ ਫਸਟ ਸਰਵ ਸੀਗਾ। ਪਰ ਜਿਹੜਾ ਹੁਣ ਤੀਜਾ ਫੇਜ਼ ਆ ਉਹਦੇ ਵਿੱਚ ਤੁਸੀਂ ਅੱਜ ਦੇਖੋਗੇ, ਕਿਸੇ ਨੂੰ ਪੁੱਛ ਲਓ, ਮੈਂ ਸਾਰੇ ਜਿੰਨੇ ਮੇਰੇ ਕੋਲ ਵਨਰੇਬਲ ਕੇਸ ਆਏ ਸੀ, ਬਜ਼ੁਰਗ ਕੇਸ, ਚਾਹੇ ਉਹ ਐਡਮਿੰਟਨ ਸੀ, ਚਾਹੇ ਵਿਨੀਪੈਗ ਸੀ, ਚਾਹੇ ਵਿਕਟੋਰੀਆ ਸੀ, ਚਾਹੇ ਕੈਨੇਡਾ ਦੇ ਕਿਸੇ ਜਿੱਥੇ ਵੀ ਸਾਡੇ ਇੱਧਰ ਸੀ, ਉਹ ਸਾਰੇ ਦੇ ਸਾਰੇ ਅੱਜ ਮੋਸਟਲੀ ਜਿਹੜੇ ਨੇ ਉਹਨਾਂ ਨੇ ਵਨਰੇਬਲ ਕੇਸ ਨੂੰ, ਕਿਸੇ ਨੂੰ ਡਿਪਰੈਸ਼ਨ ਦੀ ਇਸ਼ੂ ਸੀਗਾ, ਕਿਸੇ ਨੂੰ ਹਾਰਟ ਇਸ਼ੂ ਸੀਗਾ, ਕਿਸੇ ਨੂੰ ਕੈਂਸਰ ਇਸ਼ੂ ਸੀ, ਅੱਜ ਉਹ ਸਾਰੇ ਬੁੱਕ ਹੋ ਗਏ। ਔਰ ਇਹ ਜਿਹੜੀ ਚੀਜ਼ ਹੈਗੀ, ਜਿਹੜਾ ਪਹਿਲਾ ਫੇਜ਼ ਹੁਣ ਇਸ ਵੇਲੇ ਚੱਲ ਰਿਹਾ, ਉਹਦੇ ਵਿੱਚ ਜਿਹੜੇ ਮੋਸਟ ਵਨਰੇਬਲ ਪੀਪਲ ਹੈਗੇ ਆ ਉਹਨਾਂ ਨੂੰ ਹਾਈ ਕਮਿਸ਼ਨਰ ਜਿਹੜਾ ਹੈਗਾ ਉਹ ਫੋਕਸ ਕਰ ਰਿਹਾ ਹੈਗਾ। ਸੋ ਮੇਰੇ ਹਿਸਾਬ ਨਾਲ ਉਹਨਾਂ ਦਾ ਮੈਂ ਆਨਸਰ ਜਿਹੜਾ ਉਹ ਕਰ ਦਿੱਤਾ ਜੀ। ਬਿਲਕੁਲ। ਤੇ ਇੱਕ ਹੋਰ ਕਾਲਰ ਨੇ ਜੀ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਤੁਸੀਂ ਆਪਣੇ ਟੀਵੀ ਸੈੱਟ ਦੀ ਆਵਾਜ਼ ਥੋੜੀ ਘੱਟ ਕਰ ਲਓਗੇ ਤੇ ਤੁਸੀਂ ਕੁਐਸਚਨ ਪੁੱਛ ਸਕਦੇ ਹੋ। ਹੈਲੋ ਹਾਂਜੀ ਜੀ ਹਾਂਜੀ, ਮੇਰਾ ਕੁਐਸਚਨ ਇਹ ਆ ਮਿਸਟਰ ਸੁਖ ਧਾਲੀਵਾਲ ਨੂੰ, ਕਿਉਂਕਿ ਮੇਰੇ ਵੀ ਕਈ ਰਿਲੇਟਿਵ ਹੈਗੇ ਆ। ਆਈ ਥਿੰਕ ਮੈਂ ਸੁਣ ਰਹੀ ਸੀ ਪ੍ਰੋਗਰਾਮ, ਪਰ ਉਹਨਾਂ ਨੇ ਇਹ ਗੱਲ ਕਲੀਅਰ ਨਹੀਂ ਕੀਤੀ ਕਿ ਜਿਹੜਾ ਵੋਲੰਟੀਅਰ ਗਰੁੱਪ ਆ ਉਹ ਹੁਣ ਬਿਲਕੁਲ ਮਤਲਬ ਉਹਨਾਂ ਦਾ ਮਿਸ਼ਨ ਬਿਲਕੁਲ ਹੋ ਗਿਆ, ਖਤਮ ਹੋ ਗਿਆ, ਕਿ ਜਾਂ ਕਿ ਗਵਰਨਮੈਂਟ ਵੱਲੋਂ ਉਹਨਾਂ ਨੂੰ ਕੋਈ ਹੈਲਪ ਮਿਲ ਰਹੀ ਆ। ਆਲਦੋ ਗਵਰਨਮੈਂਟ ਤਾਂ ਆਪਣੇ ਪਲੇਨ ਲੈ ਕੇ ਆ ਹੀ ਰਹੀ ਆ, ਹਾਈ ਕਮਿਸ਼ਨ ਟਰਾਈ ਕਰ ਰਿਹਾ, ਬਟ ਬਿਕਾਜ਼ ਵੋਲਿਊਮ ਬਹੁਤ ਹਾਈ ਆ, ਸੋ ਜੇ ਉਹ ਫਲਾਈਟਾਂ ਵੀ ਆਈ ਥਿੰਕ ਨਾਲ ਆ ਜਾਂਦੀਆਂ ਤਾਂ ਲੋਕ ਬਹੁਤ ਛੇਤੀ ਆ ਜਾਣੇ ਸੀਗੇ। ਸੋ ਜੇ ਇਹ ਕਲੀਅਰ ਕਰ ਦੇਣ ਕਿ ਉਹ ਬਿਲਕੁਲ ਇਹਨਾਂ ਨੇ ਉਹਨੂੰ ਇੱਕ ਪਾਸੇ ਅੱਖੋਂ ਪਰੋਖੇ ਕਰ ਦਿੱਤਾ ਹੈ, ਜਾਂ ਕਿ ਕਿਸੇ ਤਰੀਕੇ ਹੈਲਪ ਕਰ ਸਕਦੇ ਆ ਤਾਂ ਕਿ ਹੋਰ ਫਲਾਈਟਾਂ ਵੀ ਆ ਸਕਣ ਤੇ ਲੋਕ ਛੇਤੀ ਆ ਸਕਣ। ਬਿਲਕੁਲ ਜੀ, ਥੈਂਕ ਯੂ ਜੀ ਕੁਐਸਚਨ ਵਾਸਤੇ। ਬੜਾ ਵਧੀਆ ਕੁਐਸਚਨ ਹੁੰਦਾ, ਕਿਉਂਕਿ ਮੈਂ ਕਿਉਂਕਿ ਇਹਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਇੱਕ ਲੋਕਲ ਗਰੁੱਪ ਹੈਗਾ ਉਹ ਇਦਾਂ ਆਪਣਾ ਜਿਹੜਾ ਫਲਾਈਟ ਉਹ ਲੈ ਕੇ ਆ ਸਕਦਾ ਹੈਗਾ। ਦੇਖੋ ਮੈਂ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ, ਜਿਹੜੇ ਉਹਨਾਂ ਦਾ ਕੁਐਸਚਨ, ਲੈਟ ਮੀ ਪਹਿਲਾਂ ਉਹਨਾਂ ਦਾ ਜਵਾਬ। ਜ਼ਰੂਰ। ਜਦੋਂ ਇੱਕ ਕੈਨੇਡੀਅਨ ਗਵਰਨਮੈਂਟ ਦੀ ਗੱਲ ਕਰਦੇ ਹੈਗੇ ਆ, ਮੈਂ ਅੱਜ ਵੀ ਤੁਹਾਨੂੰ ਕਹਿਣਾ ਕਿ ਐਜ਼ ਏ ਮੈਂਬਰ ਆਫ ਪਾਰਲੀਮੈਂਟ ਤੇ ਐਜ਼ ਸਾਡਾ ਹਾਈ ਕਮਿਸ਼ਨਰ ਨੇ ਕੈਨੇਡੀਅਨ ਗਵਰਨਮੈਂਟ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਇਹਨਾਂ ਦੀ ਸਪੋਰਟ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਆ। ਸਾਡੇ ਵੱਲੋਂ ਇਹੀ ਕੁਐਸਚਨ ਜਿਹੜਾ ਸੀਗਾ, ਜਿਹੜਾ ਅੱਜ ਇਹ ਰੇਜ਼ ਕਰਦੇ ਆ, ਉਹ ਐਡਫਾਸਟ ਨੇ ਹਾਈ ਕਮਿਸ਼ਨਰ ਨੂੰ ਵੀ ਰੇਜ਼ ਕੀਤਾ ਸੀ। ਠੀਕ ਹੈ ਨਾ, ਹਾਈ ਕਮਿਸ਼ਨਰ ਨੂੰ ਜਦੋਂ ਕੁਐਸਚਨ ਰੇਜ਼ ਕੀਤਾ ਤਾਂ ਉਹਨਾਂ ਦਾ ਵੀ ਇਹੀ ਜਵਾਬ ਸੀ ਕਿ ਵੀ ਇਹ ਇਕੱਲਾ ਇਸ ਗਰੁੱਪ ਲਈ ਨਹੀਂ, ਇਹ ਬਲੈਂਕਟ ਡਿਸੀਜਨ ਜਿਹੜਾ ਹਿੰਦੁਸਤਾਨ ਸਰਕਾਰ ਦਾ ਵੀ ਕੋਈ ਵੀ ਫਲਾਈਟ ਜਿਹੜੀ ਉਹਨਾਂ ਨੇ ਜਿਹੜੀ ਆ ਉਹ ਉੱਥੋਂ ਉੱਡਣੀ ਹੈਗੀ ਆ, ਉਹ ਗਵਰਨਮੈਂਟ ਦੀ ਜਿਹੜੀ ਆ
ਉਹ ਫਲਾਈਟ ਜਿਹੜੀ ਆ ਗਵਰਨਮੈਂਟ ਉਹਨੂੰ ਮੈਨੇਜ ਕਰੇ, ਗਵਰਨਮੈਂਟ ਉਹਨੂੰ ਐਡਮਿਨਿਸਟਰ ਕਰੇ, ਤਾਂ ਉਹ ਫਲਾਈਟ ਹੋਣੀ। ਜਿਹੜਾ ਇਸ ਵੇਲੇ ਹਾਈ ਕਮਿਸ਼ਨਰ ਕਹਿੰਦਾ, ਕਿਉਂਕਿ ਸੋ ਮੈਨੀ ਲੌਜਿਸਟਿਕਸ ਇਨਵੋਲਵਡ ਹੈਗੇ, ਜਿਸ ਤਰ੍ਹਾਂ ਹੁਣ 250 ਪੈਸੇਂਜਰ ਹੈਗਾ, ਉਹ 250 ਪੈਸੇਂਜਰ ਦਾ ਦੇਖਣਾ ਵੀ ਉਹਨੂੰ ਪਿਕ ਕਿਹਨੇ ਕਰਨਾ, ਉਹਦੀ ਕਾਰ ਦਾ ਨੰਬਰ, ਉਹਦੇ ਡਰਾਈਵਰ ਦਾ, ਉਹਦੀ ਕਲੀਅਰੈਂਸ, ਉਹਨੂੰ ਪਾਸ ਜਿਹੜਾ ਲੈ ਕੇ ਦੇਣਾ, ਇਹ ਹੋ ਗਿਆ। ਉਸ ਤੋਂ ਬਾਅਦ ਹੈਗਾ ਕਿ 48 ਘੰਟੇ ਪਹਿਲਾਂ ਉਹਨਾਂ ਦੀ ਲਿਸਟ ਜਿਹੜੀ ਆ ਉਹ ਦੇਣੀ ਹੈਗੀ ਆ ਉਹਨਾਂ ਨੂੰ ਅਪਰੂਵਲ ਲਈ, ਜਿਹੜੀ ਆ, ਕਿਉਂਕਿ ਮੈਨੀਫੈਸਟ ਜਿਹੜਾ ਉਹ ਚਾਹੁੰਦੇ ਹੈਗੇ ਆ। ਸੋ ਇਸ ਵੇਲੇ ਹਾਈ ਕਮਿਸ਼ਨਰ ਨੇ ਇਹ ਕਿਹਾ ਹੈਗਾ ਕਿ ਜਿੰਨਾ ਮੇਰੇ ਕੋਲ ਸਟਾਫ ਹੈਗਾ, ਉਹ ਵੀ ਦੇਖੋ ਸਾਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਬਹੁਤ ਹਾਰਡ ਵਰਕ ਉਹ ਕੋਸ਼ਿਸ਼ ਕਰਦੇ ਪਏ ਸਟਾਫ ਦੀ, ਕਿਉਂਕਿ ਲੋਨ ਵੀ ਉਹਨਾਂ ਨੇ ਅਪਰੂਵ ਕਰਨੇ ਆ, ਉਹਨਾਂ ਨੇ ਹਰ ਤਰ੍ਹਾਂ ਦੀ ਕਾਲ ਵੀ ਲੈਣੀ ਆ। ਸੋ ਉਹ ਜਿਹੜਾ ਇਸ ਵੇਲੇ ਉਹ ਕਹਿੰਦੇ ਵੀ ਸਾਤੋਂ ਇੰਨਾ ਹੀ ਕੰਮ ਹੈਂਡਲ ਹੋਣਾ ਹੈਗਾ। ਇਸੇ ਕਰਕੇ ਜਿਹੜੀ ਇੱਕ ਫਲਾਈਟ ਐਵਰੀ ਡੇ ਜਿਹੜੀ ਆ ਉਹ ਆ ਰਹੀ ਆ। ਅਗਲੇ 13 ਦਿਨਾਂ ਦੇ ਵਿੱਚ ਜਿੰਨੇ ਲੋਕ ਆਉਣਾ ਚਾਹੁੰਦੇ ਹੈਗੇ ਕੈਨੇਡੀਅਨਸ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਇੱਥੇ ਜਿਹੜੇ ਆ ਇਸ ਹਿਸਾਬ ਨਾਲ ਪਹੁੰਚ ਜਾਣਗੇ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਹੈਲੋ ਹਾਂਜੀ, ਸਵਾਗਤ ਹੈ ਤੁਹਾਡਾ, ਅਸੀਂ ਤੁਹਾਨੂੰ ਸੁਣ ਰਹੇ ਹਾਂ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈਗਾ ਇਹਨਾਂ ਦਾ ਸੁਖਪਾਲੀ ਦਾ ਨਾਮ ਨਾਲ ਜੀ ਕਿ 에ਅਰ ਕੈਨੇਡਾ ਡਾਇਰੈਕਟ ਫਲਾਈਟਸ ਕਿਉਂ ਨਹੀਂ ਚਲਾ ਰਿਹਾ, ਜਦਕਿ ਗਵਰਨਮੈਂਟ ਨੇ ਇਹਨਾਂ ਨੂੰ ਮਿਲੀਅਨ ਆਫ ਡਾਲਰ ਦਾ ਪੈਕੇਜ ਦਿੱਤਾ ਹੈ, ਨੰਬਰ 1 ਐਂਡ ਨੰਬਰ 2 ਜਿਹੜੇ ਹੁਣ ਏਜੰਟਸ ਉੱਤੇ ਬੁਕਿੰਗ ਇਹਨਾਂ ਨੂੰ ਦਿੱਤੀ ਹੈ ਥਾਮਸ ਕੁੱਕ ਵਾਲਿਆਂ ਨੂੰ, ਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਬੜਾ ਹੈ ਕਿ ਜੋ ਉੱਥੇ ਕਈ ਫਰਾਡ ਈਮੇਲਸ ਆ ਰਹੀਆਂ, ਉਹ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਹ ਈਮੇਲ ਵੈਲਿਡ ਉਹਦੇ ਕੋਲੋਂ ਆ ਰਹੀ ਹੈ ਜਾਂ ਫਰਾਡ ਤੋਂ ਆ ਰਹੀ ਹੈ। ਬਹੁਤ ਜ਼ਿਆਦਾ ਕਨਫਿਊਜ਼ਨ ਹੈ ਜੀ। ਬਹੁਤ ਵਧੀਆ ਇਹਨਾਂ ਨੇ ਕੁਐਸਚਨ ਰੇਜ਼ ਕੀਤਾ। ਐਕਚੁਅਲੀ ਥੈਂਕ ਯੂ ਤੁਹਾਡਾ, ਤੁਸੀਂ ਇਹ ਕੁਐਸਚਨ। ਔਰ ਮੈਨੂੰ ਕੀ ਸੀ, ਅੱਜ ਜਦੋਂ ਉਹਨਾਂ ਨੂੰ ਉੱਥੇ ਲੋਕਾਂ ਨੂੰ ਆ ਰਹੇ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਉਹ ਕਰੋ, ਉਹਦੀ ਮੈਨੂੰ ਫੋਟੋ ਖਿੱਚ ਕੇ WhatsApp 'ਤੇ ਮੈਨੂੰ ਭੇਜ ਦਿਓ, ਤਾਂ ਮੈਂ ਜੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਦੱਸ ਦਿੰਦਾ ਵੀ ਜਿਹੜਾ thomas.cook.in ਜਿਹੜੀ ਈਮੇਲ ਦਾ ਉਹ ਐਡਰੈਸ ਹੋਏਗਾ ਨਾ ਕਿਸੇ ਦਾ ਵੀ, ਫਾਰ ਐਗਜ਼ਾਮਪਲ ਸੁਖ ਨਾਂ ਦਾ ਵਿਅਕਤੀ ਉੱਥੇ ਕੰਮ ਕਰਦਾ, ਉਹਦਾ ਈਮੇਲ ਜੇ ਹੋਇਆ sukh@thomascook.in ਹੈਗਾ ਇੰਡੀਆ। ਸੋ ਉਹ ਇੱਕ ਜੈਨੂਅਨ ਜਿਹੜੀ ਹੈਗੀ ਆ ਉਹ ਈਮੇਲ। ਔਰ ਜਦੋਂ ਉਹ ਤੁਹਾਨੂੰ ਵਾਪਸ ਕਰਨਗੇ ਤਾਂ ਉਹ ਵੀ ਜਿਹੜਾ ਹੈਗਾ ਥਾਮਸ ਕੁੱਕ ਦਾ ਹੀ ਜਿਹੜਾ ਪੋਰਟਲ ਹੈਗਾ ਜਿੱਥੇ ਪੈਸੇ ਪੇ ਕਰਨੇ। ਜੇ ਫਿਰ ਵੀ ਕੋਈ ਕਿਸੇ ਨੂੰ ਇਸ਼ੂ ਆਉਂਦਾ, ਕੋਈ ਕਿਸੇ ਕਾਰਨ ਕਰਕੇ ਨਹੀਂ ਹੈਗਾ, ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਸਾਨੂੰ WhatsApp ਕਰੋ, ਆਪਦੇ MP ਨੂੰ ਕਿਸੇ ਨੂੰ ਕਰ ਦਿਓ, ਉਹਨਾਂ ਦਾ ਫਰਜ਼ ਬਣਦਾ ਉਹ ਦੇਖਣ। ਜੇ ਇਸੇ ਕਰਕੇ ਇੱਕ ਵਲੰਟੀਅਰ ਗਰੁੱਪ ਦੀ ਆਪਾਂ ਪਹਿਲਾਂ ਗੱਲ ਕੀਤੀ, ਹੋ ਸਕਦਾ ਸਾਨੂੰ ਇਸ ਵੇਲੇ ਇਹੋ ਜਿਹਾ ਵਲੰਟੀਅਰ ਗਰੁੱਪ ਚਾਹੀਦਾ ਹੋਵੇ ਜਿਹੜਾ ਅਸੀਂ ਉਹਨਾਂ ਦੀ ਮਦਦ ਕਰੀਏ, ਤਾਂ ਕਿ ਜੇ ਕਿਸੇ ਨੂੰ ਇਹ ਸਿਚੁਏਸ਼ਨ ਆ ਰਹੀ ਆ ਉਹ ਅਸੀਂ ਮੇਕ ਸ਼ੋਰ ਕਰੀਏ ਕਿ ਉਹਨਾਂ ਨੂੰ ਕੋਈ ਜਿਹੜਾ ਉਹ ਨਾ ਲਵੇ। ਦੂਸਰਾ ਕੁਐਸਚਨ ਇਹਨਾਂ ਨੇ 에ਅਰ ਕੈਨੇਡਾ ਦਾ ਰੇਜ਼ ਕੀਤਾ ਹੈਗਾ। ਦੇਖੋ 에ਅਰ ਕੈਨੇਡਾ ਜਿਹੜਾ ਹੈਗਾ ਉਹਨੂੰ 100% ਜਿਹੜਾ ਹੈਗਾ ਉਹ ਕੈਨੇਡੀਅਨ ਗਵਰਨਮੈਂਟ ਕੰਟਰੋਲ ਨਹੀਂ ਕਰਦੀ, ਠੀਕ ਹੈ ਨਾ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ, ਠੀਕ ਹੈ ਨਾ, ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜਿਹੜੀਆਂ ਫਲਾਈਟਸ, ਉਹ ਉਹਨਾਂ ਨੇ ਕਿਹਾ ਵੀ ਅਸੀਂ 101 ਸਿਟੀਜ਼ ਜਿਹੜੀਆਂ ਸੀ ਇੰਟਰਨੈਸ਼ਨਲ, ਉਹਨਾਂ ਨੂੰ ਉਹ ਫਲਾਈਟਸ ਭੇਜਦੇ ਸੀ। ਇਸ ਵੇਲੇ ਸਿਰਫ ਉਹ 3 ਇੰਟਰਨੈਸ਼ਨਲ ਡੈਸਟੀਨੇਸ਼ਨ ਨੇ ਜਿਹਨੂੰ ਸਰਵ ਕਰਦੇ ਹੈਗੇ, ਠੀਕ ਹੈ ਨਾ। ਕੀ ਕਾਰਨ ਆ, ਮਿਨਿਸਟਰ ਨੂੰ ਅਸੀਂ ਕਿਹਾ, ਪਰ ਇਸ ਵੇਲੇ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਮੇਨ ਆ ਕਿ ਅਸੀਂ ਅੰਬ ਚੂਪਣੇ ਕਿ ਅਸੀਂ ਗੁਠਲੀਆਂ ਗਿਣਨੀਆਂ ਹੈਗੀਆਂ। ਜਦੋਂ ਉਹ ਅੰਬ ਚੂਪਣ ਦੀ ਗੱਲ ਕਰਦੇ ਤਾਂ ਕਤਰ 에ਅਰਵੇਜ਼ ਦੇ ਜਦੋਂ ਲੋਕਾਂ ਨੇ ਮੈਨੂੰ ਦੱਸਿਆ ਵੀ ਸਾਨੂੰ ਸਰਾਣੇ ਵੀ ਮਿਲੇ, ਸਾਨੂੰ ਚਾਦਰਾਂ ਵੀ ਮਿਲੀਆਂ, ਸਾਨੂੰ ਗਰਮ ਖਾਣਾ ਵੀ ਮਿਲਿਆ, ਸਾਨੂੰ ਜਿਹੜੀ ਚੀਜ਼ ਚਾਹੀਦੀ ਸੀ ਉਹਨਾਂ ਨੇ ਸਾਡੀ ਪੂਰੀ ਆਓ ਭਗਤ ਕੀਤੀ। ਜੇ ਉਹ ਉਹੀ ਆਓ ਭਗਤ ਕਰਦੇ ਹੈਗੇ ਆ ਤਾਂ ਅੰਮ੍ਰਿਤਸਰ ਤੋਂ ਹੁਣ ਫਲਾਈਟਸ ਚੱਲਦੀਆਂ ਹੈਗੀਆਂ ਨੇ, ਦੋਹਾ ਉਤਰਦੀ ਹੈਗੀ ਆ, ਦੋਹਾ ਤੋਂ ਫਲਾਈਟ ਜਿਹੜੀ ਆ ਉਹ ਇੱਥੇ ਆ ਜਾਂਦੀ। ਸੋ ਆਪਾਂ ਦਾ ਮੇਨ ਹੈਗਾ ਫੋਕਸ ਕਿ ਉਹ ਆ ਜਾਣ। ਜਿਹੜੀ ਇਹ ਇਸ਼ੂ 'ਤੇ ਗੱਲ ਕਰ ਰਹੇ ਆ ਉਹਦੇ 'ਤੇ ਅਸੀਂ ਵਾਰ-ਵਾਰ ਇਹ ਰੇਜ਼ ਵੀ ਕਰ ਰਹੇ ਹਾਂ ਮਿਨਿਸਟਰ ਦੇ ਨਾਲ, ਇਹ ਅਸੀਂ ਰੇਜ਼ ਕਰਦੇ ਵੀ ਰਹਿਣਾ ਕੁਐਸਚਨ। ਇਹ ਚੰਗੀ ਗੱਲ ਹੈ ਇਹਨਾਂ ਨੇ ਇਹ ਕੁਐਸਚਨ ਰੇਜ਼ ਕੀਤਾ, ਬਹੁਤ ਵਧੀਆ ਕੁਐਸਚਨ ਹੈ। ਇਨਫੈਕਟ ਜਿਹੜਾ ਕਿ ਅਸੀਂ ਵੀ ਇਹੀ, ਕਿਉਂਕਿ ਦੇਖੋ ਮੈਂ 에ਅਰ ਕੈਨੇਡਾ ਦਾ ਇੱਥੇ ਡਿਫੈਂਡ ਨਹੀਂ ਕਰਦਾ, ਮੈਂ ਤਾਂ 에ਅਰ ਕੈਨੇਡਾ ਨੂੰ ਕਿਹਾ ਹੈਗਾ, ਪਹਿਲੇ ਤਾਂ ਨਹੀਂ ਕਿਹਾ, ਮੇਰੇ ਕੋਲ ਤਾਂ ਲਿਖਤੀ ਰੂਪ ਚਿੱਠੀ ਪਈ ਹੈ ਕਿਉਂਕਿ ਸਿੱਧੀ ਫਲਾਈਟ ਆ ਰਹੀ ਹੈ, ਮੈਂ ਤਾਂ 에ਅਰ ਕੈਨੇਡਾ ਨੂੰ, ਔਰ ਕੱਲਾ ਮੈਂ ਨਹੀਂ, ਸਾਡੇ ਹੋਰ MPs ਨੇ ਵੀ ਕਿਹਾ ਵੀ 에ਅਰ ਕੈਨੇਡਾ ਨੂੰ ਤੁਸੀਂ ਕਹੋ, ਠੀਕ ਹੈ ਨਾ। ਪਹਿਲਾਂ ਕਹਿੰਦੇ ਸੀ, ਬਹਾਨੇ ਲਾਉਂਦੇ ਸੀ ਜੀ ਵੀ ਚਲੋ ਬਹਾਨਾ ਨਹੀਂ ਸੀ, ਪਹਿਲਾਂ ਮੰਨ ਲਿਆ ਵੀ ਕੁਆਰੰਟੀਨ ਰੂਲ ਸੀ ਇਹ 15 ਦਿਨ ਦਾ ਜਾਂ 14 ਦਿਨ ਦਾ, ਉਹ 'ਚ ਅਸੀਂ ਮੰਨ ਸਕਦੇ ਵੀ ਕਰੂ ਨੂੰ ਐਵਰੀਡੇ 15 ਬੰਦੇ ਅਸੀਂ, ਸਾਡੇ 30 ਦਾ ਕਰੂ ਹੋਵੇ, ਅਸੀਂ ਉਹ ਸਟਾਕ ਕਰ ਦਈਏ 400-500 ਸਾਡਾ ਕਰੂ। ਜਦੋਂ ਕੁਆਰੰਟੀਨ ਪੀਰੀਅਡ ਚੱਕਿਆ ਹੀ ਗਿਆ, ਮੈਂ ਕਿਹਾ ਵੀ ਹੁਣ ਤਾਂ ਸਾਨੂੰ ਜਿਹੜੀ ਸੀਗੀ ਉਹ ਚਾਰਟਰ ਫਲਾਈਟ ਜਿਹੜੀ, ਮੈਂ ਪਰਸਨਲ ਤੌਰ 'ਤੇ ਅੱਜ ਮੈਂ ਅੱਜ ਤਾਂ ਨਹੀਂ ਡਿਸਕਲੋਜ਼ ਕੀਤਾ, ਮੈਂ ਅੱਜ ਤੁਹਾਡੇ ਵਿਊਅਰਸ ਨੂੰ ਡਿਸਕਲੋਜ਼ ਕਰਦਾ ਕਿਉਂਕਿ ਮੇਰੀ ਅੰਦਰ ਬੜੀ ਹੋਈ ਹੈ। ਮੈਂ ਇੱਥੇ ਇੱਕ ਟਰੈਵਲ ਏਜੰਟ ਹੈਗਾ ਇੱਥੇ ਹੀ ਸਾਡੇ ਵੈਨਕੂਵਰ ਏਰੀਆ ਦੇ, ਔਰ ਇੱਕ ਜਿਹੜਾ ਸੀ ਪਾਇਲਟ ਸੀਗੇ ਕੋਈ ਜੀ 에ਅਰ ਕੈਨੇਡਾ ਦੇ ਨਾਲ ਵੀ, ਹੋਰ ਵੀ ਇੱਕ ਪਾਇਲਟ ਸੀ, ਤਿੰਨ ਜਾਣੇ। ਮੈਂ ਉਹਨਾਂ ਨੂੰ ਕਿਹਾ
ਵੀ ਇਹ ਦੇਖੀਏ ਆਪਾਂ, ਹੋ ਸਕਦਾ ਸਾਡੀ ਗਵਰਨਮੈਂਟ ਇਹ ਚੱਕਰ ਕਿਉਂਕਿ ਦੇਖੋ ਕਈ ਵਾਰ ਹੁੰਦਾ ਵੀ ਗਵਰਨਮੈਂਟ ਤੋਂ ਬਾਹਰ ਹੋ ਕੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਕਰੋ, ਪੁੱਛੋ 에ਅਰ ਕੈਨੇਡਾ ਨੂੰ ਵੀ ਜੇ ਉਹ $3000 ਲੱਗਦਾ ਹੈਗਾ ਵੀ ਜੇ 3000 ਦੇ ਵਿੱਚ ਸਾਡੀ ਇਹ ਚਾਰਟਰ ਜਿਹੜਾ ਵਾ ਉਹ ਪਲੇਨ ਵਰਕ ਕਰੇ। ਪਰ ਇਵੈਂਚੁਅਲੀ ਜਿਹੜਾ ਸੀਗਾ ਉਹੀ ਗੱਲ ਉਹਨਾਂ ਦੀ ਵੀ ਉਹਨਾਂ ਨੇ ਵੀ 에ਅਰ ਕੈਨੇਡਾ ਦੇ ਚਾਰਟਰ ਡਿਪਾਰਟਮੈਂਟ ਨੂੰ ਫੋਨ ਕਰ ਹੋਰ ਕਰ, ਇਵੈਂਚੁਅਲੀ ਉਹਨਾਂ ਦਾ ਡਿਸੀਜਨ ਸੀ ਵੀ ਨਹੀਂ ਸੁੱਖ ਇਹ ਜਿਹੜਾ ਵਾ ਇਹ ਕੰਮ ਨਹੀਂ ਹੋਣਾ ਹੈਗਾ, ਠੀਕ ਹੈ ਨਾ। ਪਰ ਭਾਵਨਾ ਇਹਨਾਂ ਦੀ ਚੰਗੀ ਹੈਗੀ ਆ। ਲੈਟ ਵੀ ਗੈਟ ਦਿਸ ਆਊਟ, ਜਿਹੜਾ ਆ ਪਹਿਲਾਂ ਆਪਾਂ ਫੇਜ਼ ਹੈਗਾ ਹੁਣ ਇਹ ਖਤਮ ਕਰ ਲਈਏ, ਆਪਾਂ ਜਿੰਨੇ ਆਪਣੇ ਉੱਥੇ ਲਵਡ ਵਨਸ ਬੈਠੇ ਆ ਉਹਨਾਂ ਨੂੰ ਆਪਾਂ ਇੱਥੇ ਲਿਆਈਏ। ਅਗਲੇ ਫੇਜ਼ ਦੇ ਵਿੱਚ ਇਹ ਦੇਖਣਗੇ ਕਿ ਮੈਂ ਇਹਨਾਂ ਦੀ ਆਵਾਜ਼ ਬਣ ਕੇ ਇਹ ਗੱਲ ਜਿਹੜੀ ਆ 에ਅਰ ਕੈਨੇਡਾ ਦਾ ਰੇਸ ਜਿਹੜੀ ਆ ਉਹ ਕਰੂੰਗਾ ਕਿ ਕਿਉਂ ਨਹੀਂ ਕੀਤੀ, ਔਰ ਇਹ ਕਰੂੰਗਾ ਨਹੀਂ ਆਲਰੇਡੀ ਮੈਂ ਦੱਸਦਾ ਮੇਰੇ ਕੋਲ ਹਜੇ ਤਾਈਂ ਈਮੇਲ ਪਈ ਆ 3 ਮਿਨਿਸਟਰ ਜਿਹੜੇ ਰਿਸਪੌਂਸੀਬਲ ਹੈਗੇ, ਇੰਡਸਟਰੀ ਮਿਨਿਸਟਰ ਮਿਸਟਰ ਬੈਂਸ ਔਰ ਬਹੁਤ ਮੇਰੀ ਹੈਲਪ ਕਰ ਰਹੇ ਆ ਇਸ ਵੇਲੇ। ਜਿਹੜੀ ਮੈਂ ਉਹਨਾਂ ਨੂੰ ਕਦੇ ਗਾਈਡੈਂਸ ਜੋ ਮੈਨੂੰ ਹੈਲਪ ਦੀ ਲੋੜ ਵੀ ਜਦੋਂ ਮੈਂ ਕਹਿੰਦਾ ਵੀ ਮੇਰੇ ਨਾਲ ਖੜੇ ਹੋ ਉਦੋਂ ਹੀ ਖੜੇ ਹੁੰਦੇ ਆ, ਉਦੋਂ ਹੀ ਉਹ ਮਿਨਿਸਟਰ ਦੂਜਿਆਂ ਨੂੰ ਫੋਨ ਕਰਦੇ ਆ। ਮਿਨਿਸਟਰ ਗਾਰਨੋ ਉਹ ਵੀ ਕਹਿੰਦੇ ਮੈਂ ਇਹਨੂੰ ਫਾਈਂਡ ਆਊਟ ਕਰੂੰਗਾ ਵੀ ਕਿਉਂ ਪੈਸੇ ਚਾਰਜ ਕਰਦੇ ਆ। ਮਿਨਿਸਟਰ ਸ਼ੈਂਪੀਅਨ ਇਹ ਮੇਰੇ ਕੋਲ, ਸੋ ਇਹ ਚੀਜ਼ਾਂ ਜਿਹੜੀਆਂ ਨੇ ਚੰਗੀ ਗੱਲ ਆ ਵੀ ਅੱਜ ਰੇਜ਼ ਕਰਦੇ ਪਬਲਿਕਲੀ, ਇਹ ਸਾਨੂੰ ਸਾਰੇ ਐਮਪੀਜ਼ ਨੂੰ ਵੀ ਹੈਲਪ ਕਰੂਗੀ ਜਦੋਂ ਅਸੀਂ ਇਹਨੂੰ ਅਗਲੀ ਸਟੇਜ ਤੇ ਲੈ ਕੇ ਜਾਣਾ। ਬਿਲਕੁਲ ਜੀ। ਇੱਕ ਹੋਰ ਕਾਲਰ ਨੇ ਆਪਣੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਜਦੋਂ ਦੀ ਰਜਿਸਟ੍ਰੇਸ਼ਨ ਸਟਾਰਟ ਹੋਈ ਹੈ ਉਦੋਂ ਦੇ ਮੇਰੇ ਬੇਟੇ ਨੇ ਰਜਿਸਟ੍ਰੇਸ਼ਨ ਕੀਤੀ ਹੈ ਜੀ। ਉਹ ਸਿਟੀਜ਼ਨ ਹੈ, ਨਾਲੇ ਉਹਨੂੰ ਮੈਡੀਕਲ ਪ੍ਰੋਬਲਮ ਹੈ ਜੀ, ਉਹਨੇ ਹਜੇ ਤੱਕ ਉਹਨੂੰ ਕੋਈ ਫਲਾਈਟ ਨਹੀਂ ਮਿਲ ਰਹੀ, ਰੋਜ਼ ਮੇਲ ਕਰਦਾ ਹੈ। ਦੇਖੋ ਤੁਸੀਂ ਜੇ ਉਹਦਾ ਪਰਸਨਲ ਇਸ਼ੂ ਹੈਗਾ ਨਾ, ਮੈਡੀਕਲ ਇਸ਼ੂ ਹੈਗਾ, ਬਿਲਕੁਲ ਜੀ ਬਿਲਕੁਲ। ਦੇਖੋ ਭੈਣੇ ਉਹ ਕਰੋ ਤੁਸੀਂ, ਤੁਹਾਨੂੰ ਪਤਾ ਕਿ ਮੈਂ ਇਸ ਤੋਂ ਬਾਅਦ ਇਹ ਨੰਬਰ ਮੇਰਾ ਲੈ ਸਕਦੇ ਹੋ, ਮੈਂ ਤੁਹਾਨੂੰ ਆਪਣਾ ਨੰਬਰ ਦੇ ਦਾਂਗਾ, ਤੁਸੀਂ ਮੈਨੂੰ ਟੈਲੀਫੋਨ ਕਰ ਲਓ ਤੇ ਮੈਂ ਜੇ ਉਹਨਾਂ ਨੂੰ ਮੈਡੀਕਲ, ਦੇਖੋ ਮੈਂ ਇਹਦੇ ਵਿੱਚ ਰਿਆਇਤ ਕਿਸੇ ਦੀ ਨਹੀਂ ਕਰ ਰਿਹਾ। ਪਿਛਲੇ ਸਮੇਂ ਦੇ ਵਿੱਚ ਮੈਂ ਕਲੀਅਰ ਲਫ਼ਜ਼ਾਂ 'ਚ ਇੱਕੋ ਹੀ ਫਾਰਮੈਟ ਬਣਾਇਆ ਵੀ ਜਿਹਨੂੰ ਕੋਈ ਮੈਡੀਕਲ ਇਸ਼ੂ ਹੈਗਾ, ਠੀਕ ਹੈ ਨਾ, ਉਹ ਮੈਨੂੰ ਭੇਜੋ, ਉਹਦੇ ਨਾਲ ਪ੍ਰੂਫ ਭੇਜੋ। ਇਹ ਨਹੀਂ ਵੀ ਹੀਅਰ ਸੇ ਕਰਤੀ, ਤੁਹਾਡਾ ਡਾਕਟਰ ਲਿਖ ਕੇ ਦੇਵੇ, ਮੈਂ ਤੁਹਾਡਾ ਕੇਸ ਜਿਹੜਾ ਵਾ ਉਹ ਗਲੋਬਲ ਅਫੇਅਰਸ ਨੂੰ ਭੇਜੂੰਗਾ ਕਿਉਂਕਿ ਮੈਂ ਚੁਣਿਆ ਹੋਇਆ ਨੁਮਾਇੰਦਾ ਚਾਹੇ ਕਿਤੇ ਵੀ ਹੋਵੇ। ਮੈਂ ਤੁਹਾਨੂੰ ਦੱਸ ਰਿਹਾ ਵੀ 60% ਕਾਲ ਜਿਹੜੀਆਂ ਮੈਨੂੰ ਆ ਰਹੀਆਂ ਉਹ ਅਕ੍ਰੋਸ ਕੈਨੇਡਾ ਬਾਹਰ, 20 ਨੇਬਰਿੰਗ ਰਾਈਡਿੰਗ, 20% ਮੇਰੀ ਆਪਦੀ ਰਾਈਡਿੰਗ ਤੋਂ। ਪਰ ਜੇ ਮੇਰੇ ਕੋਲ ਕੋਈ, ਇਹਨਾਂ ਨੇ ਪਹਿਲਾਂ ਆਪਾਂ ਪੀਆਰ ਦੀ ਵੀ ਗੱਲ ਕੀਤੀ, ਮੇਰੇ ਕੋਲ ਇੱਕ ਕੇਸ ਆਇਆ ਰੀਸੈਂਟਲੀ ਪੀਆਰ ਦਾ, ਮੈਂ ਨਾਂ ਨਹੀਂ ਉਹਦੀ ਆਇਡੈਂਟੀ ਨਹੀਂ ਡਿਸਕਲੋਜ਼ ਕਰਦਾ, ਇਨਫੈਕਟ ਮੈਂ ਕਿਸੇ ਨਾਲ ਸ਼ੇਅਰ ਵੀ ਕੀਤੀ ਹੈ ਕਿਸੇ ਭੈਣ ਦੇ ਨਾਲ ਵੀ ਉਹਨਾਂ ਦੇ ਪਿੰਡ ਤੋਂ ਸੀ ਉਹ ਬੱਚਾ, ਔਰ ਜਦੋਂ ਉਹਨਾਂ ਨੇ ਮੈਨੂੰ ਮੈਸੇਜ ਛੱਡਿਆ ਮੈਨੂੰ ਮੇਰਾ ਦਿਲ ਜਿਹੜਾ ਸੀ ਉਹ ਟੁੰਬਿਆ ਗਿਆ, ਠੀਕ ਹੈ ਨਾ। ਮੈਂ ਇੱਕ ਸਪੈਸ਼ਲ ਚਿੱਠੀ ਲਿਖੀ ਵੀ ਜੇ ਬੱਚੇ ਉਹਦੇ ਇੱਥੇ ਛੋਟੇ ਛੋਟੇ ਹੈਗੇ ਆ, ਗੁੱਡੀਆਂ ਉਹਦੀਆਂ, ਉਹ ਹੈਗਾ ਮੰਨ ਲਿਆ ਪੀਆਰ ਆ, ਹੁਣ ਇਸ ਵੇਲੇ ਉਹ ਇੰਨੇ ਹੈਲਥ ਸਮੱਸਿਆ 'ਚ ਫਸਿਆ ਹੋਇਆ, ਚਾਹੇ ਉਹ ਇੰਡੀਅਨ ਗਵਰਨਮੈਂਟ ਦਾ ਫਰਜ਼ ਬਣਦਾ ਕਿ ਉਹ ਸਿਟੀਜ਼ਨ ਉਹਨਾਂ ਦਾ ਹੀ ਆ, ਉਹਨੂੰ ਸਾਂਭੇ, ਠੀਕ ਹੈ ਨਾ। ਪਰ ਅਸੀਂ ਐਜ ਕਿਉਂਕਿ ਸਾਡਾ ਕੈਨੇਡੀਅਨ ਇਮੀਗ੍ਰੈਂਟ ਆ, ਉਹ ਇਵੈਂਚੁਅਲੀ ਜਿਹੜਾ ਸੀ ਹਾਈ ਕਮਿਸ਼ਨਰ ਵਾਸ ਵੈਰੀ ਕਾਈਂਡ, ਉਹਨਾਂ ਨੇ ਉਹ ਸਪੈਸ਼ਲ ਉਹਦੀ ਪਰਮਿਸ਼ਨ ਦੇ ਦਿੱਤੀ ਤੇ ਅੱਜ ਉਹ ਮੈਨੂੰ ਲੱਗਦਾ ਬੱਚਾ ਚੜ੍ਹ ਕੇ ਜਿਹੜਾ ਕੈਲਗਰੀ ਤੋਂ ਆ, ਮੈਨੂੰ ਕੋਲ ਲੱਗਦਾ ਪਰ ਨੰਬਰ ਉਹਦਾ ਵੈਨਕੂਵਰ ਦਾ ਸੀਗਾ ਟੈਲੀਫੋਨ ਨੰਬਰ। ਸੋ ਉਹ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਆ, ਮੈਂ ਬਹੁਤ ਸਾਰੇ ਕੇਸ ਜਿਹੜੇ ਮੇਰੇ ਕੋਲ ਆਏ ਆ ਐਡਮਿੰਟਨ ਤੋਂ ਵੀ ਆਏ ਆ ਮੇਰੇ ਕੋਲ, ਮੈਂ ਅੱਜ ਕਹਿਣ ਨੂੰ ਵੀ ਤਿਆਰ ਕਿ ਬਹੁਤ ਮੇਰੇ ਭੈਣ ਬੜੀ ਔਖੀ ਸੀ ਮੇਰੇ ਨਾਲ, ਬੜੀਆਂ ਉਹਨੇ ਮੈਨੂੰ ਗਲਤ ਮੈਸੇਜ ਪਹਿਲਾਂ ਲਿਖੇ, ਮੈਂ ਗੁੱਸਾ ਨਹੀਂ ਕੀਤਾ, ਮੈਂ ਉਹਨਾਂ ਨੂੰ ਇਹੀ ਲਿਖਿਆ ਭੈਣ ਜੇ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ, ਕਿਉਂਕਿ ਉਹ ਬਾਹਰ ਦੇਖਦੇ ਨਾ ਪਰਸੈਪਸ਼ਨ ਬਣਾਈ ਹੋਊਗੀ ਸੁਖਤਾਲੀ ਵਾਲੀ ਕੋਈ, ਉਹਨਾਂ ਨੇ ਮੈਨੂੰ ਕਿਹਾ, ਬਜ਼ੁਰਗ ਸੀਗੇ ਉਹਨਾਂ ਦੇ, ਐਵਰੀਡੇ ਮੈਂ ਉਹਨਾਂ ਨੂੰ ਕਾਲ ਕਰਦਾ ਸੀ ਕਿਉਂਕਿ ਅੱਜ ਜਿਹੜਾ ਹੁਣ ਵਨਰੇਬਲ ਲਿਸਟ ਬਣੀ ਆ, ਉਹਨਾਂ ਨੂੰ ਸਵੇਰੇ ਅੱਜ ਜਿਹੜਾ ਉਹ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਕਹਿੰਦੇ ਮੇਰੀ ਟਿਕਟ ਆ ਗਈ। ਸੋ ਭੈਣ ਨੂੰ ਇਹੀ ਬੇਨਤੀ ਆ ਕਿ ਜੇ ਤੁਸੀਂ ਜਾਂ ਹੋਰ ਵੀ ਇਹੋ ਜਿਹੇ ਕੇਸਿਸ ਹੈਗੇ ਮੈਨੂੰ ਦੱਸੋ, ਜਾਂ ਆਪਦੇ ਜਿਹੜਾ ਤੁਹਾਡਾ ਐਮਪੀ ਆ, ਲੋਕਲ ਐਮਪੀ, ਉਹਨੂੰ ਦੱਸੋ ਵੀ ਭਾਈ ਅਸੀਂ ਇਸ ਸਿਚੁਏਸ਼ਨ 'ਚ ਜਾ ਰਹੇ ਹਾਂ, ਸਾਡੀ ਹੈਲਪ ਕਰੋ। ਇਹ ਅਸੀਂ ਹੈਲਪ ਜਿਹੜੀ ਇਸ ਵੇਲੇ ਉਹਨਾਂ ਦੀ ਕਰ ਸਕਦੇ ਹਾਂ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ। ਮੇਰੇ ਐਕਚੁਅਲੀ ਕੁਐਸਚਨ ਸੀਗਾ ਵੀ ਪਹਿਲਾਂ ਬਾਕੀ ਕੁਐਸਚਨ ਆਈ ਥਿੰਕ ਬਾਕੀ ਕਾਲਰਸ ਨੇ ਪੁੱਛ ਲਏ, ਉਹ ਆਨਸਰ ਹੋ ਗਿਆ ਸੀ, 에ਅਰ ਕੈਨੇਡਾ ਕਿਉਂ ਨਹੀਂ ਅਪਲਾਈ ਕਰ ਰਹੀ ਜਾਂ ਫਿਰ ਆਪਾਂ ਡਿਲੇ ਕਿਉਂ ਕੀਤਾ ਪ੍ਰੋਸੈਸ, ਬਾਕੀ ਸਾਰੇ ਕੁਐਸਚਨ। ਹੁਣ ਇੱਕ ਚੀਜ਼ ਹੋਰ ਆ, ਮੈਂ ਇੱਥੇ ਇਹ ਕਹਿਣਾ ਚਾਹੁੰਦਾ ਸੀ ਵੀ ਜਿਹੜੇ ਲੋਕੀ ਉੱਥੇ ਐਕਚੁਅਲੀ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਫਿਰ ਜਿਹੜੇ ਐਜੂਕੇਟਡ ਨਹੀਂ ਹੈਗੇ, ਸਮਾਰਟਫੋਨ ਜਿਹਨਾਂ ਕੋਲ ਨਹੀਂ ਹੈਗੇ, ਜਿਹੜੀ ਫਿਸ਼ਿੰਗ ਦੀ ਪ੍ਰੋਬਲਮ ਆ ਜਾਂ ਬਾਕੀ ਚੀਜ਼ਾਂ, ਇਸ ਪ੍ਰੋਸੈਸ ਨੂੰ ਸਿੰਪਲ ਕਿੱਦਾਂ ਬਣਾਇਆ ਜਾ ਸਕਦਾ ਵੀ ਤੁਸੀਂ ਕੈਨੇਡਾ ਤੋਂ ਜਾਂ ਕੈਨੇਡੀਅਨ ਗਵਰਨਮੈਂਟ ਇਹਦਾ ਉਹ ਫਾਈਨੈਂਸ਼ੀਅਲ ਇਸ਼ੂ ਜਿਹੜਾ ਉਹਨੂੰ ਕਿਉਂ ਨਹੀਂ ਆਪਣੇ ਹੱਥ 'ਚ ਲੈਂਦੀ ਵੀ ਲਾਈਕ ਤੁਸੀਂ ਸਿਨ ਨੰਬਰ ਦੇ ਨਾਲ ਜਾਂ ਪਾਸਪੋਰਟ ਨੰਬਰ ਦੇ ਨਾਲ ਕਿਸੇ ਬੰਦੇ ਨੂੰ ਅਸਾਈਨ ਕਰ ਲਓ ਵੀ ਉਹਨੂੰ ਜਿਹੜੀ ਫਾਈਨੈਂਸ਼ੀਅਲ ਇਸ਼ੂਜ਼ ਆ ਰਹੇ ਆ, ਜਿਹੜਾ ਲੋਨ ਦਿੰਦੇ ਆ ਉਹ ਲੋਨ ਨਾ ਦਿਓ, ਤੁਸੀਂ ਉਹਨੂੰ ਉੱਦਾਂ ਬੰਦੇ ਕੋਲੋਂ ਪੈਸੇ ਬਾਅਦ 'ਚ ਲੈ ਲਓ, ਜਾਂ ਫਿਰ ਲਾਈਕ ਜਸਟ ਮੇਕ ਇਟ ਈਜ਼ੀ ਕਿ ਅਸੀਂ ਕੈਨੇਡਾ ਦੇ ਵਿੱਚੋਂ ਹੀ ਉਹਨੂੰ ਪੇ ਕਰ ਦਈਏ, ਗਵਰਨਮੈਂਟ ਨੂੰ ਦੇ ਦਈਏ, ਐਂਡ ਦੈਨ ਥਾਮਸ ਕੁੱਕ ਨਾਲ ਗਵਰਨਮੈਂਟ ਡੀਲ ਕਰ ਲਵੇ ਜਾਂ ਕੋਈ ਵੀ ਥਰਡ ਪਾਰਟੀ ਦੇ ਨਾਲ
ਗਵਰਨਮੈਂਟ ਡੀਲ ਕਰ ਲਵੇ ਵੀ ਜਿਹੜੇ ਇਸ਼ੂਜ਼ ਆ ਰਹੇ ਆ ਜਾਂ ਲੌਜਿਸਟਿਕਸ ਦੇ ਇਸ਼ੂਜ਼ ਆ ਰਹੇ ਆ ਉਹ ਸਾਰੇ ਈਜ਼ੀ ਹੋ ਜਾਣ, ਸਾਡੇ ਲਈ ਈਜ਼ੀ ਹੋ ਜਾਵੇ ਤੇ ਜਿਹੜੀ ਪ੍ਰੋਸੈਸ ਆ ਉਹ ਟਰਾਂਸਪੇਰੈਂਸੀ ਨਾਲ ਹੋ ਗਏ ਵੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਹੁਣ ਮੈਂ ਵੀ ਜੇ ਕਾਲ ਕਰਕੇ ਪੁੱਛਦਾ ਵੀ ਲਾਈਕ ਮੈਨੂੰ 1 ਮਹੀਨਾ ਹੋ ਗਿਆ, ਵੀ ਡੋਂਟ ਨੋ ਕਿ ਸਾਨੂੰ ਜਨਰਲ ਇਨਕੁਆਇਰੀ ਦੇ ਉੱਤੇ ਇਹ ਦੱਸਦੇ ਵੀ ਯੂ ਆਰ ਇਨ ਲਾਈਨ ਐਂਡ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ 3rd ਫੇਜ਼ ਦੇ ਵਿੱਚ ਵੀ ਟਿਕਟ ਮਿਲਣੀ ਹੈ ਕਿ ਨਹੀਂ ਮਿਲਣੀ। ਮੇਰੇ ਫਾਦਰ ਵੀ ਉਹਨਾਂ ਨੂੰ ਲਾਈਕ ਆਪਣੀ ਲੰਚ ਦਾ ਇਸ਼ੂ ਆ ਐਂਡ ਆਈ ਐਮ ਸੈਂਡਿੰਗ ਈਮੇਲਸ ਟੂ them ਬਟ ਸਾਨੂੰ ਪ੍ਰੋਸੈਸ ਦਾ ਹੀ ਨਹੀਂ ਪਤਾ ਲੱਗ ਰਿਹਾ ਵੀ ਲਾਈਕ ਸਾਨੂੰ ਇੰਨਾ ਤਾਂ ਪਤਾ ਲੱਗੇ ਵੀ ਲਾਈਕ 3 ਦਿਨ ਬਾਅਦ 4 ਦਿਨ ਬਾਅਦ ਹਫ਼ਤੇ ਬਾਅਦ ਵੀ ਤੁਹਾਡੀ ਲਿਸਟ ਵਿੱਚ ਨਾਮ ਆ ਜਾਂ ਨਹੀਂ ਆ, ਲਾਈਕ ਵੀ ਡੋਂਟ ਹੈਵ ਐਨੀਥਿੰਗ ਤੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਰੀਏ ਕੀ। ਦਿਸ ਪ੍ਰੋਸੈਸ ਇਜ਼ ਸੋ ਕੰਪਲੈਕਸ। ਚਲੋ ਦੇਖੋ ਜੀ ਇਹ ਹੁਣ ਕੰਪਲੈਕਸ ਕਹਿ ਰਹੇ ਨੇ, ਠੀਕ ਆ ਸੀਗੀ ਕੰਪਲੈਕਸ, ਪਰ ਉਹਨੂੰ ਅੱਗੇ ਨਾਲੋਂ ਬਹੁਤ ਸਟ੍ਰੀਮਲਾਈਨ ਕੀਤੀ ਕਿਉਂਕਿ ਇਹ ਹੁਣ ਜਿੱਦਾਂ ਕਹਿੰਦੇ ਲੰਗਸ ਦਾ ਇਸ਼ੂ ਹੈਗਾ, ਉਹਦੇ ਵਿੱਚ ਲਿਖਿਆ ਹੋਇਆ ਇੱਕ ਕਾਲਮ ਬਣਿਆ ਆ ਜਿਹਨੂੰ ਲੰਗਸ ਦਾ ਇਸ਼ੂ ਹੈਗਾ, ਕਿਸੇ ਦੀ ਕਿਡਨੀ ਮੇਰੇ ਕੋਲ ਕੋਈ ਆਇਆ ਕਹਿੰਦੇ ਮੇਰੀ ਕਿਡਨੀ 16 ਜਾਂ 12% ਹੈਗੀ, ਤੁਸੀਂ ਮੈਨੂੰ ਦੱਸੋ ਵੀ ਜਿਹਦੀ 12% ਕਿਡਨੀ ਹੈਗੀ, ਮੈਂ ਤਾਂ ਨਹੀਂ ਬਈ ਜੇ ਮੇਰਾ ਪਿਓ ਹੋਵੇ ਮੈਂ ਉਹ ਵੀ ਆਪਦੇ MP ਨੂੰ ਕਰੂੰਗਾ ਚੱਕ ਕੇ ਫੋਨ, ਚਾਹੇ ਮੈਂ ਉਹਨਾਂ ਦਾ MP ਨਹੀਂ ਸੀਗਾ। ਜਦੋਂ ਮੈਨੂੰ ਪਤਾ ਲੱਗਿਆ 12% ਕਿਡਨੀ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਇਹ ਡੇਟਾ ਹੈਗਾ? ਉਹ ਕਹਿੰਦੇ ਵੀ ਡੇਟਾ ਤਾਂ ਨਹੀਂ। ਮੈਂ ਕਿਹਾ ਮੈਂ ਤੁਹਾਨੂੰ ਦੱਸ ਰਿਹਾ ਉਹ ਬੰਦਾ ਇੰਨਾ ਕ੍ਰੈਡੀਬਲ ਆ, ਉਹ ਕਦੇ ਝੂਠ ਨਹੀਂ ਬੋਲ ਸਕਦਾ ਵੀ ਉਹਦੀ ਕਿਡਨੀ ਬਾਹਰ। ਉਹ ਕਹਿੰਦੇ ਅਸੀਂ ਹੈਲਪ ਕਰਾਂਗੇ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਕੁਐਸਚਨ ਪੁੱਛੇ ਗਏ ਆ, ਹੌਸਲਾ ਰੱਖਣਾ ਚਾਹੀਦਾ। ਉਹਨਾਂ ਨੇ ਵੀ ਕਿਹਾ ਪੈਨਿਕ ਨਾ ਹੋਵੋ, ਅਜੇ ਤਾਂ ਪਹਿਲੀ ਫਲਾਈਟ ਹੀ ਬੁੱਕ ਕਰਨ ਲੱਗੇ 8 ਚੋਂ 8 ਹੋਰ ਆਉਣੀਆਂ ਨੇ ਔਰ ਉਹ ਤੋਂ ਬਾਅਦ ਹੋਰ ਵੀ ਆਉਣੀਆਂ ਨੇ, ਪਰ ਉਹ 8 ਦੇ ਵਿੱਚ ਜਿਹੜੇ ਵਲਨਰੇਬਲ ਕੇਸ ਨੇ, ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਉਹ ਸਾਰੇ ਜਿਹੜੇ ਨੇ ਉਹ ਨਿਕਲ ਆਉਣਗੇ ਜੇਕਰ ਉਹਨਾਂ ਨੇ ਉਹ ਮਾਰਕ ਕੀਤਾ ਹੋਇਆ ਉੱਥੇ, ਠੀਕ ਹੈ ਨਾ। ਫਿਰ ਇੱਕ ਹੈਗੀ ਕਹਿੰਦੇ ਨੇ ਵੀ ਪੈਸੇ, ਹੁਣ ਉਧਰ ਆਪਾਂ ਪ੍ਰੋਸੈਸ ਹੁਣ ਇਦੋਂ ਸਿੰਪਲ ਹੈ। ਹੁਣ ਕੀ ਕੀਤਾ ਕਿ ਈਮੇਲ ਜਿਹੜੀਆਂ ਨੇ ਹਰੇਕ ਕੋ ਹੈਗੀ, ਠੀਕ ਹੈ ਨਾ, ਬੱਚਿਆਂ ਕੋ ਹੈਗੀ, ਯੂਜਲੀ ਇੱਥੇ ਬੱਚੇ ਮੋਨੀਟਰ ਕਰਦੇ। ਉਹ ਅਸੀਂ ਗੱਲ ਉਹਨਾਂ ਨਾਲ ਕੀਤੀ ਉੱਥੇ, ਉਹ ਕਹਿੰਦੇ ਇਹ ਆਪਰੇਸ਼ਨ 24 ਘੰਟੇ ਚੱਲੂ ਤਾਂ ਕਿ ਜਦੋਂ ਬੱਚੇ ਇੱਥੇ ਦਿਨ ਹੁੰਦਾ ਉੱਥੇ ਰਾਤ ਹੁੰਦੀ ਹੈ, ਤੇ ਜੇ ਬੱਚਿਆਂ ਨੇ ਵੀ ਕਮਿਊਨੀਕੇਟ ਕਰਨਾ ਹੈਗਾ ਤਾਂ ਥਾਮਸ ਕੁੱਕ ਜਿਹੜਾ 24 ਆਵਰ ਆਪਰੇਟ ਕਰੂਗਾ ਤਾਂ ਕਿ ਇੱਥੋਂ ਬੱਚੇ ਜਿਹੜੇ ਦਿਨੇ ਈਮੇਲ ਕਰ ਸਕਣ ਔਰ ਜਿਹੜਾ ਉਹ ਫੋਲੋ ਅਪ ਕਰ ਸਕੀ। ਜਿਹੜੀ ਇਸ ਵੇਲੇ ਕੀ ਹੈਗਾ, ਈਮੇਲ ਤਾਂ ਬੱਚੇ ਹੀ ਮੈਨੇਜ ਕਰਦੇ ਆ, ਜੇ ਕਾਰਡ 'ਤੇ ਵੀ ਪੇ ਕਰਨਾ ਬੱਚੇ ਇੱਥੇ ਬੈਠੇ ਉਹ ਕਾਰਡ ਭਰਦੇ ਆ, ਉਹ ਬੜਾ ਪੋਰਟਲ। ਅੱਜ ਕਿਸੇ ਦੀ ਵੀ ਕੰਪਲੇਂਟ ਨਹੀਂ ਆਈ, ਨਹੀਂ ਤਾਂ ਜੂਲੀ ਬਹੁਤ, ਮੈਂ ਅੱਜ ਤਕਰੀਬਨ ਡੋਜ਼ਨਸ ਬੰਦੇ ਹੈਗੇ ਜਿਹਨਾਂ ਨੂੰ ਆਪ ਕਾਲਸ ਕਰਕੇ ਪੁੱਛਿਆ, ਜਿਹੜੇ ਮੇਰੀ ਵਲਨਰੇਬਲ ਲਿਸਟ 'ਤੇ ਬੈਠੇ ਸੀ, ਜਿਨ੍ਹਾਂ ਨੇ ਮੈਨੂੰ ਕਿਹਾ ਹੋਇਆ ਸੀ ਵੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ, ਮੈਨੂੰ ਅੱਜ ਲੰਗਸ ਦੀ ਪ੍ਰੋਬਲਮ ਆ, ਮੈਨੂੰ ਕੈਂਸਰ ਦਾ ਇਸ਼ੂ ਹੈਗਾ। ਮੈਂ ਉਹਨਾਂ ਨੂੰ ਆਪ ਉਹ ਸਾਰੇ ਅੱਜ ਜਿਹੜੇ ਨੇ ਉਹਨਾਂ ਨੂੰ ਸਭ ਨੂੰ ਟਿਕਟਾਂ ਜਿਹੜੀਆਂ ਮੇਰੇ ਹਿਸਾਬ ਦੇ ਨਾਲ ਮਿਲ ਗਈਆਂ। ਔਰ ਉਹਦੇ ਵਿੱਚ ਮੈਂ ਸੋਸ਼ਲ ਮੀਡੀਆ ਵੀ ਜੇ ਫੋਲੋ ਕਰੋ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਬੜੀ ਪ੍ਰੋਸੈਸ ਸੌਖੀ, ਪਰ ਪਰਫੈਕਟ ਤਾਂ ਕੋਈ ਵੀ ਚੀਜ਼ ਨਹੀਂ ਹੁੰਦੀ, ਅੱਗੇ ਨਾਲੋਂ ਸਟ੍ਰੀਮਲਾਈਨ ਕਰਦੀ। ਪਰ ਇਹਨਾਂ ਦਾ ਜਿਵੇਂ ਆਈਡੀਆ ਬਹੁਤ ਗੁੱਡ ਹੈਗਾ, ਠੀਕ ਹੈ ਨਾ, ਉਹਦੇ ਵਿੱਚ ਅਸੀਂ ਕਰ ਦਿੱਤਾ। ਫਿਰ ਉਹਦੇ ਵਿੱਚ ਇੱਕ ਹੋਰ ਪ੍ਰੋਬਲਮ ਆ ਗਈ ਨਾ, ਕਿਉਂਕਿ ਹੁਣ ਲੋਨ ਦਿੱਤਾ ਸੀ $5000, ਠੀਕ ਹੈ ਨਾ, ਉਹਦੇ ਵਿੱਚ ਹੁਣ ਉਹਨਾਂ ਦਾ ਲੋਨ ਵਾਲੇ ਦੀ ਤਾਂ ਟਿਕਟ ਬੁੱਕ ਹੋ ਗਈ, ਫਿਰ ਉਹ ਦੂਜਾ ਗੁੱਸਾ ਕਰਨ ਲੱਗ ਗਏ, ਫਸਟ ਕਮ ਫਸਟ ਸਰਵ ਨਹੀਂ ਜੀ, ਇਹ ਤਾਂ ਲੋਨ ਵਾਲਿਆਂ ਨੂੰ ਤੁਸੀਂ ਪ੍ਰੈਫਰੈਂਸ ਦੇ ਦਿੱਤੀ ਆ, ਠੀਕ ਹੈ। ਹੁਣ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਲੋਨ ਵਾਲਾ ਜਿਹਦਾ ਅਪਰੂਵ ਹੋ ਗਿਆ ਰੱਖੋ ਉਹਨੂੰ ਉਸੇ 'ਚ ਹੀ, ਜਦੋਂ ਉਹਦਾ ਨੰਬਰ ਆਉਂਦਾ ਉਹਨੂੰ ਜਿਹੜੀ ਉਹ ਟਿਕਟ ਜਿਹੜੀ ਉਹਦੀ ਦੇ ਦਿਓ। ਲੋਨ ਦਾ ਵੀ ਇਹਦੇ ਵਿੱਚ ਜਿਹੜਾ ਨਵਾਂ ਫਾਰਮ ਆਇਆ ਸੀ ਉਹਦੇ ਵਿੱਚ ਸਿੰਪਲ ਕਾਲਮ ਬਣਾਤਾ ਸੀ ਵੀ ਤੁਸੀਂ ਲੋਨ ਚਾਹੀਦਾ, ਯੈਸ, ਤੁਸੀਂ ਪਹਿਲਾਂ ਤਾਂ ਨਹੀਂ ਅਪਲਾਈ ਕੀਤਾ, ਨੋ, ਠੀਕ ਹੈ ਨਾ। ਫਿਰ ਇਹਦਾ ਮਤਲਬ ਆਟੋਮੈਟਿਕਲੀ ਐਪਲੀਕੇਸ਼ਨ ਜਿਹੜੀ ਸੀ ਉਹ ਲੋਨ ਲਈ ਚਲੇ ਜਾਂਦੇ ਸੀ, ਕਿਉਂਕਿ ਇੱਕ ਥੋੜ੍ਹਾ ਹੌਸਲਾ ਵੀ ਰੱਖਣਾ ਪੈਂਦਾ। ਹੁਣ ਦੇਖੋ ਇੰਨੇ ਹਜ਼ਾਰ ਲੋਕ ਈਮੇਲ ਲਿਖਦੇ ਹੈਗੇ, ਠੀਕ ਹੈ ਨਾ, ਉਹਦੇ ਵਿੱਚ ਜੇ ਹੁਣ ਮੈਂ ਇੱਥੇ ਬੈਠਾ, ਹੁਣ ਆਨਸਰ ਤਾਂ ਮੈਂ ਟੈਲੀਫੋਨ ਨਹੀਂ ਕਰ ਸਕਦਾ। ਜੇ ਹੁਣ ਕੋਈ ਕਹੇ ਜੀ ਇਸ ਤਾਂ ਸੁੱਖ ਨੂੰ 2 ਘੰਟੇ ਹੋ ਗਏ ਕਾਲਾਂ ਕਰਦੇ ਨੂੰ, ਸਾਡਾ ਆਨਸਰ ਨਹੀਂ, ਪਰ ਐਟਲੀਸਟ ਜਦੋਂ ਉਹ ਮੈਸੇਜ ਛੱਡਦੇ ਆ, ਮੈਂ ਇਹ ਦਾਅਵੇ ਨਾਲ ਕਹਿੰਦਾ ਵੀ ਅੱਜ ਤੁਹਾਡਾ ਕੋਈ ਵੀ ਕਾਲਰ ਨਹੀਂ ਕਹਿ ਸਕਦਾ ਵੀ ਸੁੱਖ ਦੇ ਦਫ਼ਤਰ ਅਸੀਂ ਈਮੇਲ ਕੀਤੀ ਹੋਵੇ, ਸੁੱਖ ਨੂੰ ਅਸੀਂ ਟੈਲੀਫੋਨ ਕੀਤਾ ਹੋਵੇ। ਹਾਂ, ਇਹ ਜ਼ਰੂਰ ਵੀ ਅੱਜ ਨਹੀਂ ਤਾਂ ਕੱਲ੍ਹ ਨੂੰ ਆਜੂ, ਪਰ ਮੈਂ ਹਰੇਕ ਦੀ ਜਿਹੜੀ ਆ ਉਹ ਇਸੇ ਤਰ੍ਹਾਂ ਉਹ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਬਾਰ-ਬਾਰ ਆਪਾਂ ਪੈਨਿਕ ਨਾ ਹੋਵੋ। ਹੁਣ ਨਵੇਂ ਸਿਸਟਮ ਦੇ ਮੁਤਾਬਕ ਜਿਹੜੇ ਇਹ ਕੇਸਿਸ, ਪਰ ਜੇ ਫਿਰ ਵੀ ਕੋਈ ਅੱਖੋਂ ਪਰੋਖੇ ਹੋ ਗਿਆ, ਮੈਂ ਫਿਰ ਕਹਿੰਦਾ ਤੁਸੀਂ ਤੁਹਾਡਾ MP ਬੈਠੇ ਆ, ਉਹਨਾਂ ਨੂੰ ਲਿਖੋ ਚਿੱਠੀ, ਜੀ ਬਿਲਕੁਲ, ਠੀਕ ਹੈ। ਨਹੀਂ ਉਹ ਤੁਹਾਨੂੰ ਟੱਕਰਦਾ ਕੋਈ ਤਾਂ ਤੁਸੀਂ ਸੁੱਖ ਧਾਲੀਵਾਲ ਨੂੰ ਫੜ ਲਓ। ਮੈਂ ਤਾਂ ਤੁਹਾਨੂੰ ਕਿਹਾ ਵਾ ਵੀ ਹੁਣ ਵੀ ਮੈਨੂੰ 60% ਜਿਹੜੀਆਂ ਈਮੇਲਸ ਨੇ, ਜਦੋਂ ਮਰਜ਼ੀ ਮੇਰੇ ਦਫ਼ਤਰ 'ਚ ਆ ਕੇ ਦੇਖ ਲਓ ਆਡਿਟ ਕਰਕੇ, ਉਹ ਮੈਨੂੰ ਬਾਹਰੋਂ ਸੂਬੇ ਤੋਂ ਆ ਰਹੀਆਂ, 20% ਨੇਬਰਿੰਗ ਰਾਈਡਿੰਗ 'ਚੋਂ 20 ਮੇਰੀਆਂ ਆਪਣੀ ਰਾਈਡਿੰਗ ਦੀਆਂ। ਔਰ 24 ਘੰਟੇ ਜਿਹੜਾ ਇਸ ਵੇਲੇ ਆਪਰੇਸ਼ਨ ਜਿਹੜਾ ਉਹ ਸਾਡਾ ਚੱਲ ਰਿਹਾ, ਔਰ ਸਾਡੇ ਸਾਰੇ ਦਾ ਸਾਰਾ ਸਟਾਫ ਜਿਹੜਾ ਇਸ ਵੇਲੇ ਓਵਰ ਬਿਜੀ ਹੈ। ਇੰਨਾ ਬਿਜੀ ਅਸੀਂ ਕਦੇ ਵੀ ਆਪਣਾ ਦਫ਼ਤਰ ਜਿਹੜਾ ਸੀ ਉਹ ਨਹੀਂ ਸੀ ਦੇਖਿਆ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕੁਐਸਚਨ ਪੁੱਛ ਸਕਦਾ ਜੀ? ਜੀ ਪੁੱਛ ਸਕਦੇ ਆ ਤੁਸੀਂ। ਹਾਂਜੀ, ਮੇਰਾ ਕੁਐਸਚਨ ਹੈਗਾ ਧਾਰੀਵਾਲ ਸਾਹਿਬ,
ਆਪਣਾ ਜਿੱਦਾਂ ਹੁਣ ਤੁਸੀਂ ਦੱਸਿਆ 에ਅਰ ਕੈਨੇਡਾ ਜਾਂ ਵੈਸਟਜੈਟ ਵੀ ਦੋ ਵੱਡੇ ਕੈਰੀਅਰ ਹੈਗੇ ਆ ਆਪਣਾ ਕੈਨੇਡਾ ਦੇ, ਤੇ ਕਹਿੰਦੇ 에ਅਰ ਕੈਨੇਡਾ ਜਿਵੇਂ ਪ੍ਰਾਈਵੇਟ ਹੈਗੀ ਆ, ਦੋ ਇੱਕ ਟਾਈਮ ਤੇ ਉਹ ਨੈਸ਼ਨਲ ਕੈਰੀਅਰ ਰਿਹਾ ਵਾ ਕੈਨੇਡਾ ਦਾ, ਤੇ ਉਹਨੂੰ ਕੋਈ ਸਾਲ ਪਹਿਲੋਂ 2008-9 ਚ ਕੈਨੇਡਾ ਗਵਰਨਮੈਂਟ ਨੇ ਉਹਨੂੰ ਬੇਲ ਆਊਟ ਕੀਤਾ ਸੀ, ਤੇ ਜੇ ਹੁਣ ਵੀ ਅਸਾਰ ਹੈਗੇ ਆ ਉਹਨੂੰ ਬੇਲ ਆਊਟ ਕਰਨਾ ਵਾ ਕੈਨੇਡਾ ਗਵਰਨਮੈਂਟ ਨੇ, ਸੋ ਜੇ ਬਿੱਲ ਪਾਰਲੀਮੈਂਟ 'ਚ ਆਉਂਦਾ ਵਾ ਐਜ਼ ਅ ਮੈਂਬਰ ਪਾਰਲੀਮੈਂਟ, ਤੁਸੀਂ ਉਸ ਬਿੱਲ ਨੂੰ ਸਪੋਰਟ ਕਰੋਗੇ ਕਿ ਨਹੀਂ ਕਰੋਗੇ? ਕਿਉਂਕਿ ਵੀ ਇਹਨਾਂ ਨੇ ਤੁਹਾਡੀ ਕਮਿਊਨਿਟੀ ਦੇ ਬਹੁਤ ਬੰਦੇ ਨਹੀਂ ਲਿਆਂਦੇ ਉੱਥੋਂ, ਇਹਨਾਂ ਨੇ ਸਾਫ਼ ਨਾ ਕਰਤੀ ਹੈ, ਤੇ ਐਜ਼ ਐਮਪੀ ਤੁਸੀਂ ਬਿੱਲ ਦੀ ਸਪੋਰਟ ਕਰੋਗੇ? ਦੇਖੋ ਜੀ, ਇਕੱਲੇ ਆਪਣੇ ਨਹੀਂ ਲਿਆਂਦੇ, ਇਹ ਨਾ ਕਹੋ ਵੀ ਇਕੱਲੇ ਪੰਜਾਬੀ ਹੋਈ ਜਿਹੜੇ ਆ ਉਹੀ ਆਉਣ ਵਾਲੇ ਸੀ। ਇਹ ਦੇਖੋ ਵੀ ਇੰਨੇ ਦੁਨੀਆ ਦੇ ਜਿਹੜਾ ਗਲੋਬ ਦੇ ਆਲੇ ਦੁਆਲੇ 3 ਮਿਲੀਅਨ ਜਿਹੜੇ ਕੈਨੇਡੀਅਨਸ ਆ ਉਹ ਬਾਹਰ ਬੈਠੇ ਹੈਗੇ, ਉਹ 'ਚੋਂ ਬਹੁਤ ਸਾਰੇ ਸੀ ਜਿਹੜੇ ਆਉਣਾ ਚਾਹੁੰਦੇ ਸੀ, ਉਹ 'ਚੋਂ 60,000 ਤੋਂ ਉੱਤੇ ਜਿਹੜੇ ਆ ਵੀ ਗਏ ਨੇ। ਉਹਦੇ ਵਿੱਚ ਜੇ ਅਸੀਂ 에ਅਰ ਕੈਨੇਡਾ ਨੇ ਸਾਡੀ ਸਿੱਧੀ ਫਲਾਈਟ ਨਹੀਂ ਉਡਾਈ, ਇਹ ਨਹੀਂ ਵੀ ਅਸੀਂ ਹੁਣ, ਹਾਂ ਮੈਂ ਇਸ ਚੀਜ਼ ਦਾ ਰੇਜ਼ ਜ਼ਰੂਰ ਕਰੂੰਗਾ, ਜਦੋਂ ਉੱਥੇ ਮੈਂ ਬੋਲੂੰਗਾ ਨਾ ਉੱਥੇ ਮੈਂ ਕਹੂੰਗਾ ਜ਼ਰੂਰ ਵੀ ਉਸ ਵੇਲੇ ਤੁਹਾਨੂੰ ਚਾਹੀਦਾ ਸੀ 에ਅਰ ਕੈਨੇਡਾ ਨੂੰ, ਠੀਕ ਹੈ ਨਾ, ਵੀ ਅਸੀਂ ਤੁਹਾਨੂੰ ਤੁਹਾਡੀ ਹੈਲਪ ਦੀ ਲੋੜ ਸੀ, ਤੁਸੀਂ ਸਾਡੀ, ਪਰ ਉਹ ਫਿਰ ਇਹ ਵੀ ਕਹਿਣਗੇ ਜੀ ਅਸੀਂ ਤੁਹਾਡੇ ਲੰਡਨ ਤੋਂ ਤਾਂ ਲਿਆਏ ਸੀ, ਠੀਕ ਹੈ ਨਾ, ਅਸੀਂ ਜਿਹੜੀਆਂ ਡੈਸਟੀਨੇਸ਼ਨ ਯੂਰਪ ਤੋਂ ਤਾਂ ਉਹਨਾਂ ਨੇ ਹੁਣ ਈਵਨ ਇੱਥੇ ਵੀ ਲਾਓ, ਮੌਂਟਰੀਅਲ ਜਿਹੜੇ ਲੋਕ ਉਤਰੇ, 에ਅਰ ਕੈਨੇਡਾ ਨੇ ਵੇਟ ਕੀਤੀ ਹੈ, ਸਾਰੇ ਲੋਕ ਕਹਿ ਰਹੇ ਨੇ, ਇਹ ਨਹੀਂ ਵੀ 에ਅਰ ਕੈਨੇਡਾ ਜਿਹੜਾ ਵਾ ਉਹ ਇਗਨੋਰ ਕਰ ਰਿਹਾ ਹੈਗਾ, ਜਿੱਥੇ ਜਿੱਥੇ ਉਹ ਫਲਾਈ ਕਰਦੇ ਹੈਗੇ ਆ ਉੱਥੇ ਉੱਥੇ ਉਹਨਾਂ ਨੇ ਆਪਦੇ ਹਿਸਾਬ ਦੇ ਨਾਲ ਜਿਹੜਾ ਵਾ ਉਹ ਯਤਨ ਕੀਤਾ ਕੋਆਰਡੀਨੇਟ ਕਰਨ ਨੂੰ। ਪਰ ਜਦੋਂ ਇਹ ਗੱਲ ਉੱਠੂਗੀ ਉੱਥੇ ਮੈਂ ਜ਼ਰੂਰ ਇਹ ਆਵਾਜ਼ ਜ਼ਰੂਰ ਉਠਾਊਂਗਾ, ਠੀਕ ਹੈ ਨਾ, ਸਪੋਰਟ ਕਰਨੀ ਨਾ ਕਰਨੀ, ਕਿਉਂਕਿ ਕੰਪਨੀਆਂ ਨੇ ਵੱਡੀਆਂ, ਠੀਕ ਹੈ ਨਹੀਂ, ਕੋਈ ਵੀ ਆਰਗੇਨਾਈਜੇਸ਼ਨ ਉਹਦੇ ਵਿੱਚ ਜਿਹੜੇ 6-7 ਹਜ਼ਾਰ 10 ਹਜ਼ਾਰ ਜਿਹੜੇ EMPLOYEE ਕੰਮ ਕਰਦੇ ਆ, ਉਹਨਾਂ ਦਾ ਤਾਂ 에ਅਰ ਕੈਨੇਡਾ ਦਾ ਨਹੀਂ ਨਾ, ਜੇ ਉਹ ਮੈਂ ਤਾਂ ਐਜ ਏ ਕੈਨੇਡੀਅਨ ਉਹ ਦੇਖਣਾ ਵੀ ਜਿਹੜੇ ਉਹਦੇ ਵਰਕਰਸ ਨੇ। ਅੱਜ ਜੇ ਹੁਣ ਆਪਾਂ ਦਿੱਤਾ ਹੈਗਾ ਕੈਨੇਡੀਅਨ ਬਿਜ਼ਨਸ ਨੂੰ 75% ਸਬਸਿਡੀ ਦਿੱਤੀ, ਉਹ ਇਸ ਕਰਕੇ ਨਹੀਂ ਦਿੱਤੀ ਵੀ ਇਹ ਬਿਜ਼ਨਸ ਨੂੰ ਅਸੀਂ ਪਿਆਰ ਕਰਦੇ ਹਾਂ, ਵੀ ਇਸ ਬਿਜ਼ਨਸ ਨੂੰ ਦੇ ਦਿਓ ਇਹਨੂੰ, ਤਾਂ ਉਹ ਕਿਉਂ ਦਿੱਤੀ ਆ? ਉਹਦੇ ਵਿੱਚ ਵਰਕਰ ਕੰਮ ਕਰਦੇ ਨੇ, ਸਾਨੂੰ ਬਹੁਤ ਕੁਝ ਦੇਖਣਾ ਪੈਂਦਾ, ਠੀਕ ਹੈ ਨਾ। ਜਦੋਂ ਇਹ ਡਿਸੀਜਨ ਮੇਕ ਹੁੰਦੇ ਨਾ, ਇੱਕ ਇਸ਼ੂ ਦੇ ਉੱਤੇ ਨਹੀਂ ਵੀ ਸਿੰਗਲ ਮਾੜਾ ਜਿਹਾ ਇਸ਼ੂ ਹੋਇਆ ਤੇ ਵੋਟ ਹੱਕ 'ਚ ਪਾ ਦਿਓ ਤੇ ਵੋਟ ਪਰੇ ਚੱਕ ਲਓ, ਠੀਕ ਹੈ ਨਾ। ਇਹ ਜਿਹੜੇ ਅੱਜ ਅਸੀਂ ਕਿਉਂ ਦੇ ਰਹੇ ਹਾਂ 75% ਸਬਸਿਡੀ ਬਿਜ਼ਨਸ ਨੂੰ, ਲੋਕ ਵਰਕਰਸ ਕਰਕੇ, ਅੱਜ ਉਹਨਾਂ ਦਾ ਰੈਂਟ ਜਿਹੜਾ ਵਾ ਉਹ ਕਿਉਂ ਅਸੀਂ ਸਬਸਿਡਾਈਜ਼ ਕੀਤਾ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਰਲ ਕੇ? ਉਹ ਬਿਜ਼ਨਸ ਜਿਹੜੇ ਨੇ ਉਹਨਾਂ ਦੇ ਵਿੱਚ EMPLOYEE, ਬਿਜ਼ਨਸ ਦਾ ਇੱਕ ਆਇਡੈਂਟੀਟੀ, ਇੱਕ ਐਂਟੀਟੀ ਆ, ਪਰ ਜਿਹੜਾ 37 ਮਿਲੀਅਨ ਕੈਨੇਡੀਅਨ ਆ ਉਹ ਕਿਤੇ ਨਾ ਕਿਤੇ ਤਾਂ ਕੰਮ ਕਰ ਰਿਹਾ। ਅੱਜ ਆਪਾਂ 에ਅਰ ਕੈਨੇਡਾ ਨੂੰ ਫੜ ਲੈਣੇ, ਕੱਲ੍ਹ ਨੂੰ ਬੰਬਾਰਡੀਅਰ ਨੂੰ ਫੜ ਲਾਂਗੇ, ਪਰਸੋਂ ਨੂੰ ਅਸੀਂ ਕਿਸੇ ਹੋਰ ਕੰਪਨੀ ਨੂੰ ਫੜ ਲਾਂਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨੂੰ ਅਸੀਂ ਬੈਲੈਂਸ ਰੱਖ ਕੇ ਚੱਲਣਾ ਪੈਂਦਾ। ਪਰ ਮੈਂ ਇਹਨਾਂ ਨਾਲ ਇਹ ਸਹਿਮਤ ਹਾਂ ਵੀ 에ਅਰ ਕੈਨੇਡਾ ਨੂੰ ਕਰਨਾ ਨਹੀਂ ਸੀ ਚਾਹੀਦਾ। ਉਸ ਬਾਰੇ ਮੈਂ ਚਿੱਠੀ ਆਲਰੇਡੀ ਲਿਖ ਬੈਠਾ ਹੈਗਾ ਜੀ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। Hello. ਸਤਿ ਸ਼੍ਰੀ ਅਕਾਲ ਜੀ। Hi. My question is, do you think because of the volunteer group that the government is doing direct flights and to Amritsar now? The way we had the plan from day one, we were raising this issue that flights should fly from different points. It's not only Amritsar, you know, whether it's Bangalore, whether it's Gujarat, you know, whether it's Madras or Bombay, Delhi, you know, we wanted to make sure that, you know, it's from every area the flights come in, right? And of course, there is always going to be a demand. We were telling people that at the same time to the government from day one, records will show that this is exactly what we want, right? Whether that was workable at that time, whether we were able to achieve at that time, right? Probably not. But today we are able to achieve. So I want to congratulate each and everyone whose efforts they think that got us this fruit. ਚਾਹੇ ਉਹ ਵਲੰਟੀਅਰ ਗਰੁੱਪ ਆ, ਉਹਨਾਂ ਦੀ ਜਿਹੜੀ ਸੀ ਭਾਵਨਾ, ਉਹਨਾਂ ਨੇ ਜਿਹੜਾ ਸੀ ਇਹ ਇਸ਼ੂ ਇਸ ਲੈਵਲ ਤੇ ਲੈ ਕੇ ਆਂਦਾ ਚੱਕ ਕੇ, ਉਹਨਾਂ ਦਾ ਵੀ ਧੰਨਵਾਦ ਮੈਂ ਕਰਦਾ, ਠੀਕ ਹੈ ਨਾ। ਚਾਹੇ ਉਹਦੇ ਵਿੱਚ MPs ਜਿਹੜੇ ਸੀਗੇ ਲਿਬਰਲ ਪਾਰਟੀ ਦੇ, ਉਹ ਵੀ ਸ਼ੁਰੂ ਤੋਂ ਜ਼ੋਰ ਲਾਉਂਦੇ ਸੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੈਗਾ, ਠੀਕ ਹੈ ਨਾ। ਇਹ ਨਹੀਂ ਹੈ ਕਿ ਵੀ ਅਸੀਂ ਇੱਕ ਦੀ ਗੱਲ, ਮੈਂ ਕਹਿੰਦਾ ਜੇ ਉਹ ਵਲੰਟੀਅਰ ਆਰਗੇਨਾਈਜੇਸ਼ਨ ਜਿਹੜਾ ਉਹ ਕੰਮ ਕਰੇ, ਮੈਂ ਤੁਹਾਨੂੰ ਪਹਿਲਾ ਮੇਰਾ ਕੁਐਸਚਨ ਤੁਸੀਂ ਮੈਨੂੰ ਪੁੱਛਿਆ, ਮੈਂ ਉਹੀ ਗੱਲ ਕਹੀ ਕਿ ਨਹੀਂ, ਭਾਵਨਾ ਜਿਹੜੀ ਸੀ ਉਹਨਾਂ ਦੀ ਉਹ ਬਿਲਕੁਲ ਸਹੀ ਸੀ ਭਾਈ। ਅਸੀਂ ਤਾਂ ਕਹਿੰਦੇ ਹਾਂ ਵੀ ਅੰਮ੍ਰਿਤਸਰ ਦੀ ਬਜਾਏ ਜਿਹੜਾ ਹੈਗਾ ਵਾ, ਹੁਣ ਅਸੀਂ ਵੈਨਕੂਵਰ, ਹੁਣ ਕੈਲਗਰੀ ਵਾਲੇ ਕਹਿੰਦੇ ਜੀ ਸਾਡੇ ਕੈਲਗਰੀ ਲਾਹੋ ਜਹਾਜ਼, ਠੀਕ ਹੈ ਨਾ। ਕੱਲ੍ਹ ਨੂੰ ਇਹ ਵੀ ਆਵਾਜ਼ ਉੱਠ ਖੜੂ ਵੀ ਸਾਡੀ ਜੀ ਕੈਲਗਰੀ ਉਤਰਨਾ ਚਾਹੀਦਾ। ਪਰਸੋਂ ਨੂੰ ਜਿਹੜੇ ਨੇ ਮੌਂਟਰੀਅਲ, ਹੁਣ ਦੇਖੋ ਮੌਂਟਰੀਅਲ ਦੇ ਵਿੱਚ ਵੀ ਅਸੀਂ ਗਏ ਹਾਂ, ਲੋਕਾਂ ਨੇ ਗੁੱਸਾ ਕੀਤਾ ਜੀ ਮੌਂਟਰੀਅਲ ਕਿਉਂ ਲੈ ਗਏ। ਦੇਖੋ ਹੁਣ ਅਸੀਂ ਇਸ ਸਿਚੁਏਸ਼ਨ 'ਚ ਨਾ ਪਈਏ,
ਇਹ ਕਰੀਏ ਵੀ ਜਿਹੜੇ ਵੀ ਇਨਸਾਨ ਨੇ ਇਹਦੇ ਵਿੱਚ ਕੰਮ ਕੀਤਾ ਹੈਗਾ ਇਸ ਲੈਵਲ ਦੇ ਉੱਤੇ ਲੈ ਕੇ ਆਉਣ ਨੂੰ, ਚਾਹੇ ਉਹ ਵਲੰਟੀਅਰ ਗਰੁੱਪ ਸੀਗੇ ਇਹ, ਚਾਹੇ ਉਹ ਕੋਈ ਇੰਡੀਵਿਜੂਅਲ ਸੀਗੇ, ਚਾਹੇ ਉਹ ਚੁਣੇ ਹੋਏ ਨੁਮਾਇੰਦੇ ਸੀਗੇ, ਚਾਹੇ ਉਹਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦਾ ਪਹਿਲਾ ਰੋਲ ਸੀ ਸਾਡੀ ਹੈਲਪ ਕਰਨ ਦਾ, ਚਾਹੇ ਹੁਣ ਕਤਰ ਏਅਰਵੇਜ਼ ਦਾ। ਦੇਖੋ ਸਾਨੂੰ ਇਹ ਹੈਗਾ ਕਿ ਮੈਂ ਇੱਕ ਕਰਕੇ ਗੱਲ ਕਹਿੰਦਾ ਸੀ, ਲੋਕਾਂ ਦੇ ਦਿਲਾਂ 'ਚ ਕਤਰ ਏਅਰਵੇਜ਼ ਨੇ ਘਰ ਜਾਣਾ। ਅੱਜ ਮੈਨੂੰ ਨਹੀਂ ਸੀ ਲੱਗਦਾ ਵੀ ਅਸੀਂ ਫਲਾਈ ਕਰਦੇ ਸੀ ਬਾਹਲਾ ਕਤਰ ਏਅਰਵੇਜ਼ ਦੇ ਦੋਹਾਂ ਥਰੂ। ਹੁਣ ਜਦੋਂ ਅੱਜ ਕਤਰ ਏਅਰਵੇਜ਼ ਦੀ ਸਰਵਿਸ ਦੇਖ ਰਹੇ ਹਾਂ, ਉਹਨਾਂ ਨੇ ਸਾਡੀ ਹੈਲਪ ਕੀਤੀ ਇਸ ਵੇਲੇ ਔਖੇ ਟਾਈਮ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਦਰਸ਼ਕ ਤੁਹਾਡੇ ਜਿਹੜੇ ਆ ਇਹ ਇਸ ਗੱਲ ਤੇ ਜ਼ੋਰ ਪਾਉਣਗੇ ਕੱਲ੍ਹ ਨੂੰ ਵੀ ਭਾਈ ਕਤਰ ਏਅਰਵੇਜ਼ ਦੀ ਫਲਾਈਟ ਜਿਹੜੀ ਮਾਂਟਰੀਅਲ ਦੀ ਬਜਾਏ ਵੈਨਕੂਵਰ ਨੂੰ ਲਾ ਦਿਓ, ਔਰ ਮੈਂ ਵੀ ਇਹਨਾਂ ਨਾਲ ਖੜਾ ਹੂੰ। ਬਿਲਕੁਲ ਦੇਖੋ ਨਾ, ਮੈਂ ਅੱਜ ਇਕੱਲੀ ਏਅਰ ਕੈਨੇਡਾ ਦੀ ਨਹੀਂ, ਮੈਂ ਇਹਨਾਂ ਨਾਲ ਖੜਾ ਹੋਊਂਗਾ ਵੀ ਭਾਈ ਜੇ ਕਤਰ ਏਅਰਵੇਜ਼ ਅੱਜ ਵੈਨਕੂਵਰ ਨੂੰ ਫਲਾਈ ਕਰਨਾ ਚਾਹੁੰਦੀ ਆ ਅੰਮ੍ਰਿਤਸਰ ਤੋਂ ਵਾਇਆ ਦੋਹਾ, ਮੈਂ ਨਾਲ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਵੀਰ ਜੀ ਨੂੰ ਹੈ ਜੀ ਕਿ ਜਿਹੜਾ 에ਅਰਫੇਅਰ ਦੀ ਗੱਲ ਕਰਦੇ ਕਿ $2900 ਟਿਕਟ ਦਾ ਖਰਚਾ ਵਾ ਜੀ ਦਿੱਲੀ ਟੂ ਵੈਨਕੂਵਰ ਦਾ, ਤੇ ਮੈਂ ਇੱਕ ਇੱਥੇ ਲੋਕ ਰੇਡੀਓ ਚੈਨਲ ਤੇ ਸੁਣਿਆ ਸੀ ਕਿ ਉਹ $4200 ਚ ਕਹਿੰਦੇ ਜੀ ਪੈਂਦੀ ਆ ਉਹ ਟਿਕਟ। ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਵੀਰ ਜੀ? ਜੀ ਬਿਲਕੁਲ। ਦੇਖੋ ਜੀ, ਮੇਰੇ ਕੋਲ ਤਾਂ ਰਸੀਦਾਂ ਪਈਆਂ ਨੇ, ਮੈਂ ਦੇਖੀਆਂ ਨੇ, ਕਿਉਂਕਿ ਜਿਹੜੀਆਂ ਨੇ ਅੱਜ ਵੀ ਉਹਨਾਂ ਦੀ ਜਿਹੜੀ ਆਈ ਹੈ 1,63,000 ਰੁਪਈਆ। ਕਿਉਂਕਿ ਦੇਖੋ ਜਿਹੜਾ ਵੀਜ਼ੇ ਦਾ ਜੇ ਤਾਂ ਤੁਸੀਂ ਬੈਂਕ ਟੂ ਬੈਂਕ ਟ੍ਰਾਂਸਫਰ ਕਰਦੇ ਸੀ ਤਾਂ ਉਹ ਐਗਜ਼ੈਕਟਲੀ ਜਿਹੜਾ ਸੀਗਾ ਉਹ ਫੇਅਰ ਉਸ ਵੇਲੇ $2900 ਹੀ ਲੈਂਦੇ ਸੀਗੇ, ਪਰ ਜੇ ਤੁਸੀਂ ਵੀਜ਼ਾ ਕਾਰਡ ਦਿੰਦੇ ਸੀਗੇ ਉਸ ਵੇਲੇ ਤਾਂ 1 ਜਿਹੜਾ ਸੀ 75। ਪਰ ਹੁਣ ਆਪਾਂ ਕਤਰ ਏਅਰਵੇਜ਼ ਦੀ ਗੱਲ ਕਰ ਲਈਏ, ਕਿਉਂਕਿ ਉਹ ਉਹਨਾਂ ਦਾ ਪੋਰਟਲ ਸਿੱਧਾ ਸੀਗਾ, ਉਹਨਾਂ ਨੇ ਅਸੀਂ 2500 ਨੈਗੋਸ਼ੀਏਟ ਕਰ ਲਈ, ਉਹਨਾਂ ਨੇ 2700 ਨਹੀਂ ਲਾਇਆ। ਉਹਨਾਂ ਨੇ ਕਿਉਂਕਿ ਆਪਾਂ ਕਤਰ ਏਅਰਵੇਜ਼ ਦੇ ਉੱਥੇ ਸਾਈਟ ਤੇ ਗਏ, ਉੱਥੇ ਉਹ ਵੀਜ਼ਾ ਪੰਚ ਕੀਤਾ ਉਹਨਾਂ ਨੇ, ਕਿਉਂਕਿ ਉਹ ਨੈਸ਼ਨਲ ਜਿਹੜੀ ਕੰਪਨੀ ਆ ਉਹਨਾਂ ਨੇ ਉਹ ਰੇਟ ਸੀਗਾ ਉਹਨਾਂ ਦਾ, ਉਹਨਾਂ ਨੇ $2500 ਹੀ ਲਿਆ, ਕਿਉਂਕਿ ਏਅਰਲਾਈਨ ਨੇ ਉਹ ਖਰਚਾ ਜਿਹੜਾ ਸੀ ਉਹ ਚੱਕ ਲਿਆ। ਜਦੋਂ ਇਹ ਅਸੀਂ ਪ੍ਰਾਈਵੇਟ ਕੰਸਲਟੈਂਟ ਜਿਹੜੇ ਜਾਂ ਏਅਰਲਾਈਨ ਜਿਹੜੀ ਕੰਪਨੀਆਂ ਨੂੰ ਦਿੱਤੇ ਹੈਗੇ ਜਿਹੜੇ ਟਿਕਟਾਂ ਕੱਟਦੇ ਹੈਗੇ, ਕਿਉਂਕਿ ਉਹਨਾਂ ਨੇ ਅੱਜ ਕਲੀਅਰ ਬੜੀ ਟਰਾਂਸਪੇਰੈਂਟੀ ਰੱਖੀ ਹੈਗੀ। ਮੈਂ ਹੁਣ ਐਗਜ਼ੈਕਟਲੀ ਪਰ ਉਹਨੇ ਲਿਖਿਆ ਹੈ ਵੀ ਇੰਨੇ ਪੈਸੇ ਦੀ ਇਹ ਟਿਕਟ ਆ, ਇੰਨਾ ਇਹਦੇ ਤੇ ਟੈਕਸ ਆ, $2000 ਸਾਡੀ ਫੀਸ ਆ, ਠੀਕ ਹੈ ਨਾ। ਉਹਨਾਂ ਨੇ ਕਲੀਅਰ ਲਫ਼ਜ਼ਾਂ 'ਚ ਅੱਜ ਲਿਖਿਆ, ਜਿਹੜੀ ਉਹ ਸਲਿੱਪ ਭੇਜ ਰਹੇ ਨਾ ਤੁਹਾਨੂੰ ਈਮੇਲ, ਉਹਦੇ ਵਿੱਚ ਉਹ ਟਰਾਂਸਪੇਰੈਂਸੀ ਪਾਰਦਰਸ਼ੀ ਹੈਗੀ। ਜਿਹੜਾ ਕਹਿ ਦੇਣਾ ਜੀ ਉਹ 4200 ਲਾਤਾ ਜੀ ਸਾਨੂੰ, ਮੈਨੂੰ ਨਹੀਂ ਲੱਗਦਾ। ਜੇ ਲੱਗਿਆ ਤਾਂ ਉਹ ਮੇਰੇ ਕੋਲ ਲੈ ਕੇ, ਮੇਰੇ ਕੋਲ ਇੱਕ ਲੇਡੀ ਹੈਗੀ ਆ, ਉਹ ਲੈ ਕੇ ਆਏ, ਮੇਰੇ ਕੋਲ ਈਮੇਲ ਹੈਗੀ ਆ, ਹਾਈ ਕਮਿਸ਼ਨਰ ਨੂੰ ਲਿਖੀ, ਜਦੋਂ ਮਰਜ਼ੀ ਆ ਜਾਣ ਮੇਰੇ ਨਾਲ ਪ੍ਰੋਡਿਊਸ ਕਰੂੰਗਾ। ਉਹ ਕਹਿੰਦੇ ਜੀ $3550 ਚਾਹੀਦੇ ਸਾਨੂੰ। ਪਤਾ ਨਹੀਂ ਉਹ ਠੱਗੀ ਵਾਲੇ ਸੀਗੇ ਜਾਂ ਕੌਣ ਸੀਗੇ, ਹੋ ਸਕਦਾ ਏਜੰਟ ਵੀ ਕਿਸੇ ਜਿਹੜਾ ਉਹ ਦੇਖੋ ਉਹ ਤਾਂ ਬੰਦੇ ਹੀ ਬੈਠੇ ਆ ਨਾ ਉੱਥੇ ਉਸ ਜਿਹੜੇ ਥਾਮਸ ਕੁੱਕ ਦੇ, ਸ਼ਾਇਦ ਉਹ ਕੋਈ ਨਾ ਕੋਈ ਠੱਗੀ ਐਸੀ ਮਾਰਨੀ ਕੋਈ ਉਹ ਵੀ ਚਾਹੁੰਦਾ ਹੋਵੇ ਜਾਂ ਬਾਹਰ ਨਹੀਂ। ਉਹ ਕਹਿੰਦੇ 3550। ਮੈਂ ਕਿਹਾ ਭੈਣ 3550 ਨਹੀਂ ਚਾਰਜ ਕਰਨਾ ਚਾਹੀਦਾ। ਉਸੇ ਵੇਲੇ ਮੈਂ ਈਮੇਲ ਲਿਖੀ ਹਾਈ ਕਮਿਸ਼ਨਰ ਨੂੰ ਵੀ ਆਹ ਕੇਸ ਆ, ਆਹ ਲੇਡੀ ਆ, ਇਹਨੂੰ ਇਹੋ 3500। ਔਰ ਦੂਸਰੇ ਦਿਨ ਹੀ ਗਲੋਬਲ ਅਫੇਅਰ ਦਾ ਉਹਨੂੰ ਟੈਲੀਫੋਨ ਆਇਆ ਲੇਡੀ ਨੂੰ ਸਵੇਰੇ, ਵੈਲਰੀ ਨਾਂ ਦੀ ਲੜਕੀ, ਉਹਨੇ ਉਹਨੂੰ ਟੈਲੀਫੋਨ ਕੀਤਾ, ਉਹਨਾਂ ਨੇ ਮੈਨੂੰ ਦੱਸਿਆ। ਉਹ ਵੈਲਰੀ ਨੇ ਉਹਨੂੰ ਕਿਹਾ ਵੀ ਤੈਂ ਚੰਗਾ ਕੀਤਾ ਉਹਨਾਂ ਨੂੰ ਕਾਰਡ ਨੰਬਰ ਨਹੀਂ ਦਿੱਤਾ। ਹਾਂ ਉਹ ਫਲਾਈਟ ਜ਼ਰੂਰ ਮਿਸ ਕਰ ਗਈ ਉਹਨੇ, ਜਿਹੜੀ ਉਹ ਦਿੱਲੀ ਇੱਧਰੋਂ ਆਉਣੀ ਸੀ ਘੁੰਮ ਫਿਰ ਕੇ ਅੰਮ੍ਰਿਤਸਰ ਤੋਂ, ਪਰ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਲਈ ਫਲਾਈਟ ਉਹਦੀ, ਪਰ ਉਹਨੂੰ ਅੱਜ ਜਿਹੜੀ ਆ ਉਹ ਜਿਹੜੀ ਹੁਣ ਪਹਿਲੀ ਫਲਾਈਟ ਵੈਨਕੂਵਰ ਨੂੰ ਆਉਣੀ ਉਹ 'ਚ ਵੀ ਮਿਲ ਗਈ, ਠੀਕ ਹੈ ਨਾ। ਸੋ ਇਹ ਹੈਗਾ ਕਿ ਜੇ ਕੋਈ ਫਰਾਡ ਕਰਦਾ ਹੈਗਾ ਇਸ ਤਰ੍ਹਾਂ ਦਾ, ਸੋ ਟੋਟਲ ਉਹਨਾਂ ਨੂੰ ਕਿੰਨੇ 2900 ਤੇ ਪਲੱਸ ਟੈਕਸ ਦੇਣੇ ਪੈਂਦੇ ਦੇਖੋ ਟੈਕਸ ਤੇ ਜਿਹੜੀ 에ਅਰ ਫੇਅਰ ਸੀ ਉਹ 2900 ਸੀਗਾ, ਠੀਕ ਹੈ ਨਾ। ਜੇ ਆਪਾਂ ਅੱਜ ਜਿਹੜਾ ਉਹ ਲੈ ਰਹੇ ਨੇ ਉਹ 1,63,000 ਦੇ ਕਰੀਬ ਮੇਰਾ ਖਿਆਲ ਸ਼ਾਇਦ ਰੁਪਈਆ ਲੈ ਰਹੇ ਆ, ਠੀਕ ਹੈ ਨਾ। ਜਿਹੜੀ ਫਲਾਈਟ ਵੈਨਕੂਵਰ ਨੂੰ ਆ ਰਹੀ, ਟੋਰਾਂਟੋ ਦੇ ਥੋੜੇ ਜਿਹੇ ਘੱਟ ਹੈਗੇ ਆ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਜਿਹੜਾ ਉਸ ਵੇਲੇ ਫੇਅਰ ਲੈਂਦੇ ਸੀਗੇ ਉਹ ਮੇਰਾ ਖਿਆਲ ਲੈਂਦੇ ਸੀ 1,75,000 ਰੁਪਈਆ, ਠੀਕ ਹੈ ਜੀ। ਉਹਦੇ ਵਿੱਚ ਕੀ ਸੀਗਾ ਪੁੱਛਿਆ, ਉਹਦੇ ਵਿੱਚ ਜਿਵੇਂ 2000 ਉਹਨਾਂ ਦੀ ਫੀਸ ਪੈ ਗਈ, ਪਲੱਸ ਜਿਹੜਾ ਸੀਗਾ ਉਹ ਜਿਹੜਾ 1.75% ਜਿਹੜੇ ਸੀ ਵੀਜ਼ੇ ਦੇ ਚਾਰਜ, ਬੈਂਕ ਟ੍ਰਾਂਸਫਰ। ਜੇ ਤੁਸੀਂ ਉਹ ਸਿੱਧਾ ਹੀ ਬੈਂਕ ਤੋਂ ਜਿਹਨਾਂ ਨੇ ਟ੍ਰਾਂਸਫਰ ਕੀਤਾ, ਮੇਰੇ ਕੋਲ ਹੈ ਆਪਣੀ ਰਾਈਟ ਕੰਸਟੀਚੁਐਂਸੀ ਤੋਂ ਹੀ 2 ਭੈਣਾਂ ਜਿਹੜੀਆਂ ਉਹ ਆਈਆਂ, ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਉਹ ਟ੍ਰਾਂਸਫਰ ਕੀਤੀ ਮਨੀ, ਉਹ ਥਰੂ ਨਹੀਂ ਸੀ ਜਾਂਦੀ, ਦੂਜੇ ਦਿਨ ਉਹਨਾਂ ਨੇ ਟ੍ਰਾਂਸਫਰ ਕੀਤੀ ਔਰ ਉਹਨਾਂ ਨੇ ਦੱਸਿਆ ਵੀ ਸਾਤੋਂ ਜਿਹੜੇ ਚਾਰਜ ਹੋਏ ਆ ਉਨੇ ਹੀ ਹੋਏ, ਉਹਨਾਂ ਤੇ ਉਹ ਜਿਹੜੀ 1.75% ਫੀਸ ਆ ਉਹ ਨਹੀਂ ਲੱਗੀ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਜੀ, ਮੈਂ ਕਹਿਣਾ ਚਾਹੁੰਦਾ, ਮੈਂ ਧਾਰੀਵਾਲ ਸਾਹਿਬ ਉਹਨਾਂ ਦੇ ਟਾਈਮ 'ਚ ਪਾਰਲੀਮੈਂਟਰੀ ਕੰਮ ਕਰ ਰਿਹਾ ਸੀਗਾ, ਐਂਡ ਹੀ ਇਜ਼ ਡੂਇੰਗ ਵੈਰੀ ਗੁੱਡ ਜੌਬ
whatever he is doing, effort for everybody. Thank you. ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਬਿਲਕੁਲ ਕੁਐਸਚਨ ਤਾਂ ਨਹੀਂ ਹੈ ਤੁਹਾਡੇ ਕੋਲ ਕੋਈ? Thank you. ਸੋ ਇਹ ਐਪਰੀਸ਼ੀਏਸ਼ਨ ਕਾਲ ਸੀਗੀ Thank ਜੋ you ਕਿ ਜੀ। ਬੰਦਾ ਹੈਗਾ ਹੈ ਐਪਰੀਸ਼ੀਏਸ਼ਨ ਵੀ ਜੇ ਕੋਈ ਐਫਰਟਸ ਲੱਗ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਤਾਂ ਐਮਪੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਟੋਰਾਂਟੋ ਤੋਂ ਬੋਲਦਾ ਜੀ। ਜੀ ਸਵਾਗਤ ਹੈ ਤੁਹਾਡਾ। ਅਸੀਂ ਸਾਰੀ ਫੈਮਿਲੀ ਤੁਹਾਡਾ ਸ਼ੋਅ ਦੇਖੀ ਜਾਂਦੇ ਆ ਜੀ ਤੇ ਇਟਸ ਵੈਰੀ ਇੰਟਰਸਟਿੰਗ। ਪਹਿਲਾਂ ਤਾਂ ਮੈਂ ਸਿੱਖ ਹੈਰੀਟੇਜ ਮੰਥ ਦੀਆਂ ਤੁਹਾਨੂੰ ਵਧਾਈਆਂ ਦੇ ਰਿਹਾ। ਥੈਂਕ ਯੂ ਜੀ। ਤੇ ਮੈਂ ਦੂਜਾ ਜੇ ਸਿੱਖ ਹੈਰੀਟੇਜ ਮੰਥ ਹੈਗਾ ਤਾਂ ਸੁਖ ਧਾਲੀਵਾਲ ਜੀ ਦਾ ਬਹੁਤ ਵੱਡਾ ਨਾਂ ਹੈ, ਉਸ ਕਰਕੇ ਸਾਨੂੰ ਇਹ ਸੁਭਾਗਾ ਓਪਰਚੁਨਿਟੀ ਮੇਰੀ ਸਾਨੂੰ ਦਿਨ ਮਿਲਦਾ। ਮੈਂ ਇੱਕ ਤਾਂ ਤੁਸੀਂ ਐਮਪੀ ਸਰੀ ਨਿਊਟਨ ਤੁਸੀਂ ਲਿਖਿਆ ਉਹ ਨਹੀਂ ਹੈਗੇ, ਤੁਸੀਂ ਕੈਨੇਡੀਅਨ ਐਮਪੀਓ ਦੀ, ਤੁਸੀਂ ਅੱਜ ਸਿਰਫ ਸਰੀ ਦੀ ਗੱਲ ਨਹੀਂ ਕਰ ਰਹੇ, ਤੁਸੀਂ ਪੂਰੇ ਮੁਲਕ ਦੀ ਗੱਲ ਕਰ ਰਹੇ ਹੋ। ਮੈਂ ਤੁਹਾਡੇ ਐਫਰਟਸ ਨੂੰ, ਤੁਹਾਡੇ ਚੈਨਲ ਦੇ ਐਫਰਟਸ ਨੂੰ ਵੀ, ਇਹ ਰੋਜ਼ ਅਸੀਂ ਪ੍ਰੋਗਰਾਮ ਦੇਖਦੇ ਹਾਂ, ਬਹੁਤ ਵਧੀਆ ਕਰ ਰਹੇ ਹੋ। ਤੇ ਮੈਨੂੰ 40 ਮਿੰਟ ਹੋ ਗਏ ਕਾਲ ਕਰਦੇ ਨੂੰ, ਤੁਹਾਡੀ ਕਾਲ ਨਹੀਂ ਮੈਨੂੰ ਮਿਲਦੀ ਹੈ। ਮੈਂ ਸਿਰਫ ਤੁਹਾਨੂੰ ਐਪਰੀਸ਼ੀਏਟ ਕਰਨ ਵਾਸਤੇ, ਸਿੱਖ ਹੈਰੀਟੇਜ ਦੀ ਵਧਾਈ ਦੇਣ ਵਾਸਤੇ ਕਾਲ ਕਰ ਰਿਹਾ। ਮੈਂ ਟੋਰਾਂਟੋ ਬੈਠਾ ਮੈਂ ਖੁਸ਼ ਹੋ ਰਿਹਾ ਕਿ ਵੈਨਕੂਵਰ ਸਰੀ ਦੇ ਵਿੱਚ ਕੋਈ ਸਾਡਾ ਬੰਦਾ ਪੂਰੇ ਕੈਨੇਡਾ ਵਾਸਤੇ ਕੰਮ ਕਰੀ ਜਾਂਦਾ ਹੈ। ਤੇ ਮੈਂ ਇੱਕੋ ਤੁਹਾਨੂੰ ਪੁੱਛਣਾ ਚਾਹੂੰਗਾ, ਮੇਰਾ ਛੋਟਾ ਜਿਹਾ ਕੁਐਸਚਨ ਹੈ। ਸੁਖਜੀਤ, ਤੁਸੀਂ ਬਹੁਤ ਐਫਰਟ ਮਾਰ ਰਹੇ ਹੋ, ਪ੍ਰਾਈਮ ਮਿਨਿਸਟਰ ਐਫਰਟ ਮਾਰ ਰਿਹਾ, ਇੱਕ ਵਿੱਚੋਂ ਰਿਊਮਰ ਆਇਆ ਕਿ ਕੋਈ 에ਅਰਲਾਈਨ ਪ੍ਰਾਈਵੇਟ ਬੰਦੇ ਚਲਾਉਣ ਲੱਗੇ ਨੇ ਵੈਨਕੂਵਰ ਤੋਂ, ਸਾਰੇ ਬੰਦੇ ਬੜੇ ਕਨਫਿਊਜ਼ ਨੇ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਅਸੀਂ ਲੋਕਾਂ ਨੂੰ ਕਨਫਿਊਜ਼ਨ ਖਤਮ ਕਰੋ ਕਿ ਜੋ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ, ਪਰ ਐਟਲੀਸਟ ਆਪਣੀ ਕਮਿਊਨਿਟੀ ਪੋਜ਼ਿਟਿਵਲੀ ਇਹਨੂੰ ਲਵੇ, ਨਾ ਕਿ ਮਜ਼ਾਕ ਬਣਾਵੇ ਆਪਣੀ ਕਮਿਊਨਿਟੀ। ਮਿਹਰਬਾਨੀ ਤੁਹਾਡਾ, ਅਗੇਨ ਤੁਹਾਨੂੰ ਵਧਾਈਆਂ ਜੀ, ਬਹੁਤ ਵਧੀਆ। ਧਾਲੀਵਾਲ ਜੀ, ਮੈਂ ਕਦੀ ਸਰੀ ਨਹੀਂ ਆਇਆ, ਕਦੀ ਵੈਨਕੂਵਰ ਨਹੀਂ ਆਇਆ, ਪਰ ਮੈਨੂੰ ਟੋਰਾਂਟੋ ਬੈਠੇ ਮੇਰੀ ਸਾਰੀ ਫੈਮਿਲੀ ਨੂੰ ਤੁਹਾਡੇ ਤੇ ਬਹੁਤ ਮਾਣ। ਥੈਂਕ ਯੂ। ਸਾਰਿਆਂ ਤੋਂ ਪਹਿਲਾਂ ਧੰਨਵਾਦ ਜੀ। Thank you ਤੁਸੀਂ call ਦੇ। ਹੈਰੀਟੇਜ ਮੰਥ ਦੀ ਗੱਲ ਕੀਤੀ ਹੈ, ਸਿੱਖਾਂ ਦਾ ਇਤਿਹਾਸਕ ਮਹੀਨਾ ਚੱਲ ਰਿਹਾ, ਉਹਦੇ ਵਿੱਚ ਮੈਂ ਤੁਹਾਨੂੰ ਔਰ ਸਾਰੇ ਸੁਣ ਰਹੇ ਦਰਸ਼ਕਾਂ ਨੂੰ ਵਧਾਈ ਦੇਣਾ। ਔਰ ਉਹਦੇ ਵਿੱਚ ਵੀ ਉਹ ਮੇਰੀ ਨਹੀਂ, ਕਿਉਂਕਿ ਮੈਂ ਤਾਂ ਇੱਕ ਜਰੀਆ ਬਣਿਆ ਨਾ, ਕੰਡਿਊਟ ਬਣਿਆ, ਕਿਉਂਕਿ ਮੈਨੂੰ ਲੋਕਾਂ ਨੇ ਸਰੀ ਨਿਊਟਨ ਦਿਆਂ ਨੇ ਪ੍ਰਿਵਿਲੇਜ ਦਿੱਤੀ। ਮੈਂ ਪਾਰਲੀਮੈਂਟ 'ਚ ਗਿਆ, ਉਸ ਪਿਛਲੇ ਸਾਲ ਸਿਰਫ 10-11 ਬਿੱਲ ਸੀ ਪ੍ਰਾਈਵੇਟ ਜਿਹੜੀ ਪਿਛਲੀ ਪਾਰਲੀਮੈਂਟ ਦੇ ਵਿੱਚ ਪਾਸ ਹੋਏ, ਉਹਨਾਂ 'ਚ ਇਹ ਵੀ ਇੱਕ ਬਿੱਲ ਲਿਆਂਦਾ। ਠੀਕ ਆ, ਕਿਉਂਕਿ ਉਹ ਮੇਰੀ ਸੋਚ ਸੀ, ਨਹੀਂ ਕਈਆਂ ਨੂੰ ਚੰਗਾ ਲੱਗਦਾ, ਉਹ ਅਲੱਗਾ ਗੱਲ ਆ, ਪਰ ਇਹ ਉਹ ਸਾਡੇ ਜੇ ਬਜ਼ੁਰਗਾਂ ਦੀ 100 ਸਾਲ ਦੀ ਘਾਲਣਾ ਸੀ, ਉਹਨਾਂ ਦੀਆਂ ਘਾਲਣਾ ਜਿਹੜੀਆਂ ਨੇ ਉਹਨਾਂ ਦਾ ਸਦਕਾ ਹੀ ਜਿਹੜਾ ਸੀ ਇਹ ਮਿਲਿਆ। ਕਿਉਂ, ਚਾਹੇ ਅੱਜ ਰੇਲਵੇ ਲਾਈਨਾਂ ਵਿਛਾਉਣ ਦੀ ਗੱਲ ਕਰ ਲਈਏ, ਫੈਕਟਰੀਆਂ ਐਸਟੈਬਲਿਸ਼ ਕਰਨ ਦੀ ਗੱਲ ਕਰ ਲਈਏ, ਅੱਜ ਕਿਸੇ ਵੀ ਖਿੱਤੇ ਦੇ ਵਿੱਚ ਸਾਡੇ ਜਿਹੜੇ ਨੇ ਉਹ ਪੰਜਾਬੀ ਇੰਨੀ ਵੱਡੀ ਗਿਣਤੀ ਦੇ ਵਿੱਚ ਕੰਟਰੀਬਿਊਸ਼ਨਸ ਕਰ ਰਹੇ ਆ। ਮਿਲਟਰੀ ਦੇ ਵਿੱਚ ਜਦੋਂ ਵਰਲਡ ਵਾਰ 1 ਦੇ ਵਿੱਚ, ਵਰਲਡ ਵਾਰ 2 ਦੇ ਵਿੱਚ ਸਾਡੇ ਕੈਨੇਡੀਅਨ ਫੌਜੀਆਂ ਦੇ ਨਾਲ ਲਾ ਕੇ ਮੋਢੇ ਨਾਲ ਮੋਢਾ ਜਿਹੜੇ ਸੀ ਉਹ ਲੜੇ। ਸੋ ਇਹ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਸੀਗੀਆਂ, ਉਹਨਾਂ ਦੀ ਇੰਸਪੀਰੇਸ਼ਨ ਜਿਹੜੀ ਸੀ ਇਹ ਬਿੱਲ ਲੈ ਕੇ ਆਈ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਂਟੋ ਤੋਂ ਬੈਠ ਕੇ ਮੈਨੂੰ ਹੌਸਲਾ ਅਫਜ਼ਾਈ ਕੀਤੀ। ਬਿਲਕੁਲ ਜੀ, ਹੁਣ ਆਪਣੇ ਕੋਲੇ ਟਾਈਮ ਉਨਾ ਕੀ ਆ, ਪਰ ਕੁਐਸਚਨ ਬਹੁਤ ਸੀਗੇ ਜਿਹੜੇ ਰਹਿ ਗਏ ਸੀਗੇ। PR ਦੇ ਨਾਲ ਜਿਹੜੇ ਲੋਕ ਰਹਿ ਗਏ ਆ, ਉਹ ਬਾਅਦ ਵਿੱਚ ਜਿਹੜੀਆਂ ਫਲਾਈਟਸ ਆਉਣਗੀਆਂ ਉਹਦੇ ਨਾਲ ਆਉਣਗੇ। ਪਰ ਹੁਣ ਇੱਕ ਗੱਲ ਇੱਥੇ ਹੋਰ ਕਲੀਅਰ ਕਰ ਦਿਓ ਕਿ ਜਿਨ੍ਹਾਂ ਦੇ ਕੋਲ PR ਹੈਗੀ ਆ ਪਰ ਉਹਨਾਂ ਦੇ ਬੱਚੇ ਨਾਲ ਗਏ ਹੋਏ ਆ, ਜਿਹੜੇ ਸਿਟੀਜ਼ਨ ਹੈਗੇ ਆ ਉਹ ਵੀ ਆ ਸਕਦੇ ਹੈਗੇ ਆ, ਉਹ ਹੁਣ ਇਹ ਵਾਲੀਆਂ ਫਲਾਈਟਾਂ ਬੁੱਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ? ਕਿਉਂਕਿ ਕਈ ਲੋਕ ਹਜੇ ਵੀ ਕਨਫਿਊਜ਼ਨ ਦੇ ਵਿੱਚ ਹੈਗੇ ਨੇ, ਜਾਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਮਦਰ ਸਿਟੀਜ਼ਨ ਗਈ ਹੋਈ ਆ, ਖੁਦ ਨਾਲ ਗਏ ਹੋਏ ਨੇ, ਸੋ ਉਹ ਇਹਨਾਂ ਫਲਾਈਟਸ ਦੇ ਵਿੱਚ ਬੁਕਿੰਗ ਕਰ ਸਕਦੇ ਨੇ। ਬੜਾ ਹੀ ਸਿੰਪਲ ਫਾਰਮੂਲਾ ਜੀ, ਠੀਕ ਹੈ ਜੀ। ਇਮੀਡੀਏਟ ਫੈਮਿਲੀ ਦੇ ਵਿੱਚ ਕੌਣ ਕੌਣ ਆਉਂਦਾ? ਪੇਰੈਂਟਸ ਜੀ, ਸਪਾਊਸ, ਬੱਚੇ, ਠੀਕ ਹੈ ਜੀ। ਸੋ ਪੇਰੈਂਟਸ, ਸਪਾਊਸ ਤੇ ਬੱਚੇ। ਹੁਣ ਤੁਸੀਂ ਹਿਸਾਬ ਲਾ ਲਓ ਬਈ, ਸਪੋਜ਼ ਕਰੋ ਵੀ ਬੱਚਾ ਹੈਗਾ, ਉਹ 1 ਸਾਲ ਦਾ ਵਾ, 1.5 ਸਾਲ ਦਾ, 2 ਸਾਲ ਦਾ, 3 ਸਾਲ ਦਾ, 7 ਸਾਲ, ਉਹ ਸਿਟੀਜ਼ਨ ਆ, ਠੀਕ ਹੈ। ਪੇਰੈਂਟਸ ਦੋਨੇ ਜਿਹੜੇ ਆ ਉਹ ਸਿਟੀਜ਼ਨ ਨਹੀਂ ਹੈਗੇ, PR ਨੇ। ਉਹ ਜਿਹੜੇ ਨੇ, ਕਿਉਂਕਿ ਬੱਚੇ ਸਿਟੀਜ਼ਨ ਆ, ਪੇਰੈਂਟਸ ਉਹਦੇ ਨਾਲ ਟਰੈਵਲ ਕਰ ਸਕਣਗੇ। ਉਸ ਤੋਂ ਬਾਅਦ ਲਾ ਲਓ ਜਿਹੜਾ ਵਾ ਉਹ ਲੜਕਾ ਸਿਟੀਜ਼ਨ ਹੈਗਾ, ਠੀਕ ਹੈ ਜੀ। ਜਿਹੜੀ ਉਹਦੀ ਵਾਈਫ ਆ ਉਹ ਵੀ ਸਿਟੀਜ਼ਨ ਨਹੀਂ ਹੈਗੀ, ਠੀਕ ਹੈ ਜੀ। ਉਹਦੇ ਬੱਚੇ ਵੀ ਕਿਸੇ ਕਾਰਨ ਕਰਕੇ ਕਿਸੇ ਬਾਹਰਲੇ ਦੇਸ਼ 'ਚ ਬੋਰਨ ਹੋ ਗਏ, ਉਹ ਵੀ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੇ। ਪਰਫੈਕਟ ਐਗਜ਼ਾਮਪਲ ਮੇਰੇ ਬ੍ਰਦਰ ਦਾ ਬੇਟਾ ਸੁਰੀਨਾਮ 'ਚ ਬੋਰਨ ਹੋਇਆ ਸੀਗਾ, ਉਹਨਾਂ ਦੀ ਮਦਰ ਵੀ ਸਿਟੀਜ਼ਨ ਨਹੀਂ। ਹੁਣ ਉਹ ਸਿਰਫ ਫੈਮਿਲੀ ਮੈਂਬਰ ਇੱਕੋ ਹੀ ਹੈਗਾ ਜਿਹੜਾ ਸਿਟੀਜ਼ਨ ਹੈਗਾ। ਹੁਣ ਉਹਨਾਂ ਦੀ ਮਦਰ, ਕਿਉਂਕਿ ਪੇਰੈਂਟਸ ਆ ਸਕਦੇ ਆ, ਉਹ ਵੀ ਆ ਗਏ। ਉਹਨਾਂ ਦੀ ਵਾਈਫ ਉਹ ਨਹੀਂ ਸਿਟੀਜ਼ਨ, ਉਹ ਕਿਉਂਕਿ ਸਪਾਊਸ ਆ, ਉਹ ਵੀ ਆ ਗਏ। ਬੱਚੇ ਜਿਹੜੇ ਸੀ ਉਹ ਵੀ ਨਹੀਂ ਸੀ, ਉਹ ਵੀ ਆ ਸਕਦੇ। ਸੋ ਜਿਹੜਾ ਇਹ ਹਰਾਕੀ ਹੋਣੀ ਚਾਹੀਦੀ ਆ, ਜਾਂ ਪੇਰੈਂਟਸ, ਜਾਂ ਬੱਚੇ, ਜਾਂ ਤੁਹਾਡਾ ਸਪਾਊਸ।
ਇਹ ਇੱਕੋ ਹੀ ਸਿੰਪਲ ਆ ਸਕਦੇ। ਸੋ ਇਹ ਕੁਐਸਚਨ ਦਾ ਤੁਸੀਂ ਆਨਸਰ ਕਰ ਤਾਂ ਦਿੱਤਾ, ਪਰ ਫਿਰ ਵੀ ਜਿਹੜੇ ਇੰਡੀਆ ਦੇ ਵਿੱਚ ਬੈਠੇ ਨੇ ਸਟੂਡੈਂਟਸ ਰਹਿ ਗਏ ਨੇ, ਉਹ ਆਉਣਾ ਚਾਹੁੰਦੇ ਨੇ, ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਜਿਹੜਾ ਅਸਰ ਨਹੀਂ ਪਵੇਗਾ ਉਹ ਵੀ ਕਰ ਦਿੱਤੀ ਹੈਗੀ ਗੱਲ, ਪਰ ਉਹ PR ਤੋਂ ਬਾਅਦ ਦੀ ਕੈਟੇਗਰੀ ਵਿੱਚ ਵਾਪਸ ਆ ਸਕਦੇ ਆ ਕਿ ਉਹ ਹਜੇ ਨਹੀਂ ਆ ਸਕਦੇ, ਉਹਨਾਂ ਦੇ ਲਈ ਕੋਈ ਟਾਈਮ ਪੀਰੀਅਡ ਹੈਗਾ? ਦੇਖੋ ਉਹਨਾਂ ਲਈ ਅਸੀਂ ਹਜੇ ਕੋਈ ਡਿਸਾਈਡ ਨਹੀਂ ਕੀਤਾ, ਪਰ ਅਸੀਂ ਇਹ ਡਿਸਾਈਡ ਜ਼ਰੂਰ ਕੀਤਾ ਸੀ, ਕਿਉਂਕਿ ਪਹਿਲਾਂ ਅਸੀਂ ਕਿਹਾ ਸੀਗਾ ਵੀ ਅਸੀਂ ਇਕੱਲੇ ਜਦੋਂ ਅੰਦਰ ਆਉਣਾ, ਕਿਉਂਕਿ ਕੈਨੇਡਾ ਨੂੰ ਅਸੀਂ ਬੰਦ ਕਰ ਦਿੱਤੇ ਬਾਰਡਰ ਆਪਣੇ, ਜਦੋਂ ਬੰਦ ਕੀਤੇ ਆ ਉਹਦੇ ਵਿੱਚ ਅਸੀਂ ਕਿਹਾ ਸੀਗਾ ਵੀ ਸਿਰਫ ਕੈਨੇਡੀਅਨ ਸਿਟੀਜ਼ਨ, PR ਤੇ ਉਹਨਾਂ ਦੀ ਇਮੀਡੀਏਟ ਫੈਮਿਲੀ ਜੀ ਜਿਹਨੂੰ ਰਾਈਟ ਉਹੀ ਆ ਸਕਦੇ ਆ। ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਦੇਖੋ ਕਈ ਸਟੂਡੈਂਟਸ ਇੱਥੇ ਆਏ ਉਹ ਵੀ ਵਾਪਸ ਚਲੇ ਗਏ, ਕਈ ਜਿਹੜੇ ਵਰਕ ਪਰਮਿਟ ਤੇ ਉਹ ਵੀ ਗਏ ਹੋਣਗੇ ਘੁੰਮਣ ਫਿਰਨ ਬਾਹਰ ਕਿਸੇ ਦੇਸ਼ਾਂ 'ਚ, ਇਕੱਲੇ ਇੰਡੀਆ 'ਚ ਨਹੀਂ ਹੋਰ ਵੀ ਦੇਸ਼ਾਂ 'ਚ, ਔਰ ਕਈ ਇਹ ਵੀ ਕੇਸ ਹੋਣਗੇ ਵੀ 18 ਤਰੀਕ ਨੂੰ ਅਸੀਂ ਇਹ ਫੈਸਲਾ ਲਿਆ, ਉਦੋਂ ਪਹਿਲਾਂ ਕਈਆਂ ਨੂੰ PR ਮਿਲ ਗਈ ਹੋਣੀ ਆ, PR ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ, ਪਰ ਉਹਨਾਂ ਨੇ ਕੈਨੇਡਾ 'ਚ ਲੈਂਡ ਨਹੀਂ ਕੀਤਾ। ਸੋ 18 ਤਰੀਕ ਤੋਂ ਪਹਿਲਾਂ ਜੀ ਚਾਹੇ ਉਹ ਸਟੂਡੈਂਟ ਪਰਮਿਟ ਉਹਨਾਂ ਨੂੰ ਮਿਲ ਚੁੱਕਿਆ ਸੀ, ਚਾਹੇ ਵਰਕ ਪਰਮਿਟ ਮਿਲ ਚੁੱਕਿਆ ਸੀ, ਚਾਹੇ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਜਿਹਦੇ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ ਜਾਂ ਜਿਹੜੇ ਕੋਈ ਐਕਸਪ੍ਰੈਸ ਐਂਟਰੀ ਦੇ ਜੋ ਵੀ ਉਹ PR ਮਿਲ ਗਈ, ਉਹ ਸਾਰੇ ਜਿਹੜੇ ਨੇ ਉਹ ਕੈਨੇਡਾ 'ਚ ਆਉਣ ਵਾਸਤੇ ਐਲੀਜੀਬਲ ਨੇ, ਪਰ ਉਹ ਆਉਣਗੇ ਉਦੋਂ ਹੀ ਜਦੋਂ ਅਸੀਂ ਕਮਰਸ਼ੀਅਲ ਫਲਾਈਟਸ ਜਿਹੜੀਆਂ ਨੇ ਉਹ ਖੁੱਲ੍ਹ ਜਾਣਗੀਆਂ, ਔਰ ਨਾਲ ਹੀ ਹਜੇ ਕੋਈ ਪਤਾ ਨਹੀਂ, ਕਿਉਂਕਿ ਦੇਖੋ ਇਸ ਵੇਲੇ ਸਾਡਾ ਸਿਟੀਜ਼ਨ ਤੇ PR ਇਮੀਡੀਏਟ ਫੈਮਿਲੀ PRs ਔਰ ਸਾਡੀ ਹੈਗੀ ਆ ਅਸੀਂ ਪ੍ਰਾਇੋਰਟੀ, ਇਹ ਤੋਂ ਬਾਅਦ ਸਾਡੇ PRs ਹੈਗੇ ਆ। ਜੇ ਸਾਡੇ ਕੋਲ ਫਿਰ ਫਲਾਈਟਸ ਬਚੀਆਂ ਹੋ ਸਕਦਾ ਜਦ ਤਾਈਂ ਜਿਹੜਾ 에ਅਰ ਸਪੇਸ ਖੁੱਲ੍ਹ ਜੇ, ਜੇ ਨਾ ਬਚੀਆਂ ਤਾਂ ਫਿਰ ਉਹ ਅਸੀਂ ਜੇ ਸਾਡੇ ਕੋਲ ਫਲਾਈਟਸ ਹੋਈਆਂ ਤਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਵੀ ਬਾਅਦ ਚਾੜ ਲਿਆਵਾਂਗੇ। ਬਿਲਕੁਲ ਮਿਸਟਰ ਧਾਲੀਵਾਲ, ਤੁਸੀਂ ਬੜੇ ਐਕਸਪਲੇਨੇਸ਼ਨ ਦੇ ਨਾਲ ਸਾਰਿਆਂ ਦੇ ਆਨਸਰ ਦਿੱਤੇ ਆ। ਸਾਰੇ ਕਾਲਰਸ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲ ਕਰਕੇ ਪੁੱਛਿਆ ਉਹਨਾਂ ਦੇ ਕੁਐਸਚਨ ਕੀ ਸੀ, ਉਹਨਾਂ ਦੇ ਕੰਸਰਨ ਕੀ ਸੀ, ਪਰ ਹਜੇ ਵੀ ਸਾਡੇ ਕੋਲੇ ਜਿਹੜੇ ਹੈਗੇ ਕੁਐਸਚਨ ਆ ਰਹੇ ਨੇ, ਪਰ ਟਾਈਮ ਕੰਸਟ੍ਰੇਂਟ ਹੋਣ ਕਰਕੇ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ, ਕੈਨੇਡੀਅਨਸ ਜਿਹੜੇ ਇੰਡੀਆ 'ਚ ਬੈਠੇ ਨੇ, PR ਬੈਠੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਆ? ਦੇਖੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਪੈਨਿਕ ਨਾ ਹੋਵੋ, ਪਹਿਲੀ ਗੱਲ ਤਾਂ ਇਹ ਆ ਵੀ ਹੌਸਲਾ ਰੱਖੋ, ਪਰ ਇਹ ਚੀਜ਼ ਕਰੋ ਆਪਾਂ ਹੁਣ ਥੋੜ੍ਹੀ ਜਿਹੀ, ਕਿਉਂਕਿ ਇਸ ਵੇਲੇ ਸਾਨੂੰ ਜਿਹੜੀ ਆ ਆਪਾਂ ਸ਼ੁਰੂਆਤ ਦੇ ਭੱਲੇ ਦੀ ਗੱਲ ਕਰਦੇ ਹਾਂ, ਇਹ ਸਗੋਂ ਚਾਹੀਦਾ ਵੀ ਜਿਹੜੇ ਅਸੀਂ ਵੇਟ ਕਰ ਸਕਦੇ ਹਾਂ ਥੋੜ੍ਹੇ ਹੋਰ ਲੰਮਾ ਸਮਾਂ, ਉਹ ਆਪਾਂ ਜਿਹੜਾ ਵਾ ਇਸ ਚੀਜ਼ ਦਾ ਹਜੇ ਨਾ ਫਾਇਦਾ, ਉਹਨਾਂ ਨੂੰ ਕਹਿ ਦਿਓ ਵੀ ਅਸੀਂ ਹਜੇ ਨਹੀਂ ਜਾਣਾ, ਠੀਕ ਹੈ ਨਾ। ਅਸੀਂ ਕਿਉਂ ਨਾ ਅਸੀਂ ਉਹਨਾਂ ਨੂੰ ਇਸ ਵੇਲੇ ਜਿਹੜਾ ਉਹ ਪ੍ਰਾਇੋਰਟੀ ਦਈਏ ਜਿਹੜੇ ਲੋਕ ਇਸ ਵੇਲੇ ਵਲਨਰੇਬਲ ਲੋਕ ਨੇ, ਜਿਨ੍ਹਾਂ ਨੂੰ ਜਾਣ ਲਈ ਜ਼ਰੂਰਤ ਆ। ਦੂਸਰਾ ਇਹ ਆ ਵੀ ਇਹ ਨਾ ਘਾਬਰੋ, ਇੱਕ ਜਿਹੜਾ ਵਾ ਇੱਕ ਦੂਜੇ ਤੇ ਆਪਾਂ ਚਿੱਕੜ ਨਾ ਸਿੱਟੀਏ। ਬਿਲਕੁਲ ਅੱਜ ਮੈਂ ਜਿਹੜਾ ਸ਼ੋਅ ਆ ਬੜਾ ਇੰਜੋਏ ਕੀਤਾ ਹੈ ਸੱਚੀ। ਕੋਈ ਵੀ ਕਾਲਰ, ਇੱਕ ਵੀ ਕਾਲਰ ਜਿਹੜਾ ਆਇਆ ਉਹਨਾਂ ਨੇ ਕੁਐਸਚਨ ਸਖਤ ਪੁੱਛੇ ਜ਼ਰੂਰ, ਕੋਈ ਇਹਦੇ 'ਚ ਦੋ ਰਾਇ ਨਹੀਂ, ਪਰ ਦੇਖੋ ਕਿੰਨੀ ਰਿਸਪੈਕਟਫੁਲੀ ਪੁੱਛਿਆ, ਕਿੰਨੇ ਪਿਆਰ ਦੇ ਨਾਲ ਪੁੱਛੇ। ਐਂ ਲੱਗਦਾ ਵਾ ਵੀ ਜਿੱਦਾਂ ਮੇਰੇ ਸਾਹਮਣੇ ਬੈਠੇ ਮੇਰਾ ਆਪਣਾ ਪਰਿਵਾਰ ਮੈਨੂੰ ਜਿਹੜਾ ਵਾ ਹੈ ਹੀ ਮੇਰਾ ਪਰਿਵਾਰ ਆ, ਪਰ ਮੈਨੂੰ ਐਂ ਆ ਵੀ ਉਹ ਪਰਿਵਾਰ 'ਚ ਬੈਠ ਕੇ ਜਿਵੇਂ ਨਹੀਂ ਕੁਐਸਚਨ ਪੁੱਛੀਦੇ ਹੈਗੇ ਆ, ਗੱਲਬਾਤ ਕਰੀਦੀ ਹੈਗੀ ਆ, ਉਸ ਤਰ੍ਹਾਂ ਅੱਜ ਜਿਹੜਾ ਸੀਗਾ। ਤੇ ਜੇ ਕੋਈ ਕਿਸੇ ਦਾ ਕੁਐਸਚਨ ਹੈਗਾ, ਡੋਂਟ ਹੈਜ਼ੀਟੇਟ ਟੂ ਰਾਈਟ ਮੀ ਐਨ ਈਮੇਲ ਜਿਹੜੀ ਹੈਗੀ ਆ mp@sukhtaliwal.ca ਤੇ ਜਾਂ ਆਪੋ ਆਪਣੇ MPs ਨੂੰ ਉਹਨਾਂ ਨੂੰ ਵੀ ਮੌਕਾ ਦਿਓ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਹੜੇ ਇਸ਼ੂਜ਼ ਜਿਹੜੇ ਹੈਗੇ ਉਹਨਾਂ ਦੇ ਕੰਸਟੀਟੂਐਂਟਸ ਨੂੰ ਆ ਰਹੇ ਹੈਗੇ। ਪਰ ਮੈਂ ਫਿਰ ਇੱਕ ਵਾਰ ਸਾਰਿਆਂ ਨੂੰ, ਜਿੰਨੇ ਕਾਲਰਸ ਅੱਜ ਆਏ, ਮੈਂ ਤੁਹਾਡਾ ਸਿਰ ਮੱਥੇ ਤੇ, ਫਿਰ ਵੀ ਜੇ ਮੈਂ ਕਿਸੇ ਦਾ ਕੋਈ ਕੁਐਸਚਨ ਨਹੀਂ ਆਨਸਰ ਕਰ ਸਕਿਆ, ਤੁਹਾਡੇ ਕੋਲ ਮੇਰਾ ਨੰਬਰ ਹੈਗਾ ਤੇ ਤੁਸੀਂ ਮੈਨੂੰ ਉਸ ਟੈਲੀਫੋਨ ਤੇ ਕਾਲ ਕਰੋ ਜਾਂ ਮੇਰੇ ਆਫਿਸ ਦੇ ਵਿੱਚ 598-2200 ਤੇ ਮੈਸੇਜ ਛੱਡ ਦਿਓ। ਮੈਂ ਤੁਹਾਡੀ ਜਿਹੜੀ ਆ ਉਹ ਕਾਲ ਰਿਟਰਨ ਕਰਕੇ ਮੈਂ ਚਾਹੂੰਗਾ ਕਿ ਮੈਂ ਤੁਹਾਡੇ ਉਹ ਕੁਐਸਚਨ ਦਾ ਜਦੋਂ ਤੱਕ ਤੁਹਾਡੀ ਸੈਟਿਸਫੈਕਸ਼ਨ ਨਹੀਂ ਹੁੰਦੀ, ਮੈਂ ਉਦੋਂ ਤੱਕ ਤੁਹਾਡੇ ਨਾਲ ਇਹ ਜਿਹੜੀ ਆ ਕੰਸਟਰਕਟਿਵ ਡਿਸਕਸ਼ਨ ਪਿਆਰ ਨਾਲ ਕਰਾਂ, ਤਾਂ ਕਿ ਮੇਰੀ ਕੌਨਸ਼ੀਅਸ ਜਿਹੜੀ ਆ ਉਹ ਕਲੀਅਰ ਰਹੇ। ਸੋ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡੇ ਸਾਰੇ ਕਾਲਰ ਦਾ, ਔਰ ਖਾਸ ਕਰਕੇ ਤੁਹਾਡਾ ਔਰ ਸਾਂਝਾ TV ਦਾ, ਕਿ ਉਹਨਾਂ ਨੇ ਜਿਹੜੀ ਹੈਗੇ ਆ ਦਰਸ਼ਕਾਂ ਤਾਈਂ ਆਪਦੇ ਤਾਈਂ ਰੂਬਰੂ ਕੀਤਾ, ਔਰ ਉਹਨਾਂ ਦੇ ਕੁਐਸਚਨ ਜਿਹੜੇ ਆ ਓਪਨ ਕਾਲ ਜਿਹੜੀਆਂ ਆਪਾਂ ਅੱਜ ਲਈਆਂ ਹੈਗੀਆਂ ਨੇ, ਇਹਦੇ ਵਿੱਚ ਇਹ ਨਹੀਂ ਹੈਗਾ ਵੀ ਅਸੀਂ ਜੀ ਆਪਦੀ ਜਿਹੜੀ ਜਿਹਨੇ ਕਾਲ ਕੀਤੀ, ਔਰ ਵੱਡੀ ਗਿਣਤੀ ਦੇ ਵਿੱਚ ਕਾਲ ਜਾਈਆਂ, ਔਰ ਮੈਂ ਕਿਉਂਕਿ ਇਨਫੋਰਮੇਸ਼ਨ ਬੜੀ ਜ਼ਰੂਰੀ ਹੈ। ਬਿਲਕੁਲ ਬਹੁਤ ਜਿਹੜੇ ਕੁਐਸਚਨ ਜਿਹੜੇ ਫੰਡਿੰਗ ਦਿੱਤੀਆਂ ਗਈਆਂ ਉਹਨਾਂ ਦੇ ਰਿਲੇਟਡ ਸੀ, ਪਰ ਉਹ ਕੁਐਸਚਨ ਅਸੀਂ ਫਿਰ ਜਿਹੜੀ ਗੱਲਬਾਤ ਕਰਾਂਗੇ, ਜਿਹੜੀ ਜ਼ਰੂਰੀ ਗੱਲਬਾਤ ਸੀ ਅੱਜ ਸਾਡੀ ਹੋ ਗਈ ਹੈ। ਬਹੁਤ ਸਾਰੇ ਲੋਕਾਂ ਦੇ ਅਜੇ ਵੀ ਜਿਹੜੇ ਸਵਾਲ ਆ ਰਹੇ ਨੇ, ਫੋਨ ਕਾਲਿੰਗ ਆ ਰਹੀਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਿਵੇਂ ਮਿਸਟਰ ਧਾਲੀਵਾਲ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਆਫਿਸ ਤੱਕ ਰੀਚ ਕਰ ਸਕਦੇ ਆ ਤੇ ਜਾਂ ਇਹਨਾਂ ਨੂੰ ਕਾਲ ਕਰ ਸਕਦੇ ਹੈਗੇ ਆ। ਸੋ ਥੈਂਕ ਯੂ ਵਨਸ ਅਗੇਨ ਤੁਹਾਡਾ, ਤੁਸੀਂ ਇੱਥੇ ਆਏ, ਤੇ ਅਸੀਂ ਟਾਈਮ ਟੂ ਟਾਈਮ ਫਿਰ ਇੱਦਾਂ ਦੀ ਡਿਸਕਸ਼ਨ ਜ਼ਰੂਰ ਰੱਖਾਂਗੇ, ਓਪਨ ਡਿਸਕਸ਼ਨ, ਤਾਂ ਕਿ ਜਿਹੜੇ ਕੈਨੇਡੀਅਨਸ ਨੇ, ਜਿਹੜੇ ਸਾਡੇ ਕੈਨੇਡੀਅਨਸ ਇੰਡੀਆ 'ਚ ਬੈਠੇ ਨੇ, ਉਹਨਾਂ ਦੇ ਕੋਈ ਵੀ ਸਵਾਲ ਹੈ ਉਹ ਕਲੀਅਰ ਹੋ ਸਕਣ।
ਮਿਹਰਬਾਨੀ ਜੀ। ਐਂਡ ਫਿਰ ਇੱਕ ਵਾਰ ਧੰਨਵਾਦ ਸਾਡਾ। ਥੈਂਕ ਯੂ ਜੀ। ਰੱਬ ਰਾਖਾ, ਚੜ੍ਹਦੀ ਕਲਾ ਚ ਰਹੇ। ਬਿਲਕੁਲ ਜੀ, ਇੱਕ ਵਾਰ ਫਿਰ ਤੋਂ ਅੱਜ ਦੇ ਸ਼ੋਅ ਦੇ ਸਪਾਂਸਰ ਕੈਨੇਡਾ ਡਰਾਈ, ਇਹਨਾਂ ਦਾ ਵੀ ਧੰਨਵਾਦ ਕਰ ਦਿੰਦੇ ਆ ਕਿ ਇਹਨਾਂ ਨੇ ਸਾਡੇ ਸ਼ੋਅ ਨੂੰ ਸਪਾਂਸਰ ਕੀਤਾ ਹੈ ਤੇ ਤੁਹਾਡੇ ਤੱਕ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਹੈਗੀ ਆ। ਸੋ ਤੁਸੀਂ ਸਾਡੇ ਸ਼ੋਅ ਨੂੰ ਇਸ ਤਰ੍ਹਾਂ ਹੀ ਸਾਥ ਦਿੰਦੇ ਰਿਹਾ ਕਰੋ, ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਸ਼ੋਅ ਲੱਗਿਆ ਆ, ਕਿਹੜੇ ਕੁਐਸਚਨ ਰਹਿ ਗਏ ਨੇ। ਤੁਸੀਂ ਕੁਐਸਚਨ ਸਾਨੂੰ ਈਮੇਲ ਕਰ ਸਕਦੇ ਆ ਤਾਂ ਕਿ ਅਸੀਂ ਤੁਹਾਡੇ MLA MP ਤੱਕ ਤੁਹਾਡੇ ਕੁਐਸਚਨ ਪਹੁੰਚਾ ਸਕੀਏ ਤੇ ਕੋਸ਼ਿਸ਼ ਕਰਦੇ ਰਵਾਂਗੇ ਕਿ ਜਿਹੜੇ ਤੁਹਾਡੇ ਸਾਰੇ ਸਵਾਲ ਹੈਗੇ ਆ ਉਹਨਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਦੇ ਹੋ ਜਾਣ। ਤੇ ਅਗਲੀ ਵਾਰ ਇਸੇ ਤਰ੍ਹਾਂ ਹੀ ਕਿਸੇ ਹੋਰ MP MLA ਦੇ ਨਾਲ ਫਿਰ ਵਾਪਸ ਆਵਾਂਗੇ। ਤਦ ਤੱਕ ਤੁਸੀਂ ਰੱਖੋ ਆਪਣਾ ਖਿਆਲ। ਸਟੇ ਹੋਮ, ਸਟੇ ਸੇਫ। ਦੇਖਦੇ ਰਹੋ ਸਾਂਝਾ TV। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।